ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ ਦਾਸ ਤੁਹਾਡਾ ਆਪਣਾ ਮਾਂ ਦੇਸਾਂ ਨੰਦਨ ਜਸਵੀਰ ਸਿੰਘ, ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾਂ, ਪਾਤਸ਼ਾਹੀ 10ਵੀਂ, ਪਿੰਡ ਚੱਕ ਫਤਿਹ ਸਿੰਘ ਵਾਲਾ, ਨੇੜੇ ਭੁੱਚੋ ਮੰਡੀ, ਜ਼ਿਲ੍ਹਾ ਬਠਿੰਡਾ, ਦੇਸ਼ ਪੰਜਾਬ। ਇਹ ਉਹ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਸਾਹਿਬੇ ਕਮਾਲ ਸਾਹੇ ਸਹਿਨਸ਼ਾਹ ਸੱਚੀ ਸਰਕਾਰ ਨੇ 1706 ਈਸਵੀ ਦੇ ਵਿੱਚ ਚਰਨ ਪਾਏ। ਮਾਂ ਦੇਸਾਂ ਦੇ ਪਿਆਰ ਸਦਕਾ ਸਤਿਗੁਰੂ ਮਾਤਾ ਸਾਹਿਬ ਕੌਰ ਸੁੰਦਰ ਕੌਰ ਸਮੇਤ ਇੱਥੇ ਪਹੁੰਚੇ ਅਤੇ 9 ਦਿਨ ਬੁਰਜ ਸਾਹਿਬ ਦੇ ਵਿੱਚ ਰਹੇ। ਬੜੀ ਖੁਸ਼ੀ ਦੀ ਗੱਲ ਹੈ ਕਿ ਪਾਤਸ਼ਾਹ ਦੀ ਉਹ ਨਿਸ਼ਾਨੀ ਜਿੱਥੇ ਪਰਿਵਾਰ ਵਿਛੋੜੇ ਤੋਂ ਬਾਅਦ ਦੁਬਾਰਾ ਪਰਿਵਾਰ ਨੂੰ ਮਿਲੇ ਮਾਤਾ ਸਾਹਿਬ ਕੌਰ ਸੁੰਦਰ ਕੌਰ ਨੂੰ, ਔਰ 9 ਦਿਨ ਜਿਸ ਸੱਤ ਦੇ ਹੇਠ ਬਿਤਾਏ, ਜਿਸ ਸੱਤ ਦੇ ਉੱਪਰ ਰਹੇ, ਪੂਰੀ ਦੁਨੀਆ ਦੇ ਵਿੱਚ ਇੱਕੋ ਇੱਕ ਨਿਸ਼ਾਨੀ ਬਚੀ ਹੈ ਜੋ ਅੱਜ ਵੀ ਸਹੀ ਸਲਾਮਤ ਹੈ। ਜਿੱਥੇ ਆ ਕੇ, ਜਿੱਥੇ ਬਹਿ ਕੇ ਸੰਗਤਾਂ ਮਾਣ ਮਹਿਸੂਸ ਕਰਦੀਆਂ, ਉਹ ਪ੍ਰੈਜੈਂਸ ਨੂੰ ਮਹਿਸੂਸ ਕਰਦੀਆਂ, ਉਹ ਆਨੰਦ, ਉਹ ਸਹਿਜ, ਜੋ ਬ੍ਰਹਮ ਗਿਆਨ ਦੀਆਂ ਦਾਤਾਂ ਇੱਥੇ ਵਰਤਾਈਆਂ, ਬਚਨ ਦਿੱਤੇ ਕਿ ਸਦਾ ਹੀ ਅੰਗ ਸੰਗ ਰਹਾਂਗੇ, ਤੇ ਉਹ ਅੰਗ ਸੰਗ ਰਹਿੰਦੇ ਆ। ਸੱਚੀ ਸਰਕਾਰ ਬੜੀ ਚੜ੍ਹਦੀ ਕਲਾ ਬਖਸ਼ਿਸ਼ ਕੀਤੀ। ਜੋ ਮਾਂ ਦੇਸਾਂ ਦੀ ਝੋਲੀ ਪਾਤਸ਼ਾਹ ਪਾ ਕੇ ਗਏ, ਜੋ ਧਰਮ ਦੇ ਗੁੱਝੇ ਰਹੱਸ, ਜੋ ਸੂਤਰ, ਜੋ ਬੀਜ ਮੰਤਰ ਬਖਸ਼ਿਸ਼ ਕੀਤੇ, ਇਹਨਾਂ ਪਿਛਲੇ 50 ਸਾਲਾਂ ਦੌਰਾਨ ਸੇਵਾ ਕਰਦਿਆਂ, ਸਿਮਰਨ ਕਰਦਿਆਂ, ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰਦਿਆਂ ਸਾਡੀ ਝੋਲੀ ਪਾਏ। ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਬੀਜ ਮੰਤਰਾਂ ਨੂੰ, ਉਹਨਾਂ ਰਹੱਸਾਂ ਨੂੰ ਖੋਲ੍ਹਣ ਦੀ, ਦੱਸ ਸਕੀਏ ਕਿ ਜਦੋਂ ਅਸੀਂ ਸਤਿਗੁਰੂ ਕੋਲ ਜਾਂਦੇ ਹਾਂ ਜਾਂ ਜਦੋਂ ਸੰਗਤਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਪਹੁੰਚਦੀਆਂ ਸੀ, ਉਹ ਕਿਹੜਾ ਜਾਪ ਸੀ ਜਿਹੜਾ ਸਤਿਗੁਰੂ ਦਿੰਦੇ ਸੀ, ਉਹ ਕਿਹੜਾ ਮੰਤਰ ਸੀ ਜਿਹੜਾ ਮਨ ਨੂੰ ਕਾਬੂ ਕਰਨ ਖਾਤਰ ਜਪਣ ਨੂੰ ਕਹਿੰਦੇ ਸੀ, ਕਿਹੜਾ ਪਾਠ ਸੀ ਜਿਹੜਾ ਕਰਨ ਨੂੰ ਕਹਿੰਦੇ ਸੀ, ਕਿਹੜੀ ਚੀਜ਼ ਸੀ ਜਿਹਨੂੰ ਚੇਤੇ ਕਰਨ ਨੂੰ ਕਹਿੰਦੇ ਸੀ, ਸਿਮਰਨ ਨੂੰ ਕਹਿੰਦੇ ਸੀ। ਉਹ ਕੀ ਹੈ ਜਿਹਨੂੰ ਸਤਿਗੁਰਾਂ ਨੇ ਕਿਹਾ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹ ਸਾਰੇ ਰਹੱਸ ਨੇ। ਤੇ ਇਹਨਾਂ ਪਿਛਲੇ 40 ਸਾਲਾਂ ਦੌਰਾਨ ਪੰਥ 'ਚ ਘੁੰਮਦਿਆਂ ਸਤਿਗੁਰਾਂ ਦੀ ਦਸਤਾਰ ਦਾ ਸਦਕਾ ਥਾਂ ਥਾਂ ਜਾਣ ਦਾ ਮੌਕਾ ਮਿਲਿਆ, ਚੰਗੇ ਚੰਗੇ ਵਿਦਵਾਨਾਂ ਨੂੰ ਸੁਣਨ ਦਾ ਮੌਕਾ ਮਿਲਿਆ, ਪਰ ਇਹ ਮਹਿਸੂਸ ਕੀਤਾ ਕਿ ਜੋ ਬਾਣੀ ਵਿੱਚ ਲਿਖਿਆ ਹੋਇਆ ਉਹ ਨਹੀਂ ਬੋਲਿਆ ਜਾ ਰਿਹਾ। ਜੋ ਬੋਲਿਆ ਜਾ ਰਿਹਾ ਉਹ ਸਤਿਗੁਰਾਂ ਦੇ ਜਾਣ ਤੋਂ 100 ਸਾਲ ਬਾਅਦ ਦੀਆਂ ਜਿਹੜੀਆਂ ਕਿਤਾਬਾਂ ਲੇਖਕਾਂ ਨੇ ਪ੍ਰਸਿੱਧ ਕਰਤੀਆਂ, ਅਤੇ ਕੁਛ ਜਿਨ੍ਹਾਂ ਨੂੰ ਆਪਣੀਆਂ ਲੋੜਾਂ ਸਨ, ਆਪਣੇ ਮਗਰ ਲਾਉਣਾ ਸੀ, ਉਹਨਾਂ ਨੇ ਪ੍ਰਸਿੱਧ ਕਰਤੀਆਂ, ਅਤੇ ਅੱਗੋਂ ਫਿਰ ਮੱਖੀ 'ਤੇ ਮੱਖੀ ਮਾਰੀ ਗਈ। ਅਤੇ ਕੋਈ ਵੀ ਉਹ ਗੱਲ ਨਹੀਂ ਕਰਦਾ ਜਿਹੜੀ ਸਤਿਗੁਰੂ ਨਾਨਕ ਕਰਦੇ ਸੀ। ਜਾਂ ਅਸੀਂ ਸਵਾਲ ਹੀ ਕਰੀਏ ਕਿ ਉਹ ਕੀ ਸੀ ਜਿਹਨੂੰ ਵੰਡਣ ਖਾਤਰ 4 ਉਦਾਸੀਆਂ ਕੀਤੀਆਂ, ਅਤੇ ਐਡਾ ਸੌਖਾ ਸੂਤਰ ਕਿਹੜਾ ਸੀ ਉਹ ਜਿਹੜਾ ਗੁਰੂ ਨਾਨਕ ਸਾਹਿਬ ਕਿਸੇ ਨੂੰ 1 ਦਿਨ ਮਿਲੇ, ਕਿਸੇ ਨੂੰ ਘੰਟਾ ਮਿਲੇ, ਅਤੇ ਉਹ ਘੰਟੇ ਦੀ ਸਤਸੰਗ ਦੇ ਵਿੱਚ ਕੀਰਤਨ ਵੀ ਸੁਣਾਤਾ, ਕਥਾ ਵੀ ਕਰਤੀ, ਉਹ ਸੂਤਰ ਸਮਝਾ ਵੀ ਦਿੱਤੇ। ਅਤੇ ਐਡਾ ਸੌਖਾ ਧਰਮ, ਕ੍ਰਾਂਤੀਕਾਰੀ ਧਰਮ ਕਿ ਬੰਦੇ ਦਾ ਅੰਦਰੋਂ ਬਾਹਰੋਂ ਪਲਟਾ ਖਾ ਜੇ ਸੁਰਤ। ਰਸਾਇਣਕ ਧਰਮ ਜਿਹੜਾ ਬਦਲ ਕੇ ਰੱਖ ਦੇ। ਕੀ ਸੀ ਉਹ ਜਿਹੜਾ ਸਤਿਗੁਰੂ ਦੇ ਜਾਂਦੇ ਸੀ? ਚਰਨ ਭੌਲ ਦਿੰਦੇ, ਉਹ ਨਾਮਦਾਨ ਬਖਸ਼ਿਸ਼ ਕਰਦੇ, ਅਤੇ ਉਹ ਸੰਗਤਾਂ ਨਾਮਦਾਨ ਲੈ ਕੇ ਧਰਮਸ਼ਾਲਾ ਬਣਾਉਂਦੀਆਂ, ਧਰਮਸ਼ਾਲਾ ਦੇ ਵਿੱਚ ਉਹ ਕਿਰਿਆ ਨੂੰ ਕਰਦੀਆਂ ਅਤੇ ਹੋਰਾਂ ਨੂੰ ਵੀ ਦੱਸਦੇ, ਅਤੇ ਕਿੰਨੀ ਦੁਨੀਆ ਹੌਲੀ ਹੌਲੀ ਸਿੱਖ ਬਣ ਗਈ। ਅਤੇ ਜੋ ਪਰੰਪਰਾ ਸਤਿਗੁਰਾਂ ਨੇ ਪ੍ਰਸ਼ਾਦ ਤਿਆਰ ਕਰਨ ਦੀ, ਜੋ ਪਰੰਪਰਾ ਲੰਗਰ ਦੀ ਦਿੱਤੀ ਸੰਗਤਾਂ ਨੂੰ ਉਸ ਟਾਈਮ,
ਕੋਈ ਫੋਨ ਨਹੀਂ ਸੀਗੇ, ਕਿਤੇ ਦੁਬਾਰਾ ਨਹੀਂ ਜਾ ਹੋਇਆ, ਕਿਤੇ ਜਾ ਕੇ ਕੋਈ ਐ ਨਹੀਂ ਦੁਬਾਰਾ ਦੱਸ ਦਿਆਂਗੇ ਕਿ ਇਹ ਗੱਲ ਇਸ ਤਰ੍ਹਾਂ ਨਹੀਂ। ਇਹ ਤੋਂ ਪਤਾ ਲੱਗਦਾ ਕਿ ਕੋਈ ਐਡਾ ਸੌਖਾ ਸੂਤਰ ਲੈ ਕੇ ਆਏ ਗੁਰੂ ਨਾਨਕ ਸਾਹਿਬ ਨਿਰੰਕਾਰ ਦੇ ਦਰ ਤੋਂ, ਜਿਹੜਾ ਸਿੱਧੇ ਸਾਧੇ ਅਨਪੜ੍ਹ ਬੰਦੇ ਦੇ ਵੀ ਸਾਹਮਣੇ ਬੈਠਿਆ ਉਹਦੀ ਪੱਲੇ ਪੈ ਜਾਂਦਾ ਸੀ। ਤਾਂ ਹੀ ਤਾਂ ਲਿਖਤਾ ਸਤਿਗੁਰਾਂ ਨੇ, ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਣਪੜ੍ਹਿਆ ਪਰਮਗਤ ਪਾਵੈ। ਧਿਆਉਣਾ ਪੈਂਦਾ। ਤੇ ਸਾਡੀ ਬਦਕਿਸਮਤੀ ਕਿ ਜਦੋਂ ਪੰਥ ਦੇ ਵਿਦਵਾਨ, ਵੱਡੇ ਵੱਡੇ ਪ੍ਰਚਾਰਕ ਬੜੀਆਂ ਬੜੀਆਂ ਸਟੇਜਾਂ 'ਤੇ ਦਾਅਵੇ ਨਾਲ ਹੱਥ ਖੜੇ ਕਰਾ ਕਰਾ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਦਾ ਧਿਆਨ ਨਾਲ ਕੋਈ ਸੰਬੰਧ ਨਹੀਂ, ਤਾਂ ਬੜਾ ਦਿਲ ਦੁਖਦਾ ਹੈ ਕਿ ਪਤਾ ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਨਹੀਂ, ਜਾਂ ਜਿੱਥੇ ਧਿਆਨ ਦੀ ਗੱਲ ਲਿਖੀ ਹੈ, ਜਿੱਥੇ ਈੜਾ ਪਿੰਗਲਾ ਸੁਖਮਨਾ ਦੀ ਗੱਲ ਲਿਖੀ ਹੈ, ਇਹਨਾਂ ਨੇ ਪ੍ਰੈਕਟੀਕਲ ਕੀਤਾ ਨਹੀਂ, ਇਹਨਾਂ ਨੂੰ ਸ਼ਾਂਤੀ ਆਈ ਨਹੀਂ। ਤਾਂ ਹੀ ਆ ਧਿਆਨ ਬਾਰੇ ਕਿਹਾ ਨਾ, ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਣਪੜ੍ਹਿਆ ਪਰਮਗਤ ਪਾਵੈ। ਪੜ੍ਹਾਈਆਂ ਪੜ੍ਹਾਈਆਂ ਪਾਸੇ ਰਹਿ ਜਾਂਦੀਆਂ, ਸਾਰੇ ਗਿਆਨ ਧਿਆਨ ਸਾਰੀਆਂ ਡਿਗਰੀਆਂ ਪਾਸੇ ਰਹਿ ਜਾਂਦੀਆਂ। ਗੱਲ ਹੀ ਅਲੱਗ ਹੈ ਜਿਹਦਾ ਐਡਾ ਸੰਬੰਧ ਹੀ ਨਹੀਂ ਕਿਸੇ ਝਾਮ ਧਾਮ ਨਾਲ। ਤਾਂ ਹੀ ਤਾਂ ਝੁੱਗੀਆਂ ਝੋਪੜੀਆਂ 'ਚ ਰਹਿਣ ਵਾਲਿਆਂ ਨੇ ਵੀ ਪਾਲਿਆ, ਮਹਿਲਾਂ ਵਾਲਿਆਂ ਨੇ ਵੀ ਪਾਇਆ, ਪਰ ਮਹਿਲਾਂ ਵਾਲਿਆਂ ਨੂੰ ਮਹਿਲ ਛੱਡਣੇ ਪਏ ਫੇਰ ਮਿਲਿਆ। ਉਹ ਜਿੰਨੇ ਸੂਤਰ ਬਖਸ਼ਿਸ਼ ਕੀਤੇ ਆ ਸਤਿਗੁਰਾਂ ਨੇ, ਬੜੀ ਝੋਲੀ ਭਰੀ ਆ, ਬੜੀਆਂ ਆਤਮਿਕ ਦ੍ਰਿਸ਼ਟੀਆਂ ਬਖਸ਼ਿਸ਼ ਕੀਤੀਆਂ। ਹੌਲੀ ਹੌਲੀ ਸਾਂਝ ਪਾਵਾਂਗੇ ਸੰਗਤਾਂ ਨਾਲ, ਤਾਂ ਕਿ ਸੰਗਤ ਵੀ ਉਹ ਗੱਲ ਨੂੰ ਸਮਝੇ, ਖਾਸ ਕਰਕੇ ਉਹ ਸੰਗਤ ਜਿਹੜੀ ਖੁਦ ਦਰਸ਼ਨ ਕਰਦੀ ਹੈ ਗੁਰੂ ਗ੍ਰੰਥ ਸਾਹਿਬ ਦੇ, ਖੁਦ ਰੋਜ਼ਾਨਾ ਪੜ੍ਹਦੇ ਆ। ਅਸੀਂ ਇਹ ਗੱਲਾਂ ਕਹਿੰਦੇ ਬਹੁਤ ਸਾਲਾਂ ਤੋਂ ਸੀ, ਜਦੋਂ ਤੋਂ ਸਤਿਗੁਰਾਂ ਨੇ ਬਖਸ਼ਿਸ਼ਾਂ ਕੀਤੀਆਂ। ਪਰ ਹੁਣ ਜਿਹੇ ਜਿਹਾ ਯੁੱਗ ਆ, ਜਿਵੇਂ ਜਿਵੇਂ ਸੰਗਤ ਨੇ ਕਿਹਾ ਕਿ YouTube 'ਤੇ ਜ਼ਰੂਰ ਪਾਓ, ਤੁਸੀਂ ਕੋਈ ਨਾ ਕੋਈ ਤਾਂ ਚੈਨਲ ਸ਼ੁਰੂ ਕਰੋ, ਤਾਂ ਫਿਰ ਇਹ ਮਾਤਾ ਵੱਲੋਂ ਹੁਕਮ ਆਇਆ ਕਿ ਤੁਸੀਂ ਹੁਕਮਨਾਮਾ ਸਾਹਿਬ ਦੀ ਵਿਆਖਿਆ ਸ਼ੁਰੂ ਕਰੋ, ਉਸ ਤੋਂ ਬਾਅਦ ਦੇਖਾਂਗੇ ਕੀ ਬਣਦਾ। ਅਤੇ ਉਹ ਹੌਲੀ ਹੌਲੀ ਸੂਤਰ ਦੱਸਣੇ ਸ਼ੁਰੂ ਕਰ ਰਹੇ ਆ, ਆਨੀ ਬਹਾਨੀ ਦੱਸ ਵੀ ਰਹੇ ਆ ਕੁਛ ਗੱਲਾਂ, ਤਾਂ ਕਿ ਉਹ ਸੰਗਤ ਤਿਆਰ ਹੋ ਸਕੇ ਜਿਹੜੀ ਪ੍ਰੈਕਟੀਕਲ ਕਰੇ ਆਪਣੇ ਆਪੇ 'ਤੇ। ਜਿਹੜਾ ਬੰਦਾ ਵੀ ਗੁਰਦੁਆਰਾ ਸਾਹਿਬ ਤੋਂ ਦੂਰ ਫਿਰਦਾ, ਗੁਰੂ ਨਾਨਕ ਦੇ ਘਰ ਤੋਂ ਦੂਰ ਫਿਰਦਾ, ਜਿੱਦੇ ਤੋਂ ਉਹ ਆ ਗਿਆ ਉਹਨੂੰ ਪਤਾ ਲੱਗੇ ਕਿ ਮੇਰੀ ਜ਼ਿੰਦਗੀ ਬਦਲ ਕਿੰਨੀ ਗਈ, ਮੇਰੇ ਘਰ 'ਚ ਹਾਲਾਤ ਬਦਲ ਕਿੰਨੇ ਗਏ, ਉਹ ਸਾਰੀ ਗੱਲ ਸਮਝ ਆਵੇ। ਜੇ 20-20 ਸਾਲ ਵੀ ਉਹੀ ਕ੍ਰੋਧ ਰਹਿਣਾ, ਪਾਠ ਪੂਜਾ ਕਰਦਿਆਂ ਨੂੰ ਵੀ ਇੰਨਾ ਚਿਰ ਹੋ ਗਿਆ, ਗੁਰੂ ਘਰ ਜਾਂਦਿਆਂ ਨੂੰ ਵੀ ਇੰਨਾ ਚਿਰ ਹੋ ਗਿਆ, ਜੀਵਨ 'ਚ ਕੋਈ ਸੁਧਾਰ ਹੀ ਨਹੀਂ ਆਇਆ, ਜਾਤ ਦਾ ਭਮਾਨ ਹੀ ਚੱਕੀ ਫਿਰਨਾ ਹੈ, ਕ੍ਰੋਧ 'ਚ ਹੀ ਰਹਿਣਾ ਹੈ, ਫਿਰ ਤਾਂ ਸਮਝ ਲਓ ਵੀ ਉਹ ਸੂਤਰ ਸਮਝ ਆਏ ਨਹੀਂ ਜਿਹੜੇ ਠੰਡਾ ਠਾਰ ਕਰ ਦਿੰਦੇ ਆ, ਜਿਹੜੇ ਸੀਨਾ ਠਾਰ ਦਿੰਦੇ ਆ, ਜਿਹੜੇ ਇੱਕ ਆਤਮਿਕ ਅਡੋਲਤਾ ਬਖਸ਼ਿਸ਼ ਕਰਦੇ ਆ। ਅੱਜ ਕਿਰਪਾ ਕੀਤੀ ਹੈ ਸਤਿਗੁਰਾਂ ਨੇ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੋਠ ਰਾਗ ਦੇ ਵਿੱਚ ਕੀ ਫਰਮਾਉਂਦੇ ਆ, ਗੁਰੂ ਰਾਮਦਾਸ ਸਾਹਿਬ ਦੇ ਦਰ ਤੋਂ ਸਾਨੂੰ ਅੱਜ ਕੀ ਹੁਕਮ ਆਇਆ, ਉਹ ਸਾਂਝ ਪਾਈਏ। ਸੋਰਠ ਮਹੱਲਾ ਪਹਿਲਾ ਚੌਤੁਕੇ। माए बाप को बेटा नीका, ससुराय चतर जवाई, बाल कन्या को बाप प्यारा, भाई को अत भाई। ਜਿਹੜੇ ਸੰਸਾਰ 'ਚ ਅਸੀਂ ਰਹਿੰਦੇ ਹਾਂ, ਜਿਹੜੇ ਸਮਾਜ 'ਚ ਰਹਿੰਦੇ ਹਾਂ, ਤਕਰੀਬਨ ਗੁਰੂ ਸਾਹਿਬ ਨੇ ਉਸੇ ਦੀ ਗੱਲ ਵੱਧ ਕੀਤੀ ਆ, ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਹੈ, ਅਤੇ ਜੋ ਅਟੱਲ ਸੱਚਾਈਆਂ ਨੇ ਉਹ ਸਾਡੇ ਸਾਹਮਣੇ ਪ੍ਰਗਟ ਕੀਤੀਆਂ। ਜਿਵੇਂ ਇਹ ਇੱਕ ਸੱਚ ਹੈ ਕੌੜਾ ਦੁਨੀਆ ਦਾ, ਕਿ ਅਸੀਂ ਸਾਰੇ ਹੀ ਇਸ ਦਾ ਅਨੁਭਵ ਕਰ ਰਹੇ ਹਾਂ, ਤਾਂ ਹੀ ਸਾਨੂੰ ਸਮਝ ਵੀ ਪੈਂਦੀ ਹੈ ਕਿ ਮਾਏ ਬਾਪ ਕੋ ਬੇਟਾ ਨੀਕਾ। ਨੀਕਾ ਹੁੰਦਾ ਚੰਗਾ, ਪਿਆਰਾ ਲੱਗਣਾ। ਹਰ ਇੱਕ ਮਾਂ ਬਾਪ ਨੂੰ ਆਪਣਾ ਬੇਟਾ ਪਿਆਰਾ ਲੱਗਦਾ, ਚੰਗਾ ਲੱਗਦਾ। ਕਿਉਂ? ਕਿਉਂਕਿ ਕਰਤੇ ਪੁਰਖ ਨੇ, ਅਕਾਲ ਪੁਰਖ ਵਾਹਿਗੁਰੂ ਨੇ ਇੱਕ ਜੋੜੇ ਨੂੰ ਆਸ਼ੀਰਵਾਦ ਦਿੱਤਾ, ਉਹਨਾਂ ਦੀ ਚੋਣ ਕੀਤੀ, ਉਹਨਾਂ ਦੀ ਚੋਣ ਕਰਕੇ ਆਪ ਖੁਦ ਫੈਸਲਾ ਲਿਆ ਕਿ ਮੈਂ ਇਹਨਾਂ ਦੇ ਘਰ ਜਾਵਾਂ। ਉਹ ਬੇਟੇ ਜਾਂ ਬੇਟੀ ਦੇ ਰੂਪ 'ਚ ਸਾਡੇ ਘਰੇ ਪ੍ਰਗਟ ਹੁੰਦਾ। ਗੁਰਪ੍ਰਸਾਦ ਵਾਪਰਦਾ ਤਾਂ ਘਰੇ ਬੱਚਾ ਆਉਂਦਾ, ਐਵੇਂ ਬੱਚੇ ਨਹੀਂ ਮਿਲਦੇ, ਨਾ ਐਵੇਂ ਬੱਚੇ ਹੁੰਦੇ ਆ। ਬੜੀ ਦੁਨੀਆ ਤੜਫਦੀ ਫਿਰਦੀ ਆ,
ਅੱਜ ਤਾਂ ਬਹੁਤ ਤਰ੍ਹਾਂ ਦੀਆਂ ਤਕਨੀਕਾਂ ਆ ਗਈਆਂ, ਬਹੁਤ ਲੋਕ ਚਾਹੁੰਦੇ ਆ, ਪਰ ਉਧਰੋਂ ਇਸ਼ਾਰਾ ਹੋਏ ਬਿਨਾ ਜੋ ਅਸਲੀਅਤ ਦੇ ਵਿੱਚ ਆਉਣਾ ਉਹਨੇ ਮਾਲਕ ਨੇ, ਕਈ ਵਾਰ ਉਹ ਨਹੀਂ ਆਉਂਦਾ। ਤੇ ਜਦੋਂ ਆ ਜਾਂਦਾ ਨਾ, ਇਹ ਮਾਂ ਨੂੰ ਹੀ ਪਤਾ ਹੁੰਦਾ। ਠੀਕ ਆ, ਅੱਜ ਦਾ ਯੁੱਗ ਐਸਾ ਆ ਗਿਆ ਕਿ ਜੋ ਪ੍ਰਸਵ ਪੀੜਾ ਹੋਣੀਆਂ ਚਾਹੀਦੀਆਂ ਜਾਂ ਹੁੰਦੀਆਂ ਸੀ, ਉਹ ਅੱਜ ਨਹੀਂ ਹੋਣ ਦਿੱਤੀਆਂ ਜਾਂਦੀਆਂ, ਤੇ ਉਹਦੇ ਰਿਜ਼ਲਟ ਵੀ ਸਾਡੇ ਸਾਹਮਣੇ ਆ। ਇਹ ਮਨੋਵਿਗਿਆਨ ਕਹਿੰਦਾ ਕਿ ਮਾਂ ਜਦੋਂ ਉਸ ਦਰਦ ਦੇ ਵਿੱਚ ਦੀ ਗੁਜ਼ਰਦੀ ਆ, ਜੋ ਪ੍ਰਸਵ ਪੀੜਾ ਉਹਦੇ ਅੰਦਰ ਕਣ ਕਣ ਦੇ ਵਿੱਚ ਉੱਠਦੀਆਂ, ਉਹਨਾਂ ਦੇ ਵਿੱਚੋਂ ਹੀ ਇੱਕ ਬਿਰਹਾ ਦੀ ਤਰੰਗ, ਇੱਕ ਪਿਆਰ ਦੀ ਲਹਿਰ, ਇੱਕ ਪਰਿਪੱਕਤਾ ਦੀ ਲਹਿਰ ਉਹ ਬੱਚੇ ਦੇ ਕੋਲ ਵੀ ਪਹੁੰਚਦੀ ਆ। ਉਹਦੀ ਨਾਭੀ ਕੇਂਦਰ ਰਾਹੀਂ, ਉਹ ਨਾੜੂਏ ਰਾਹੀਂ ਜੁੜਿਆ ਹੁੰਦਾ। ਇੰਨਾ ਲਗਾਓ ਮਹਿਸੂਸ ਹੁੰਦਾ ਉਹ ਬੱਚੇ ਨੂੰ, ਕਿਉਂਕਿ ਮਾਂ ਆਪਣਾ ਜੀਵਨ ਖਤਮ ਕਰਕੇ ਕਰੀ ਬਿਲਕੁਲ ਮੌਤ ਦੇ ਮੂੰਹ 'ਚੋਂ ਮੁੜਦੀ ਆ, ਫਿਰ ਜਾ ਕੇ ਕਿਤੇ ਬੱਚਾ ਮਿਲਦਾ, ਅਤੇ ਉਹਦੇ ਨਾਲ ਪਿਆਰ ਵੀ ਓਨਾ ਗੂੜਾ ਪੈਂਦਾ। ਪਰ ਅੱਜ ਤਕਨੀਕਾਂ ਕਰਕੇ ਉਹ ਦਰਦ ਹੋਣ ਹੀ ਨਹੀਂ ਦਿੱਤਾ ਜਾ ਰਿਹਾ, ਅਤੇ ਜਾਂ ਉਹ ਦਿਨ ਵੀ ਨਹੀਂ ਨੇੜੇ ਆਏ ਹੁੰਦੇ, 5-7 ਦਿਨ ਪਹਿਲਾਂ ਹੀ ਆਪਰੇਸ਼ਨ ਕਰਕੇ ਪਾਸੇ, ਅਤੇ ਉਹ ਬਹੁਤ ਕੁਛ ਚਲੋ ਹੋ ਹੀ ਜਾਂਦਾ। ਆਪਾਂ ਗੁਰਬਾਣੀ ਦੇ ਹਿਸਾਬ ਨਾਲ ਦੇਖੀਏ ਕਿ ਇਹ ਕਿਉਂ ਪਿਆਰਾ, ਕਿ ਇੱਕ ਨਵਾਂ ਜੀਵਨ, ਇੱਕ ਸਿਰਜਣਾ, ਦੋਨੋਂ ਮਾਤਾ ਪਿਤਾ ਜਿਹੜਾ ਕਾਲ ਪੁਰਖ ਦਾ ਕਰਤੇ ਵਾਲਾ ਸਰੂਪ ਆ, ਕ੍ਰੀਏਟਰ ਵਾਲਾ ਸਰੂਪ ਹੈ, ਉਹਦੇ ਅਸੀਂ ਹਿੱਸਾ ਬਣਦੇ ਹਾਂ। ਉਦੋਂ ਅਸੀਂ ਕਰਤੇ ਵਾਲੀ ਫੀਲਿੰਗ ਆਉਂਦੀ ਹੈ ਸਾਨੂੰ। ਬਾਪ ਸਾਤੀ ਚੌੜੀ ਕਰਕੇ ਕਹਿੰਦਾ ਮੇਰੀ ਬੇਟੀ, ਮੇਰਾ ਬੇਟਾ, ਮੇਰਾ, ਬੜਾ ਪਿਆਰ ਆਉਂਦਾ। ਫਿਰ ਬੜੀ ਇੱਕ ਲਹਿਰ, ਇੱਕ ਗੁਲਜ਼ਾਰ ਘਰ 'ਚ ਖਿੜ ਜਾਂਦੀ ਹੈ, ਸਭ ਨੂੰ ਵਧਾਈਆਂ ਮਿਲਦੀਆਂ। ਮਾਏ ਬਾਪ ਕੋ ਬੇਟਾ ਨੀਕਾ, ਸਸੁਰਾ ਚਤਰ ਜਵਾਈ। ਕਹਿੰਦੇ ਸਹੁਰੇ ਨੂੰ ਚਤਰ ਜਵਾਈ ਬੜਾ ਸਿਆਣਾ ਲੱਗਦਾ। ਚਤਰ ਹੁੰਦਾ ਸਿਆਣਾ। ਦੇਖੋ ਚਤਰ ਲਫ਼ਜ਼ ਅੱਜ ਤਾਂ ਆਪਾਂ ਥੋੜ੍ਹਾ ਜਿਹਾ ਹੋਰ ਤਾਂ ਗੱਲਾਂ 'ਚ ਵੀ ਵਰਤ ਲੈਂਦੇ ਹਾਂ, ਪਰ ਚਤਰ ਜੋ ਗੁਰਬਾਣੀ 'ਚ ਲਿਖਿਆ ਉਹ ਇੱਕ ਸਿਆਣੇ ਸੁਲਝੇ ਹੋਏ ਇਨਸਾਨ ਲਈ ਲਿਖਿਆ ਹੋਇਆ। ਮਾਏ ਬਾਪ ਕੋ ਬੇਟਾ ਨੀਕਾ, ਸਸੁਰਾ ਚਤਰ ਜਵਾਈ। ਸਹੁਰੇ ਨੂੰ ਆਪਣਾ ਜਵਾਈ ਪੁੱਤਾਂ ਤੋਂ ਵੀ ਵੱਧ ਪਿਆਰਾ ਹੁੰਦਾ, ਕਿਉਂਕਿ ਉਹਦੇ ਦਿਲ ਦਾ ਟੁਕੜਾ ਉਹਦੀ ਧੀ ਆ। ਉਸ ਟੁਕੜੇ ਦੇ ਰਾਹੀਂ ਜਵਾਈ ਜੁੜਿਆ ਹੁੰਦਾ ਤਾਂ ਸਹੁਰੇ ਨੂੰ ਬੜਾ ਪਿਆਰਾ ਲੱਗਦਾ। ਗੁਰੂ ਸਾਹਿਬ ਉਹ ਸੀਨ ਨੂੰ ਚਿਤਰ ਰਹੇ ਆ, ਜੋ ਸਮਾਜ ਦੇ ਵਿੱਚ ਇੱਕ ਵਰਤਾਰਾ ਉਸ ਟਾਈਮ ਦਾ ਚੱਲ ਰਿਹਾ, ਜੋ ਸਾਡੇ ਨਾਲ ਘਟਨਾਵਾਂ ਘਟ ਰਹੀਆਂ, ਉਹਦੀ ਸਾਂਝ ਪਾ ਰਹੇ ਆ, ਅਤੇ ਇਹਦੇ ਵਿੱਚ ਹੀ ਨਾਲ ਅਧਿਆਤਮਕ ਦਾ ਉਪਦੇਸ਼ ਦੇਣਗੇ ਕਿ ਅਸਲੀਅਤ ਕੀ ਆ, ਗੱਲ ਫਿਰ ਕੀ ਆ। ਬਾਲ ਕੰਨਿਆ ਕਉ ਬਾਪ ਪਿਆਰਾ, ਭਾਈ ਕਉ ਅਤ ਭਾਈ। ਇਹ ਵਿਗਿਆਨਕ ਸੱਚ ਹੈ ਕਿ ਜਿਹੜੀ ਕੰਨਿਆ ਹੁੰਦੀ ਹੈ ਉਹਨੂੰ ਆਪਣਾ ਬਾਪ ਦੁਨੀਆ ਦੇ ਸਭ ਲੋਕਾਂ ਤੋਂ ਪਿਆਰਾ ਲੱਗਦਾ। ਇੱਕ ਧੀ ਨੂੰ ਜੇ ਉਹਨੂੰ ਪੁੱਛਣਾ ਹੋਵੇ ਤੇਰੇ ਲਈ ਹੀਰੋ ਕੌਣ ਆ, ਸਭ ਤੋਂ ਪਿਆਰਾ ਕੌਣ ਆ, ਤਕਰੀਬਨ ਧੀ ਆਪਦੇ ਬਾਪ ਦਾ ਨਾਂ ਹੀ ਲੈਂਦੀ ਆ, ਅਤੇ ਜਾਂ ਆਪਦੇ ਬਾਪ ਨੂੰ ਹੀ ਚਾਹੁੰਦੀ ਹੈ ਦਿਲੋਂ। ਬਾਲ ਕੰਨਿਆ ਕਉ ਬਾਪ ਪਿਆਰਾ, ਭਾਈ ਕਉ ਅਤ ਭਾਈ। ਧੀ ਨੂੰ ਬਾਪੂ ਪਿਆਰਾ ਹੁੰਦਾ, ਭਾਈ ਨੂੰ ਭਾਈ ਬਹੁਤ ਪਿਆਰਾ ਲੱਗਦਾ। ਮਾਂ ਜਾਇਆ, ਭਰਾ ਵੀਰ, ਇਹ ਸੰਸਾਰ ਦਾ ਨਿਯਮ ਹੈ ਜਿਹੜਾ ਚੱਲ ਰਿਹਾ। ਹੁਕਮ ਭਇਆ ਬਾਹਰ ਘਰ ਛੋੜਿਆ, ਖੇਲ ਮੈਂ ਭਈ ਪਰਾਈ। ਫਿਰ ਰਿਸ਼ਤਿਆਂ ਦੇ ਵਿੱਚ ਜਦੋਂ ਉਹਦਾ ਹੁਕਮ ਆ ਜਾਂਦਾ, ਇੱਕ ਬਾਲ ਕੰਨਿਆ ਜਿਹੜੀ, ਉਹ ਹੁਕਮ ਦੇ ਤਹਿਤ ਜੋ ਸਮਾਜ ਦੀ ਸਿਰਜਣਾ ਹੈ, ਇੱਕ ਦਿਨ ਪਰਾਈ ਹੋ ਜਾਂਦੀ ਹੈ। ਪਿਆਰੇ ਬਾਪੂ ਨੂੰ ਛੱਡ ਕੇ ਕਿਸੇ ਹੋਰ ਘਰ ਦਾ ਗਹਿਣਾ ਬਣ ਜਾਂਦੀ ਹੈ। ਭਾਈ ਕਈ ਵਾਰੀ ਸਮਾਜਿਕ ਕਿੱਤਿਆਂ ਦਾ ਕਰਕੇ ਉਸ ਘਰ ਨੂੰ ਛੱਡ ਕੇ ਦੂਰ ਚਲਿਆ ਜਾਂਦਾ। ਅੱਜ ਤਾਂ ਦੇਸ਼ ਵਿਦੇਸ਼ ਵੀ ਚਲਿਆ ਜਾਂਦਾ, ਉਦੋਂ ਹੋਰ ਸ਼ਹਿਰਾਂ 'ਚ ਚਲੇ ਜਾਂਦੇ ਸੀਗੇ, ਹੈ ਨਾ। ਤਾਂ ਸਤਿਗੁਰੂ ਕੀ ਕਹਿੰਦੇ ਆ, ਹੁਕਮ ਭਇਆ ਬਾਹਰ ਘਰ ਛੋੜਿਆ, ਖਿਣ ਮਹਿ ਭਈ ਪਰਾਈ। ਅਤੇ ਉਹਦੇ ਹੁਕਮ ਸਦਕਾ ਜੋ ਵਰਤਾਰਾ ਵਰਤ ਰਿਹਾ, ਜੋ ਚੱਲ ਰਿਹਾ, ਉਹਨੇ ਉਹ ਘਰ ਇੱਕ ਦਿਨ ਛੱਡਤਾ। ਖਿਣ ਦੇ ਵਿੱਚ ਉਹ ਬਾਲ ਕੰਨਿਆ ਪਰਾਈ ਹੋ ਗਈ। ਅੱਗੇ ਹੁਣ ਸਮਾਜ ਦੇ ਵਿੱਚ ਰਹਿੰਦਿਆਂ ਹੋਇਆਂ, ਇਸ ਦੁਨੀਆ 'ਚ ਰਹਿੰਦਿਆਂ ਕੀ ਕੀ ਸਾਡੇ ਨਾਲ ਵਾਪਰਦਾ, ਅਤੇ ਅਸੀਂ ਕੀ ਕੀ ਕਰਦੇ ਹਾਂ, ਅਤੇ ਕੀ ਸਤਿਗੁਰੂ ਸਾਨੂੰ ਕਹਿੰਦੇ ਆ। ਸਤਿਗੁਰੂ ਕਹਿੰਦੇ ਨਾਮ ਦਾਨ ਇਸ਼ਨਾਨ ਨਾ ਮਨਮੁਖ, ਤਿਤ ਤਨ ਧੂੜ ਧਮਾਈ। ਕਹਿੰਦੇ
ਕੁਛ ਲੋਕਾਂ ਦਾ ਵਰਤਾਰਾ, ਜ਼ਿੰਦਗੀ ਜਿਉਣ ਦਾ ਢੰਗ ਐਸਾ ਹੁੰਦਾ ਕਿ ਨਾ ਤਾਂ ਉਹ ਨਾਮ ਜਪਦੇ ਆ, ਕਿਉਂਕਿ ਪਹਿਲਾਂ ਤਾਂ ਸਾਨੂੰ ਨਾਮ ਪਤਾ ਕਰਨਾ ਪੈਂਦਾ, ਨਾਮ ਲੈਣਾ ਪੈਂਦਾ, ਨਾਮ ਨੂੰ ਧਿਆਉਣਾ ਪੈਂਦਾ। ਤੇ ਗੁਰੂ ਨਾਨਕ ਨੇ ਐਲਾਨੀਆਂ ਸਾਨੂੰ ਦਿੱਤਾ ਹੋਇਆ ਨਾਮ ਹੈ ਕਿ ਇੱਕ ਓੰਕਾਰ ਸਤਨਾਮ। ਇਹ ਅਟੱਲ ਨਿਯਮ ਹੈ ਦੁਨੀਆ ਦਾ ਕਿ ਓਂਕਾਰ ਦੀ ਧੁਨੀ ਤੋਂ ਹੀ ਸਾਰੀ ਸਿਰਜਣਾ ਹੋਈ ਹੈ। ਅੱਜ ਵਿਗਿਆਨ ਵੀ ਕਹਿੰਦਾ ਕਿ ਬਿਗ ਬੈਂਗ ਦੀ ਜਿਹੜੀ ਥਿਉਰੀ ਆ, ਉੱਥੇ ਜਿਹੜੀ ਐਂਡ ਤੇ ਸਾਨੂੰ ਡਾਰਕ એનર્ਜੀ ਦਿਸੀ ਹੈ, ਡਾਰਕ એનર્ਜੀ ਮਿਲੀ ਹੈ, ਉਹਦੀ ਜਿਹੜੀ ਧਨਾਤਮਕ ਧੁਨੀ ਆ ਜਿਹੜੀ ਦਿਸ ਰਹੀ ਬ੍ਰਹਮੰਡ ਦੇ ਵਿੱਚ, ਰਿਕਾਰਡ ਕੀਤੀ ਹੈ ਵਿਗਿਆਨ ਨੇ, ਆਇਨਸਟੀਨ ਨੇ, ਤੇ ਬਹੁਤ ਮਿਹਨਤ ਕੀਤੀ ਹੈ। ਉਹ ਕਹਿੰਦੇ ਇੱਕ ਤਰ੍ਹਾਂ ਓਂਕਾਰ ਦੀ ਧੁਨੀ ਆ, ਹਰ ਵੇਲੇ ਇੱਕ ਓਂਕਾਰ ਜਿਵੇਂ ਕੋਈ ਗੂੰਜ ਰਿਹਾ ਹੁੰਦਾ, ਇਸ ਤਰ੍ਹਾਂ ਦੀ ਉਹਦੀ ਧੁਨੀ ਆ। ਉਹ ਧੁਨੀ, ਉਹ ਜਿਹੜੀ ਸਿਰਜਣਾ ਹੈ, ਕਰਤੇ ਪੁਰਖ ਦਾ ਇੱਕ ਰੂਪ ਹੈ, ਉਹ ਰੂਪ ਨੂੰ ਸਤਿਗੁਰੂ ਨਾਨਕ ਨੇ ਦੱਸਿਆ ਕਿ ਉਹੀ ਕਣ ਕਣ ਦੇ ਵਿੱਚ ਰਮਿਆ ਹੋਇਆ, ਕਣ ਕਣ ਦੇ ਵਿੱਚ ਸਮਾਇਆ ਹੋਇਆ, ਉਹੀ ਇੱਕ ਓਂਕਾਰ ਸਤਨਾਮ ਸੱਚਾ ਨਾਮ ਹੈ, ਜਿਹ ਤੋਂ ਅਸੀਂ ਸਾਰੀ ਦੁਨੀਆ ਪ੍ਰਗਟ ਹੁੰਦੇ ਹਾਂ। ਤੇ ਅਸੀਂ ਇੱਕ ਦਿਨ ਉਹਦੇ ਵਿੱਚ ਹੀ ਸਮਾ ਜਾਣਾ, ਤੇ ਅਸੀਂ ਉਹਦੇ ਵਿੱਚ ਸਮਾਉਣ ਖਾਤਰ ਜਾਂ ਉਹਨੂੰ ਜਿਉਂਦੇ ਜੀ ਜਾਣਨ ਖਾਤਰ ਨਾਮ ਲੈਂਦੇ ਹਾਂ, ਦਾਨ ਕਰਦੇ ਹਾਂ। ਦਾਨ ਜ਼ਿੰਦਗੀ ਦਾ ਇੱਕ ਸਭ ਤੋਂ ਵੱਡਾ ਹਿੱਸਾ ਪਿਆਰਿਓ ਜਿਹੜਾ ਘਟਦਾ ਜਾ ਰਿਹਾ, ਤੇ ਜੇ ਦਾਨ ਕੋਈ ਕਰ ਵੀ ਰਿਹਾ, ਤਕਰੀਬਨ ਬਹੁਤੇ ਦਾਨ ਆ ਜਿਹੜੇ ਹਉਮੈ ਤੋਂ ਪ੍ਰੇਰਿਤ ਦਾਨ ਹੈ, ਕਿਸੇ ਨੂੰ ਇਹ ਦਿਖਾਉਣ ਖਾਤਰ ਕਿ ਸਾਡੇ ਕੋਲੇ ਕੀ ਕੁਛ ਹੈ, ਉਹ ਵੀ ਦਾਨ ਕੀਤਾ ਜਾਂਦਾ। ਉਹ ਦਾਨ ਗੁਰਬਾਣੀ ਦੇ ਹਿਸਾਬ ਨਾਲ ਲੇਖੇ ਨਹੀਂ ਲੱਗਦਾ। ਜਿਹੜਾ ਦਾਨ ਹਉਮੈ ਦਾ ਪ੍ਰਗਟਾਵਾ ਕਰਦਾ ਹੈ, ਗੁਰਬਾਣੀ ਹਉਮੈ ਤੋਂ ਰਹਿਤ ਹੋਣ ਨੂੰ ਕਹਿੰਦੀ ਹੈ, ਤੇ ਉਹ ਹਉਮੈ ਨੂੰ ਹੋਰ ਵਧਾ ਦਿੰਦਾ, ਉਹ ਦਾਨ ਨਹੀਂ ਹੁੰਦਾ। ਉਹ ਆਪਣੀ ਐਡਵਰਟਾਈਜ਼ਮੈਂਟ ਕਰਨ ਲਈ ਇੱਕ ਤਰੀਕਾ ਵਰਤਿਆ ਜਾਂਦਾ। ਇਹੀ ਕਾਰਨ ਹੈ ਕਿ ਦਾਨ ਵੀ ਲੋਕ ਉਹਨਾਂ ਥਾਵਾਂ 'ਤੇ ਜਾਂਦੇ ਆ ਜਿਹੜੀਆਂ ਪ੍ਰਸਿੱਧ ਥਾਵਾਂ, ਜਿੱਥੋਂ ਕੁਛ ਪਤਾ ਲੱਗੇ ਦੁਨੀਆ ਨੂੰ। ਬੜੇ ਚੱਕਰ ਪੈਂਦੇ ਆ, ਆਪਣੇ ਹੁਣ ਵੀ ਪਏ ਵੇ ਦੁਨੀਆ 'ਚ, ਕਿ ਕਰੋੜਾਂ ਦੀਆਂ ਚਾਨਣੀਆਂ, ਕਰੋੜਾਂ ਦੀਆਂ ਕਿਰਪਾਨਾਂ, ਜੇ ਉਹ ਚੱਲ ਰਿਹਾ। ਉਹ ਕਰਦੇ ਕਿਉਂ ਆ? ਕਿਉਂਕਿ ਪਤਾ ਲੱਗੇ ਦੁਨੀਆ 'ਚ ਅਸੀਂ ਵੀ ਕੋਈ ਹੈਗੇ ਆ। ਉਹ ਦਾਨ ਨਹੀਂ ਹੈਗਾ। ਪਰ ਦਾਨ ਦੀ ਪ੍ਰਵਿਰਤੀ, ਸਤਿਗੁਰੂ ਕਹਿੰਦੇ ਨਾਮ ਦਾਨ ਇਸ਼ਨਾਨ। ਤੁਹਾਡੇ ਅੰਦਰ ਦੇਣ ਦਾ ਜਿਹੜਾ ਭਾਵ ਆ, ਜੋ ਤੁਹਾਡੇ ਕੋਲ ਆ, ਉਹ ਗਿਆਨ ਵੀ ਹੋ ਸਕਦਾ, ਉਹ ਮਦਦ ਲਈ ਵਧਾਇਆ ਹੱਥ ਵੀ ਹੋ ਸਕਦਾ, ਉਹ ਚਾਰ ਬੋਲ ਵੀ ਮਿੱਠੇ ਹੋ ਸਕਦੇ ਆ, ਉਹ ਤੁਹਾਡੀ ਮੁਸਕਰਾਹਟ ਵੀ ਹੋ ਸਕਦੀ ਹੈ ਕਿਸੇ ਨੂੰ ਭੇਜੀ ਕਿ ਉਹਨੂੰ ਜੀਵਨ ਦਾਨ ਬਖਸ਼ਿਸ਼ ਕਰ ਜੇ ਕਿ ਮੈਨੂੰ ਵੀ ਕੋਈ ਚਾਹੁੰਦਾ। ਇਹ ਜਿਹੜਾ ਦਾਨ ਆ ਨਾ, ਇਹ ਅੰਦਰੋਂ ਇੱਕ ਭਾਵਨਾ ਹੈ ਕਿ ਜਿਹੜਾ ਜੀਵਨ ਸੰਸਾਰ 'ਚ ਆ ਗਿਆ, ਮੈਂ ਉਹਦੀ ਕਿਵੇਂ ਮਦਦ ਕਰ ਸਕਦਾ। ਜਿੰਨੇ ਜੋਗਾ ਕੋਈ ਹੈਗਾ, ਜਿਵੇਂ ਵੀ ਹੈਗਾ, ਦੂਸਰੇ ਦੀ ਜਿਹੜੀ ਮਦਦ ਕਰਨੀ ਆ ਨਾ, ਜਿਹੜੀ ਗੁਰੂ ਸਾਹਿਬ ਨੇ ਜਿੱਥੇ ਜੇ ਕਿਤੇ ਲਿਖਿਆ ਰਹਿਤਨਾਮੇ 'ਚ ਤਕਰੀਬਨ ਇਹ ਕਿਹਾ ਲੋੜਵੰਦ ਦੀ ਮਦਦ। ਅਸੀਂ ਲੋੜਵੰਦ ਕੱਟ ਕੇ ਗਰੀਬ ਲਫ਼ਜ਼ ਕਰ ਲਿਆ। ਇਸੇ ਕਾਰਨ ਕਈ ਵਾਰੀ ਕਿਸੇ ਨੂੰ ਗਰੀਬ ਨਕਲੀ ਬਣਨਾ ਪੈ ਜਾਂਦਾ ਕਿ ਮਦਦ ਮਿਲੂ ਫੇਰ। ਅਸਲ ਦੇ ਵਿੱਚ ਮਹਾਰਾਜ ਨੇ ਲੋੜਵੰਦ ਲਿਖਿਆ ਕਿ ਲੋੜਵੰਦ ਕੋਈ ਵੀ ਹੋ ਸਕਦਾ, ਕਿਸੇ ਟਾਈਮ ਵੀ ਹੋ ਸਕਦਾ। ਇੱਕ ਬੰਦਾ ਜਿਹੜਾ ਖੁਦ ਲੋਕਾਂ ਲਈ ਲੰਗਰ ਲਾਉਂਦਾ, ਜਿਹੜਾ ਖੁਦ ਘਰੇ ਕਰੋੜਾਂਪਤੀ ਆ, ਉਹ ਕਿਸੇ ਇਹੋ ਜਿਹੀ ਜਗ੍ਹਾ 'ਤੇ ਫਸ ਸਕਦਾ ਜਿੱਥੇ ਸਿਰਫ ਉਹਨੂੰ 2 ਰੋਟੀਆਂ ਦੀ ਲੋੜ ਆ, ਉੱਥੇ ਉਹ ਲੋੜਵੰਦ ਹੈ। ਹੁਣ ਉੱਥੇ ਜੇ ਕੋਈ ਉਹਨੂੰ ਰੋਟੀ ਨਾ ਪੁੱਛੇ ਵੀ ਤਾਂ ਅਮੀਰ ਬੰਦਾ ਹੈ, ਆਪਾਂ ਤਾਂ ਗਰੀਬਾਂ ਦੀ ਮਦਦ ਹੀ ਕਰਨੀ ਹੈ, ਉਹ ਵੀ ਗਲਤ ਆ ਨਾ। ਜਾਣੀ ਦਾਨ ਆ ਜਿਹੜਾ, ਉਹ ਹਰ ਵੇਲੇ ਕੀਤਾ ਜਾਂਦਾ। ਤੁਸੀਂ ਕਿਤੇ ਵੀ ਜਾਂਦੇ ਹੋ, ਤੁਰੇ ਜਾਂਦੇ ਹੀ ਮਦਦ ਕਰ ਸਕਦੇ ਹੋ ਬਹੁਤ। ਕਿਸੇ ਨੂੰ ਫਤਿਹ ਬੁਲਾਤੀ, ਕਿਸੇ ਨੂੰ ਸਤਿ ਸ੍ਰੀ ਅਕਾਲ ਬੁਲਾਤੀ, ਇਹ ਇੱਕ ਸ਼ਬਦਾਂ ਦਾ ਦਾਨ ਹੈ। ਇਹਦੇ ਨਾਲ ਪ੍ਰਫੁੱਲਤਾ ਵੱਧਦੀ ਹੈ। ਨਾਮ ਦਾਨ ਇਸ਼ਨਾਨ, ਫਿਰ ਇਸ਼ਨਾਨ ਆ ਗਿਆ। ਆਪਣੇ ਆਪੇ ਦੀ ਸਫਾਈ, ਅੰਦਰੋਂ ਬਾਹਰੋਂ ਸਫਾਈ। ਇਹ ਕਹਿੰਦੇ ਜਿਹੜਾ ਮਨ ਮੁੱਖ ਆ ਨਾ, ਜਿਹੜਾ ਮਨ ਦੀਆਂ ਚਿਤਵਣੀਆਂ 'ਚ ਹੀ ਉਲਝਿਆ ਰਹਿੰਦਾ, ਮਨ ਦੇ ਮਗਰ ਹੀ ਚੱਲਦਾ, ਉਹ ਨਾ ਗੁਰੂ ਦੀ ਗੱਲ ਸੁਣਦਾ, ਨਾ ਸਾਧੂ ਦੀ ਗੱਲ ਸੁਣਦਾ, ਨਾ ਉਹ ਚੰਗੇ ਲੋਕਾਂ ਦੀ ਗੱਲ ਸੁਣਦਾ, ਨਾ ਚੰਗੇ ਲੋਕਾਂ 'ਚ ਜਾਂਦਾ। ਮਹਾਰਾਜ ਕਹਿੰਦੇ ਨਾਮ ਦਾਨ ਇਸ਼ਨਾਨ ਨਾ ਮਨਮੁਖ, ਤਿਤ ਤਨ ਧੂੜ ਧਮਾਈ। ਉਹਦੇ ਤਾਂ ਤਨ ਦੇ ਉੱਤੇ ਸਮਝ ਲਓ ਉਹਦੀ ਵੀ ਜਿਵੇਂ ਧੂੜੀ ਪਾਈ ਹੁੰਦੀ ਆ, ਖੇਡ ਆਉਂਦਾ ਸਾਰਾ ਦਿਨ। ਉਹ ਗੱਲਾਂ ਨਾਲ ਵੀ ਖੇਡ ਆਉਂਦਾ। ਜਦੋਂ ਬੋਲਣਾ ਉਹਨੇ ਚੁਭਵੀਂ ਗੱਲ ਬੋਲਣੀ ਆ, ਦੂਸਰੇ ਦੇ ਕਾਲਜੇ ਚੀਰ ਹੀ ਪਾ ਦੇਣਾ। ਜਦੋਂ ਕਰਨੀ ਹੈ ਕਿਸੇ ਦੀ ਚੁਗਲੀ ਕਰਨੀ ਹੈ,
ਜਿੱਥੇ ਖੜਨਾ ਜਿੱਥੇ ਬਹਿਣਾ ਉਹਨੇ ਬੁਰਾ ਹੀ ਕਰਨਾ, ਬੁਰਾ ਹੀ ਸੋਚਣਾ। ਮਹਾਰਾਜ ਕਹਿੰਦੇ ਉਹ ਖੇਡ ਆਉਂਦਾ ਫਿਰਦਾ, ਮਿਲਿਆ ਤਾਂ ਜੀਵਨ ਉਹਨੂੰ ਵੀ ਆ, ਉਹਦੇ ਵਿੱਚ ਵੀ ਉਹ ਕਣ ਹੈਗਾ। ਜੇ ਉਸ ਕਣ ਨੂੰ ਜਗਾ ਲੇ, ਜਿਹਨੂੰ ਹਰ ਰਸ ਕਿਹਾ, ਜਿਹਨੂੰ ਰਾਮ ਰਸ ਕਿਹਾ, ਜਿਹਨੂੰ ਨਾਮ ਰਸ ਕਿਹਾ, ਆਤਮ ਰਸ ਜਿਨ ਜਾਣਿਆ ਸੋ ਹੈ ਖਾਲਸ ਦੇਵ। ਖਾਲਸਾ ਮਹਾਰਾਜ ਉਹ ਹੈ ਜਿਹਨੇ ਕਹਿੰਦੇ ਆਤਮਾ ਦੇ ਰਸ ਨੂੰ ਜਾਣ ਲਿਆ। ਪਰ ਕਈ ਵਾਰੀ ਇਕੱਲੇ ਪਹਿਰਾਵੇ ਹੀ ਰਹਿ ਜਾਂਦੇ ਆ, ਇਹ ਚੀਜ਼ ਹੁੰਦੀ ਹੀ ਨਹੀਂ। ਮਨ ਮਾਨਿਆ ਨਾਮ ਸਿਖਾਈ। ਅੱਗੇ ਸਤਿਗੁਰੂ ਕੀ ਕਹਿੰਦੇ ਆ ਕਿ ਜੇ ਮਨ ਮੰਨ ਜਾਵੇ ਕਿਸੇ ਗੱਲ ਨੂੰ, ਸੁਣ ਲਵੇ, ਨਾਮ ਉਹਦੇ ਪੱਲੇ ਪੈ ਜਾਵੇ, ਤਾਂ ਉਹ ਸਿਖਾਈ ਮਾਣੀ ਕਹਿੰਦੇ ਮਿੱਤਰ ਪਿਆਰਾ ਬਣ ਜਾਂਦਾ, ਬੜਾ ਚੰਗਾ ਬਣ ਜਾਂਦਾ। ਮਨ ਮਾਨਿਆ ਨਾਮ ਸਿਖਾਈ। ਕਹਿੰਦੇ ਜਿਹੜੇ ਮਨੁੱਖ ਨੇ ਗੁਰੂ ਦਾ ਉਪਦੇਸ਼ ਸੁਣ ਲਿਆ, ਸੁਣ ਕੇ ਉਹਨੂੰ ਕੋਈ ਲੱਗਿਆ ਕਿ ਕੋਈ ਝੰਡਾਟ ਸਿੜੀ ਅੰਦਰ, ਮਨ ਪਤੀਜ ਗਿਆ, ਕਹਿੰਦੇ ਉਹ ਮਿੱਤਰ ਬਣ ਜਾਂਦਾ ਮਨ ਦਾ, ਉਹਦੇ ਗੱਲ ਪੱਲੇ ਪੈਣੀ ਸ਼ੁਰੂ ਹੋ ਜਾਂਦੀ ਹੈ। ਫਿਰ ਅੱਗੇ ਸਤਿਗੁਰੂ ਕਹਿੰਦੇ ਆ ਪਾਏ ਪਰੋਂ ਗੁਰ ਕੈ ਬਲਿਹਾਰੈ ਜਿਨ ਸਾਚੀ ਬੂਝ ਬੁਝਾਈ ਰਹਾਉ। ਕਹਿੰਦੇ ਮੈਂ ਤਾਂ ਉਸ ਗੁਰੂ ਦੇ ਪੈਰੀ ਪੈਣਾ। ਪਾਏ ਪਰੋਂ ਸਿੱਧੇ ਅਰਥ ਸਾਫ਼ ਹੀ ਦੱਸਿਆ ਹੋਇਆ ਸਾਰਾ ਕੁਛ। ਪਾਏ ਪਰੋਂ ਗੁਰ ਕੈ ਬਲਿਹਾਰੈ ਜਿਨ ਸਾਚੀ ਬੂਝ ਬੁਝਾਈ। ਹੁਣ ਸੱਚੀ ਬੂਝ ਹੈ ਕੀ? ਸੱਚੀ ਬੂਝ ਆ ਜਿਹੜੀ ਉਹ ਕਰਤੇ ਦੇ ਨਿਯਮ ਹੈ। ਇੱਕ ਕਰਤਾ ਪੁਰਖ ਆ ਜਿਹੜਾ, ਇੱਕੋ ਸੁਪਰਮੈਨ ਆ, ਜਿਹੜੀ ਵੱਡੀ ਸ਼ਕਤੀ ਹੈ, ਜਿਹੜਾ ਰੱਬ ਪਰਮਾਤਮਾ, ਉਹਦਾ ਜਿੰਨਾ ਵੀ ਸਿਸਟਮ ਦੁਨੀਆ 'ਚ ਚੱਲਦਾ ਕਿਸੇ ਨਿਯਮਾਂ ਤਹਿਤ ਚੱਲਦਾ। ਅਸੀਂ ਦੇਖਦੇ ਹਾਂ ਨਾ, ਜਿਹੜਾ ਨਿਯਮਾਂ ਨੂੰ ਸਮਝ ਲੈਂਦਾ ਉਹਦੇ ਨੇੜੇ ਹੋ ਜਾਂਦਾ। ਬੜੇ ਲੋਕ ਇਸ ਤਪੱਸਿਆ 'ਚ ਹੀ ਲੱਗੇ ਹੋਏ ਆ, ਉਹ ਸਾਲ ਪਹਿਲਾਂ ਦੱਸ ਦਿੰਦੇ ਆ ਕਿ ਫਲਾਣੇ ਦਿਨ ਸੂਰਜ ਇੰਨੇ ਵੱਜ ਕੇ ਇੰਨੇ ਮਿੰਟ ਇੰਨੇ ਸਕਿੰਟ 'ਤੇ ਚੜ੍ਹੂਗਾ, ਇੰਨੇ ਵੱਜ ਕੇ ਇੰਨੇ ਮਿੰਟ ਇੰਨੇ ਸਕਿੰਟ 'ਤੇ ਛਿਪ ਜੂਗਾ। ਕੀ ਉਹਨਾਂ ਦੀ ਸਾਂਝ ਹੈ ਕੋਈ? ਉਹ ਕੋਈ ਅੰਤਰਜਾਮੀ ਆ? ਨਹੀਂ। ਇੱਕ ਵਿਦਿਆ, ਉਹਨਾਂ ਨੇ ਇੰਨਾ ਅਧਿਐਨ ਕੀਤਾ ਉਹ ਵਿਦਿਆ ਦਾ ਕਿ ਇੰਨੀ ਸਟੀਕ ਗੱਲ ਕਰਨੀ ਆ ਉਹਨਾਂ ਨੇ, ਦੱਸਣੀ ਆ ਕਿ ਸਾਲ ਦੇ ਫਲਾਣੇ ਮਹੀਨੇ 'ਚ ਇੰਨੇ ਵੱਜ ਕੇ ਇੰਨੇ ਮਿੰਟ 'ਤੇ ਇੰਨੇ ਸਕਿੰਟ 'ਤੇ ਸੂਰਜ ਗ੍ਰਹਿਣ ਲੱਗੂਗਾ। ਕੌਣ ਦੱਸ ਕੇ ਜਾਂਦਾ ਪਹਿਲਾਂ ਵੀ? ਚੰਦਰਮਾ ਗ੍ਰਹਿਣ ਲੱਗੂਗਾ। ਇਹ ਚੀਜ਼ਾਂ ਜਿਹੜੇ ਵੀ ਲੋਕ ਵਿਦਿਆ ਨੂੰ ਜਾਣ ਲੈਂਦੇ ਆ ਉਹਨੂੰ ਵਾਚਦੇ ਰਹਿੰਦੇ ਆ। ਇਹ ਤਪ ਹੈ। ਤੁਸੀਂ ਇੰਗਲਿਸ਼ ਸਿੱਖਣ ਲੱਗ ਜਾਓ, ਤੁਸੀਂ ਇੰਗਲਿਸ਼ 'ਚ ਕਰਨ ਲੱਗ ਜਾਓਗੇ ਗੱਲਾਂ ਬਾਤਾਂ। ਤੁਸੀਂ ਹਿੰਦੀ ਸਿੱਖੋ, ਹਿੰਦੀ 'ਚ। ਇਸੇ ਤਰ੍ਹਾਂ ਬਹੁਤ ਵਿਦਿਆਵਾਂ ਜਿਹੜੀਆਂ ਸਾਡੇ ਰਿਸ਼ੀਆਂ ਮੁਨੀਆਂ ਨੇ ਆਜ਼ਾਦ ਕੀਤੀਆਂ ਪਰਮ ਪਿਤਾ ਨਾਲ ਨੇੜਤਾ ਵਧਾਉਣ ਵਾਸਤੇ, ਉਹਨੂੰ ਜਾਣਨ ਵਾਸਤੇ, ਉਹਦੀਆਂ ਸ਼ਕਤੀਆਂ ਨੂੰ ਸਮਝਣ ਵਾਸਤੇ। ਤੇ ਮਹਾਰਾਜ ਕਹਿੰਦੇ ਮੈਂ ਪਾਏ ਪਰੂੰ ਉਸ ਗੁਰੂ ਕੇ ਗੁਰ ਕੈ ਬਲਿਹਾਰੈ ਜਿਨੀ ਸਾਚੀ ਬੂਝ ਬੁਝਾਈ। ਉਹ ਜਿਹੜਾ ਸੱਚਾ ਨਾਮ ਆ ਨਾ, ਜਿਹੜਾ ਉਹ ਸਤਨਾਮ ਹੈ, ਉਹਦੀ ਜਿਹੜੀ ਬੂਝ ਹੈ ਉਹ ਮੈਨੂੰ ਵੀ ਬੁਝਾਤੀ। ਉਹਦੀ ਘੁੰਡੀ ਕੀ ਆ, ਉਹ ਖੁੱਲ੍ਹਦਾ ਕਿਵੇਂ ਹੈ, ਉਹ ਪੁਆਇੰਟ ਕਿੱਥੇ ਹੈ ਜਿਹਦੇ ਨੱਪੇ ਤੋਂ ਸਟਾਰਟਰ ਚੱਲ ਪੈਂਦਾ। ਜ਼ਿੰਦਗੀ 'ਚ ਲਹਿਰਾਂ ਬਹਿਰਾਂ ਹੋ ਜਾਂਦੀਆਂ, ਜ਼ਿੰਦਗੀ ਰਾਹੇ ਪੈ ਜਾਂਦੀ ਆ। ਹਰ ਵੇਲੇ ਖੁਸ਼ੀਆਂ, ਖੇੜੇ, ਹਾਸੇ, ਸਬਰ, ਸੰਤੋਖ, ਪਿਆਰ, ਇਹ ਸਾਰੇ ਬਟਨ ਹੀ ਆ ਸਾਡੇ ਅੰਦਰ ਹੀ ਆ। ਧੰਨ ਆ ਉਹ ਗੁਰੂ ਮਹਾਰਾਜ ਕਹਿੰਦੇ ਉਹਦੇ ਪੈਰੀਂ ਪੈਂਦੇ ਆ ਜਿਹਨੇ ਬੂਝ ਬੁਝਾਤੀ ਕਿ ਤੁਹਾਨੂੰ ਹੁਲਾਰ ਚਾਹੀਦਾ, ਹੌਸਲਾ ਚਾਹੀਦਾ, ਸੰਤੋਖ ਚਾਹੀਦਾ, ਸਬਰ ਚਾਹੀਦਾ, ਲਗਜ਼ਰੀ ਚਾਹੀਦੀ ਹੈ, ਦੁਨੀਆ ਚਾਹੀਦੀ ਹੈ। ਕੀ ਚਾਹੀਦਾ, ਉਹਨੂੰ ਕਿਵੇਂ ਪਾਈਦਾ, ਕਰਤੇ ਪੁਰਖ ਨਾਲ ਇੱਕ ਮਿੱਕ ਤਾਂ ਕਿਵੇਂ ਕਰੀਦੀ ਆ, ਆਹ ਨਿਯਮ ਆ ਉਹਦੇ। ਇਹ ਬੂਝ ਬੁਝਾਤੀ ਤੇ ਅਸੀਂ ਕਹਿੰਦੇ ਉਹਦਾ ਧੰਨਵਾਦ ਕਰਦੇ ਹਾਂ। ਮੈਂ ਤਾਂ ਗੁਰੂਆਂ ਦੇ ਪੈਰੀਂ ਲੱਗਦਾ, ਗੁਰੂ ਤੋਂ ਸਦਕੇ ਜਾਂਦਾ ਜਿਹਨੇ ਸੱਚੀ ਮੱਤ ਦਿੱਤੀ ਕਿ ਪ੍ਰਮਾਤਮਾ ਅਸਲ ਮਿੱਤਰ ਹੈ। ਤੇ ਹੁਣ ਅਸੀਂ ਇੱਕ ਗੱਲ ਹੀ ਕਹੀ ਜਾਂਦੇ ਕਿ ਗੁਰੂ ਨਾਨਕ ਸਾਹਿਬ ਦਾ ਤਾਂ ਕੋਈ ਗੁਰੂ ਨਹੀਂ ਸੀਗਾ, ਜਾਂ ਗੁਰੂ ਨਾਨਕ ਸਾਹਿਬ ਤਾਂ ਇਹ ਗੱਲ ਕਹਿੰਦੇ ਹੀ ਨਹੀਂ। ਤੇ ਆਹ ਸਾਫ਼ ਦੱਸਦੇ ਆ ਸਤਿਗੁਰੂ ਕਿ ਗੁਰੂ ਬਹੁਤ ਜ਼ਿਆਦਾ ਜ਼ਰੂਰੀ ਆ। ਤੇ ਗੁਰੂ ਨਹੀਂ ਤੁਹਾਨੂੰ ਦੱਸਣਾ, ਉਹ ਸਾਧੂ ਰੂਪ 'ਚ ਹੋ ਸਕਦਾ, ਸੰਤ ਰੂਪ 'ਚ ਹੋ ਸਕਦਾ, ਉਹ ਕਿਸੇ ਰੂਪ 'ਚ ਵੀ ਹੋ ਸਕਦਾ ਜਿਹਨੇ ਤੁਹਾਨੂੰ ਰਾਹੇ ਪਾਉਣਾ। ਜਿਵੇਂ ਕਲਾਸ ਦੇ ਵਿੱਚ ਜਿਹੜਾ ਬੱਚਾ ਸਭ ਤੋਂ ਹੁਸ਼ਿਆਰ ਉਹਨੂੰ ਮੋਨੀਟਰ ਬਣਾ ਦਿੱਤਾ ਜਾਂਦਾ, ਉਹ ਦੂਜਿਆਂ ਦੇ ਕੰਮ ਕਰਾ ਦਿੰਦਾ। ਕਲਾਸ 'ਚੋਂ ਬੱਚੇ ਹੀ ਬੱਚਿਆਂ ਨੂੰ ਸਮਝਾਉਂਦੇ ਆ। ਇਹੀ ਵਿਧਾਨ ਕਲਗੀਧਰ ਪਾਤਸ਼ਾਹ ਨੇ ਕੀਤਾ ਸੀ ਕਿ ਉਹ 5 ਸਿੰਘ ਕੋਈ ਵੀ ਤੁਹਾਡੇ 'ਚ ਹੀ ਹੋਇਆ ਕਰਨਗੇ।
ਜਿਹੜੇ ਖੰਡੇ ਦੀ ਪਹੁਲ ਤਿਆਰ ਕਰਨਗੇ, ਤੁਹਾਨੂੰ ਨਾਮਦਾਨ ਵੀ ਦੇਣਗੇ, ਤੁਹਾਨੂੰ ਸਮਝਾਉਣਗੇ ਵੀ ਉਹ ਗੁਰੂ ਵਾਲੀ ਸਾਰੀ ਕਿਰਿਆ ਨਿਭਾਉਣਗੇ। ਤੇ ਜੇ ਹੁਣ ਅਸੀਂ ਵੀ ਉਹਨੂੰ ਵੈਸੇ ਹੀ ਬਣਾ ਲਿਆ ਤੇ ਕੋਈ ਵੀ ਬਣ ਜਾਂਦਾ, ਜਿਹਨੂੰ ਵਿਚਾਰੇ ਨੂੰ ਖੁਦ ਹਲੇ ਪਤਾ ਨਹੀਂ, ਖੁਦ ਨਹੀਂ ਕੋਈ ਅਧਿਐਨ ਕੀਤਾ, ਉਹ ਵੀ ਬਣ ਜਾਂਦਾ, ਤਾਂ ਉਹਦੇ 'ਚ ਗੁਰੂ ਦਾ ਤਾਂ ਕੋਈ ਦੋਸ਼ ਨਹੀਂ ਨਾ। ਉਹ ਤਾਂ ਅਸੀਂ ਸੰਗਤਾਂ ਨੇ ਦੇਖਣਾ ਹੁੰਦਾ ਕਿ ਇਹਦੀ ਸਾਧਨਾ ਕਿੰਨੀ ਕੁ ਕੀ ਕਰਦਾ। ਉਹ ਸਾਧਨਾ ਵਾਲੇ ਗੁਰਮੁਖਾਂ ਦੀ ਬਹੁਤ ਘਾਟ ਪੈ ਗਈ, ਜਿਹਦਾ ਕਾਰਨ ਕਰਕੇ ਸਾਨੂੰ ਅਸਲ ਜਿਹੜੇ ਸੂਤਰ ਹੈ ਗੁਰਬਾਣੀ 'ਚ, ਜਿਹੜੇ ਨਿਯਮ ਹੈ, ਜਿਹੜੇ ਬੀਜ ਮੰਤਰ ਆ, ਪਤਾ ਹੀ ਨਹੀਂ ਲੱਗ ਰਹੇ। ਉਹ ਡਿਊਟੀ ਪੰਜ ਸਿੰਘਾਂ ਦੀ ਲਾਈ ਸੀ, ਉਹ ਜ਼ਿੰਦਗੀਆਂ ਲਾਉਂਦੇ ਸੀ ਇਸ ਪਾਸੇ, ਅਧਿਐਨ ਕਰਦੇ ਸੀ। ਜਿਹੜੇ ਉਦੋਂ ਵੀ 5 ਪਿਆਰੇ ਬਣੇ, ਉਹ ਕੋਈ ਪਹਿਲੇ ਦਿਨ ਨਹੀਂ ਸੀ ਆਏ, ਬੜੇ ਸਮੇਂ ਤੋਂ ਸਤਿਗੁਰਾਂ ਦੀ ਹਜ਼ੂਰੀ 'ਚ ਆਉਂਦੇ ਸੀ। ਕੋਈ 8ਵੇਂ ਪਾਤਸ਼ਾਹ ਵੇਲੇ ਦੇ ਆਉਂਦੇ ਸੀ ਪਰਿਵਾਰ, ਕੋਈ 7ਵੇਂ ਪਾਤਸ਼ਾਹ ਵੇਲੇ ਦੇ ਆਉਂਦੇ ਸੀ, ਕੋਈ 9ਵੇਂ ਪਾਤਸ਼ਾਹ ਵੇਲੇ ਦੇ ਆਉਂਦੇ ਸੀ। ਬੜੇ ਜੁੜੇ ਹੋਏ, ਗੁਰੂਆਂ ਦੀ ਗੱਲ ਨੂੰ ਸਮਝਣ ਵਾਲੇ, ਕਮਾਉਣ ਵਾਲੇ, ਸਾਰੇ ਉਹ ਲੋਕ ਸੀਗੇ। ਉਹ ਸਤਿਗੁਰੂ ਰਹਿਮਤ ਕਰਨ, ਪੰਥ ਦੇ ਬਾਲੀ ਆਪ ਆ, ਉਹਨਾਂ ਨੇ ਕਰਨਾ ਸਾਰਾ ਕੁਛ। ਜਗ ਸਿਉ ਝੂਠ ਪ੍ਰੀਤ ਮਨ ਬੇਧਿਆ, ਜਨ ਸਿਉ ਬਾਦ ਰਚਾਈ। ਕਹਿੰਦੇ ਫਿਰ ਉਹ ਮਨਮੁਖ ਦਾ ਪਤਾ ਇੱਕ ਸਟਾਈਲ ਕੀ ਹੁੰਦਾ, ਉਹਦਾ ਸਟਾਈਲ ਹੁੰਦਾ, ਕਹਿੰਦੇ ਜੱਗ ਨਾਲ ਤਾਂ ਉਹ ਪ੍ਰੀਤ ਕਰਦਾ ਬਹੁਤ, ਲੋਕਾਂ ਨੂੰ ਬੜਾ ਪ੍ਰੇਮ ਪਿਆਰ ਦਾ ਡਰਾਮਾ ਦਿਖਾਉਂਦਾ, ਮਨ ਨੂੰ ਵਿੰਨ ਲੈਂਦਾ ਉਹਨਾਂ ਦੀਆਂ ਗੱਲਾਂ ਨਾਲ, ਤੇ ਆਪ ਉਹਨਾਂ 'ਚ ਰਚਿਆ ਮਿਚਿਆ ਰਹਿੰਦਾ। ਜਗ ਸਿਉ ਝੂਠ ਪ੍ਰੀਤ ਮਨ ਬੇਧਿਆ, ਜਨ ਸਿਉ ਬਾਦ ਰਚਾਈ। ਜਿੱਥੇ ਹੀ ਉਹਨੂੰ ਕੋਈ ਸਤਪੁਰਸ਼ ਟੱਕਰ ਗਿਆ, ਕੋਈ ਚੰਗਾ ਪੁਰਸ਼ ਟੱਕਰ ਗਿਆ ਜਿਹੜਾ ਕਿਸੇ ਦਾ ਭਲਾ ਕਰਦਾ, ਉਹਦੇ ਨਾਲ ਉਹਨੇ ਬਾਦ ਵਿਵਾਦ ਰਚਾਉਣਾ ਹੀ ਰਚਾਉਣਾ। ਰਚਾਉਣ 'ਚ ਸਮਰੱਥ ਕਿਵੇਂ ਆ ਉਹ ਸਾਡਾ ਕਰਕੇ ਬਈ, ਕਿਉਂਕਿ ਅਸੀਂ ਇਕੱਲੇ ਪਹਿਰਾਵੇ ਨੂੰ ਮਾਨਤਾ ਦਿੱਤੀ ਹੈ, ਤੇ ਪਹਿਰਾਵਾ ਕੋਈ ਵੀ ਪਾ ਸਕਦਾ। ਪਾ ਕੇ ਪਹਿਰਾਵਾ ਗੁਰਮੁਖ ਬਣ ਜਾਂਦਾ, ਗੁਰਮੁਖ ਕਹਾਉਂਦਾ, ਗੁਰਸਿੱਖ ਕਹਾਉਂਦਾ, ਤੇ ਕਰਦਾ ਉਹ ਬਾਦ ਵਿਵਾਦ ਹੀ ਹੈ, ਇਕੱਲੇ ਬਾਦ ਵਿਵਾਦ, ਹੋਰ ਕੁਛ ਨਹੀਂ ਕਰਨੇ। ਜਿੱਥੇ ਸਤਪੁਰਸ਼ ਦਿਸਿਆ, ਕੋਈ ਜਣ ਦਿਸਿਆ, ਕੋਈ ਜੁੜਿਆ ਹੋਇਆ ਦਿਸਿਆ, 4 ਸੰਗਤਾਂ ਉਹਦੇ ਨਾਲ ਜੁੜੀਆਂ ਦੇਖ ਲਈਆਂ, ਕੋਈ ਮੱਥਾ ਟੇਕਦਾ ਦੇਖ ਲਿਆ, ਕੋਈ ਚੀਜ਼ ਲਿਆ ਕੇ ਭੇਟਾ ਕਰਦਾ ਦੇਖ ਲਿਆ, ਬਸ ਫਿਰ ਚੱਲ ਪੈਣਾ, ਫਿਰ ਭੰਡੀ ਪ੍ਰਚਾਰ ਸ਼ੁਰੂ ਹੋ ਜਾਣਾ, ਫਿਰ ਬੜਾ ਕੁਛ ਹੁੰਦਾ। ਮਹਾਰਾਜ ਕਹਿੰਦੇ ਇਹੀ ਚੱਲਦਾ, ਉਦੋਂ ਵੀ ਸੀਗਾ, ਅੱਜ ਵੀ ਹੈਗਾ। ਜਗ ਸਿਉ ਝੂਠ ਪ੍ਰੀਤ ਮਨ ਬੇਧਿਆ, ਜਨ ਸਿਉ ਬਾਦ ਰਚਾਈ। ਕਹਿੰਦੇ ਜਿਹੜਾ ਜਨ ਹੁੰਦਾ, ਜਿਹੜਾ ਜੁੜਿਆ ਹੁੰਦਾ, ਉਹਦੇ ਨਾਲ ਝਗੜਾ, ਲੋਕਾਂ ਨਾਲ ਪ੍ਰੀਤ, ਇਹ ਕੰਮ ਨਹੀਂ ਆਉਂਦੀਆਂ। ਮਾਇਆ ਮਗਨ ਅਹਨਸ ਮਗ ਜੋ ਹੈ, ਨਾਮ ਨਾ ਲੇਵਾ ਮਰੈ ਬਿਖ ਖਾਈ। ਕਹਿੰਦੇ ਉਹ ਫਿਰ ਇਹੋ ਜਿਹੇ ਜੀਵਨ ਵਾਲਾ ਹੁੰਦਾ, ਮਾਇਆ ਦੇ ਵਿੱਚ ਉਹ ਮਗਨ ਰਹਿੰਦਾ, ਉਹ ਸ਼ਕਤੀ ਦੇ ਵਸ ਪਿਆ ਵਾ, ਮਾਇਆ ਦੀਆਂ ਜਿਹੜੀਆਂ ਸਿਸਟਮ ਆ ਉਹਦੇ ਅਧੀਨ ਉਹ ਮਗਨ ਹੋਇਆ ਫਿਰਦਾ, ਦਿਨ ਰਾਤ ਅਹਨਸ ਮਗ ਜੋ ਹੈ, ਉਧਰ ਹੀ ਚੱਲਦਾ ਦਿਨ ਰਾਤ। ਉਹਦੇ ਜੀਜ ਵੀ ਉਹੀ ਚੱਲਦੀਆਂ ਗੱਲਾਂ, ਉਹੀ ਲੜਾਈ ਝਗੜੇ ਕ੍ਰੋਧ, ਬੜਾ ਕੁਛ। ਨਾਮ ਨਾ ਲੇਵੈ ਮਰੈ ਬਿਖ ਖਾਈ। ਕਹਿੰਦੇ ਪਰ ਉਹ ਨਾਮ ਨਹੀਂ ਲੈਂਦਾ, ਨਾਮ ਨੂੰ ਧਿਆਉਂਦਾ ਨਹੀਂ ਹੈ, ਤੇ ਕਹਿੰਦੇ ਫਿਰ ਉਹ ਜੋ ਵੀ ਖਾਂਦਾ ਹੈ, ਹੌਲੀ ਹੌਲੀ ਤੁਹਾਡੇ ਸੁਭਾਅ ਕਾਰਨ ਨਹੀਂ, ਉਹੀ ਤੁਹਾਡਾ ਕੀਤਾ ਹੋਇਆ ਕਾਰਜ, ਤੁਹਾਡੇ ਕੀਤੇ ਮਾੜੇ ਕੰਮ ਜ਼ਹਿਰ ਬਣ ਜਾਂਦੇ ਆ, ਉਹੀ ਤੁਹਾਨੂੰ ਮਾਰ ਦਿੰਦੇ ਆ। ਜਿਵੇਂ ਸਿਆਣੇ ਲੋਕ ਕੁਛ ਬੰਦਿਆਂ ਦੇ ਲੱਛਣ ਦੇਖ ਕੇ ਕਹਿ ਦਿੰਦੇ ਆ ਕਿ ਦੇਂਦੇ ਜਾਇਓ, ਇਹਦੇ ਨਾਲ ਤਾਂ ਆਹ ਹੋਣਾ, ਜਿਵੇਂ ਆ ਫਲਾਣੇ ਦੇ ਲੱਛਣ ਆ ਨਾ, ਤੁਸੀਂ ਦੇਖੋ ਇਹਦੇ ਨਾਲ ਐਂ ਹੋਣੀ ਆ। ਉਹ ਕੋਈ ਅੰਤਰਜਾਮੀ ਨਹੀਂ ਹੈਗੇ, ਉਹਨਾਂ ਨੂੰ ਤਜਰਬਾ ਹੈ, ਉਹਨਾਂ ਨੂੰ ਦੀਂਦਾ ਕਿ ਜਿਹੜੇ ਰਾਹ ਜਾ ਰਿਹਾ, ਇਹ ਰਾਹ ਜਾਂਦਾ ਉੱਥੇ ਆ ਫਲਾਣੇ ਥਾਂ। ਬੱਦਲਵਾਈ ਤੋਂ ਹੀ ਪਤਾ ਲੱਗ ਜਾਂਦਾ, ਜਿਹੜੀ ਦਿਨੇ ਘਬਰਾਹਟ ਹੁੰਦੀ ਹੈ, ਹੁਮਸ ਹੁੰਦੀ ਹੈ, ਉਹ ਤੋਂ ਹੀ ਪਤਾ ਲੱਗ ਜਾਂਦਾ ਕਿ ਕਿਸੇ ਪਾਸੋਂ ਬੱਦਲ ਆਊਗਾ। ਇਹ ਚੀਜ਼ਾਂ ਸਾਡੇ ਨਾਲ ਜੁੜੀਆਂ ਹੋਈਆਂ, ਇਹ ਸਾਰੀਆਂ ਚੀਜ਼ਾਂ ਦਾ ਸਤਿਗੁਰੂ ਸਾਨੂੰ ਅਹਿਸਾਸ ਕਰਾਉਂਦੇ ਆ ਕਿ ਇਹ ਚੀਜ਼ਾਂ ਕਿਵੇਂ ਚੱਲਦੀਆਂ, ਕਿਵੇਂ ਇਹ ਸਿਸਟਮ ਹੈ। ਮਾਇਆ ਮਗਨ ਅਹਨਸ ਮਗ ਜੋ ਹੈ, ਨਾਮ ਨਾ ਲੇਵੈ ਮਰੈ ਬਿਖ ਖਾਈ। ਇਸੇ ਤਰ੍ਹਾਂ ਹੀ ਉਹ ਮਰਦਾ, ਉਹਦੇ ਕੀਤੇ ਮਾੜੇ ਕਾਰਜ ਹੀ ਉਹਦੇ ਲਈ ਜ਼ਹਿਰ ਬਣ ਜਾਂਦੇ ਆ, ਤੇ ਉਹ ਬਹਿ ਜਾਂਦੇ ਆ। ਗੰਧਨ ਬੈਣ ਰਤਾ ਹਿਤਕਾਰੀ, ਸਬਦੈ ਸੁਰਤ ਨਾ ਆਈ। ਉਹ ਕਹਿੰਦੇ ਜਿਹੜਾ ਮਨ ਮੁੱਖਾ ਨਾ, ਮਨ ਦੇ ਚੱਕਰਾਂ 'ਚ ਪਿਆ ਵਾ, ਕਹਿੰਦੇ ਉਹ ਗੰਧਨ ਬੈਣ ਰਤਾ ਹਿਤਕਾਰੀ। ਉਹ ਜਿਹੜੇ ਮਾੜੇ ਬੈਣ ਹੈ, ਜਿਹੜੇ ਕਹਿੰਦੇ ਗੰਦੇ ਬੋਲ ਆ, ਗੰਦੀਆਂ ਗੱਲਾਂ, ਗੰਦੀਆਂ ਗਾਲਾਂ, ਬੋਲਣਾ ਵੀ ਉਹਨੇ ਗੰਦਾ, ਗਾਲਾਂ ਕੱਢਣੀਆਂ, ਗਾਲਾਂ ਸੁਣਨੀਆਂ। ਕਈ ਵਾਰ ਤਾਂ ਇੰਨੇ ਬੇਹੋਸ਼ ਲੋਕਾਂ ਦੇ ਦਰਸ਼ਨ ਹੋ ਜਾਂਦੇ ਆ ਕਿ ਉਹ ਗੱਲ ਗੱਲ 'ਤੇ ਗਾਲ ਦੀ ਵਰਤੋਂ ਕਰਦੇ ਆ,
ਕੋਈ ਉਹਨਾਂ ਨੂੰ ਪਤਾ ਨਹੀਂ ਲੱਗਦਾ ਅਸੀਂ ਕਿਹਦੇ ਪਰਿਵਾਰ 'ਚ ਖੜੇ ਹਾਂ, ਕਿੱਥੇ ਖੜੇ ਹਾਂ, ਜਾਂ ਗੁਰੂ ਘਰ ਖੜੇ ਹਾਂ। ਇੰਨੀ ਬੇਹੋਸ਼ੀ 'ਚ ਉਹ ਚੱਲਦੇ ਆ, ਕਿਉਂਕਿ ਉਹਨਾਂ ਨੇ ਇੰਨਾ ਰਿਪੀਟ ਕਰ ਲਿਆ ਕੁਛ ਸ਼ਬਦਾਂ ਨੂੰ, ਉਹ ਸਿੱਧੇ ਹੀ ਐਂ ਚਰੀ ਵਾਂਗੂ ਵੱਢੀ ਜਾਂਦੇ ਆ, ਅਤੇ ਉਹਨਾਂ ਨੂੰ ਫਿਰ ਐਂ ਨਾ ਕੋਈ ਝੇਪ ਸਮਝ ਵੀ ਨਹੀਂ ਆਉਂਦੀ। ਕਾਰਨ ਮਨਮੁਖਤਾ ਦੀ ਜਿਹੜੀ ਬੇਹੋਸ਼ੀ ਹੈ, ਅਤੇ ਆਪਣੇ ਆਪ ਨੂੰ ਵੱਡਾ ਮੰਨਣ ਦਾ ਜਿਹੜਾ ਚਾਅ ਹੈ। ਕਿਉਂਕਿ ਅੱਜ ਦੇ ਸਮਾਜ ਨੇ ਪੈਰਾਮੀਟਰ ਇੱਕੋ ਹੀ ਰੱਖ ਲਿਆ। ਪਹਿਲਾਂ ਗੁਰੂ ਸਾਹਿਬਾਨਾਂ ਵੇਲੇ ਕੁਛ ਸੀ ਸਿਸਟਮ ਕਿ ਇੱਜ਼ਤ ਵਾਲੇ ਦੀ ਵੀ ਇੱਜ਼ਤ ਹੁੰਦੀ ਸੀ। ਅੱਜ ਦਾ ਜਿਹੜਾ ਹੁਣ ਆਹ ਸਮਾਂ ਚੱਲਦਾ, ਤੁਹਾਡੇ ਕੋਲ ਪੈਸਾ ਹੋਣਾ ਚਾਹੀਦਾ। ਪੈਸਾ ਆਇਆ ਕਿਵੇਂ ਆ, ਕਮਾਇਆ ਕਿਵੇਂ ਆ, ਕਰਿਆ ਤੁਸੀਂ ਕੀ ਆ, ਸਾਹਮਣੇ ਵਾਲਿਆਂ ਨੇ ਕੁਛ ਹੀ ਨਹੀਂ ਲੈਣਾ। ਬਸ ਫਿਰ ਤੁਸੀਂ ਬਾਈ ਜੀ ਹੋ ਸਭ ਦੇ। ਜਿੱਦੇ ਤੁਹਾਡੇ ਕੋਲ ਇੰਨਾ ਕੁ ਆ ਗਿਆ, 4 ਬੰਦਿਆਂ ਨੂੰ ਹੋਰ ਬੁਰਕੀ ਸਿੱਟ ਸਕਦੇ ਹੋ, ਤੁਸੀਂ ਬਾਈ ਜੀ ਹੋ। ਤੁਹਾਡਾ ਮਾਣ ਸਨਮਾਨ ਆ ਉੱਦਾਂ 'ਚ, ਤੁਹਾਨੂੰ ਬਥੇਰੇ ਅਵਾਰਡ ਦੇਣ ਵਾਲੇ ਤੁਰ ਪੈਣਗੇ, ਬਥੇਰੇ ਤੁਹਾਨੂੰ ਸਨਮਾਨ ਕਰਨ ਵਾਲੇ ਟੱਕਣ ਲੱਗ ਜਾਣਗੇ। ਕਾਰਨ ਇਹ ਕਲਯੁਗ ਦੇ ਵਰਤਾਰੇ। ਅਤੇ ਕਰਦੇ ਕੀ ਆ, ਕਹਿੰਦੇ ਗੰਧਨ ਬੈਣ ਰੱਤਾ ਹਿਤਕਾਰੀ। ਹਿੱਤ ਉਹਦਾ ਕਹਿੰਦੇ ਮਾੜੀਆਂ ਗੱਲਾਂ ਸੁਣਨ ਅਤੇ ਮਾੜੀਆਂ ਬੋਲਣ ਨਾਲ ਹੈ, ਸ਼ਬਦ ਹੈ ਸੁਰਤ ਨਾ ਆਈ। ਪਰ ਜਿਹੜਾ ਉਹ ਸ਼ਬਦ ਹੈ ਕਰਤੇ ਦਾ, ਜਿਹੜੀ ਰੱਬ ਦੀ ਲਾਠੀ ਹੈ, ਜਿਹੜਾ ਘੁੰਮਦਾ ਫਿਰਦਾ ਉਹ ਆਵਾਜ਼, ਜਿਹੜਾ ਕਣ ਕਣ ਦੇ ਵਿੱਚ ਸਮਾਇਆ ਹੋਇਆ, ਉਹਦੇ ਕੰਨੀ ਤਾਂ ਕਹਿੰਦੇ ਕਦੇ ਸੁਰਤ ਹੀ ਨਹੀਂ ਗਈ। ਕਦੇ ਜਿਹੜਾ ਸ਼ਬਦ ਗੁਰੂ ਬਖਸ਼ਿਸ਼ ਕਰਦੇ ਆ ਉਹਦੇ ਕੰਨੀ ਵੀ ਸੁਰਤ ਨਹੀਂ ਗਈ। ਜੇ ਅੱਜ ਅਸੀਂ ਕਹੀਏ ਤਾਂ ਜੋ ਸਾਡੇ ਕੋਲ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਹੈ, ਇਹਦੇ ਸ਼ਬਦਾਂ ਕੰਨੀ ਵੀ ਸੁਰਤ ਨਹੀਂ ਜਾਂਦੀ। ਗੁਰੂ ਦੀ ਬਾਣੀ ਕਦੇ ਹੀ ਨਹੀਂ ਪੜ੍ਹੀ, ਕਦੇ ਹੀ ਨਹੀਂ ਸੁਣੀ, ਕਦੇ ਧਿਆਨ ਹੀ ਨਹੀਂ ਗਿਆ ਇੱਧਰ। ਤਾਂ ਫਿਰ ਮਹਾਰਾਜ ਕਹਿੰਦੇ ਰੰਗ ਨਾ ਰਾਤਾ ਰਸ ਨਹੀਂ ਵੇਧਿਆ, ਮਨਮੁਖ ਪਤ ਗਵਾਈ। ਜਿਹੜਾ ਰਾਮ ਰੰਗ ਸੀਗਾ ਨਾ, ਆਤਮ ਰੰਗ ਸੀ, ਜਿਹੜਾ ਆਤਮ ਰੰਗ ਚਲੂਲੜਾ ਸੀ, ਜਿਹੜਾ ਇੱਕ ਖੁਸ਼ੀਆਂ ਦੇ ਖੇੜਿਆਂ ਦੇ ਤੋਹਫੇ ਬਖਸ਼ਿਸ਼ ਕਰਦਾ, ਕਹਿੰਦੇ ਕਦੇ ਉਹਦੇ 'ਤੇ ਉਹ ਜ਼ਿੰਦਗੀ 'ਚ ਰੰਗ ਆਉਂਦਾ ਹੀ ਨਹੀਂ। ਕਿਉਂਕਿ ਹੁਕਮ ਆ ਨਾ ਕਰਤੇ ਦੇ, ਮਨਮੁਖਤਾ ਨਾਲ ਰੰਗ ਨਹੀਂ ਪਾਏ ਜਾ ਸਕਦੇ। ਰੰਗ ਪਾਉਣ ਲਈ ਗੁਰਸਿੱਖ ਹੋਣਾ ਪੈਂਦਾ, ਗੁਰੂ ਦਾ ਸਿੱਖ ਬਣਨਾ ਪੈਂਦਾ, ਗੁਰੂ ਦੇ ਵਚਨ ਮੰਨ ਕੇ ਕਾਰਜ ਕਰਨੇ ਪੈਂਦੇ ਆ। ਅਤੇ ਜਿੱਦੇ ਗੁਰੂ ਵੇਖਦਾ ਕਿ ਹੁਣ ਇਹ ਅੰਦਰਲੇ ਸੂਤਰ ਸਮਝਣ ਜੋਗਾ ਹੋ ਗਿਆ, ਹੁਣ ਇਹ ਸੇਵਾ ਤੋਂ ਵੱਧ ਕੇ ਸਿਮਰਨ ਵੀ ਕਰ ਸਕਦਾ ਹੈ। ਜਿਹੜੇ 2 ਫੰਗ ਹੈ ਗੁਰਮਤਿ ਦੇ, ਸੇਵਾ ਅਤੇ ਸਿਮਰਨ। ਪਹਿਲਾਂ ਗੁਰੂ ਸੇਵਾ ਹੀ ਕਰਾਉਂਦਾ, ਉਹ ਨਹੀਂ ਪਤਾ ਕਿੰਨਾ ਕੁ ਚਿਰ ਕਰਾਉਣੀ ਪੈ ਜੇ ਉਹਦੇ ਚਿੱਤ ਨੂੰ ਮਾਂਜਣ ਲਈ, ਉਹਦੇ ਅੰਦਰੋਂ ਸਫਾਈ ਕਰਾਉਣ ਲਈ। ਗੁਰਸਿੱਖ ਜ਼ਰੂਰ ਬਣ ਜਾਂਦਾ, ਆਪਣਾ ਸਿੱਖ ਬਣਾ ਲਿਆ, ਉਹਨੂੰ ਨੇਮ ਦੇ ਤੇ ਦੱਸਤੀਆਂ ਗੱਲਾਂ ਕਿ ਇਸ ਤਰ੍ਹਾਂ ਵਿਚਰਨਾ, ਆਹ ਤੇਰੀ ਰਹਿਣੀ ਬਹਿਣੀ ਕਹਿਣੀ ਆ, ਆਹ ਸਹਿਣੀ ਆ। ਪਰ ਜਿੱਦੇ ਗੁਰੂ ਦੇਖਦਾ ਕਿ ਹੁਣ ਇਹ ਸਮਝਣ ਜੋਗਾ ਹੋ ਗਿਆ, ਹੁਣ ਇਹ ਧਿਆਉਣ ਜੋਗਾ ਹੋ ਗਿਆ, ਅਤੇ ਉਹਦੇ ਗੁਰੂ ਫਿਰ ਉਹਨੂੰ ਗੁਰਮੁਖ ਬਣਾ ਦਿੰਦਾ। ਗੁਰਸਿੱਖ ਤੋਂ ਗੁਰਮੁਖ ਬੰਦਾ ਉਦੋਂ ਬਣਦਾ ਜਦੋਂ ਪਵਨ ਗੁਰੂ ਦੇ ਚਰਨੀ ਲੱਗਦਾ, ਆਪਣੇ ਅੰਦਰ ਨੂੰ ਮੁੜਦਾ, ਅੰਤਰਾਤਮੇ ਮੁੜਦਾ। ਉਹ ਕਿਸੇ ਬਹਾਨੇ ਮੋੜੇ ਗੁਰੂ ਉਹਨੂੰ ਨਾਦ ਸੁਣਾ ਕੇ ਮੋੜੇ, ਉਹਨੂੰ ਸਵਾਸਾਂ ਰਾਹੀਂ ਮੋੜੇ, ਉਹਨੂੰ ਸਹਿ ਸੁਭਾਅ ਮੋੜ ਦੇ ਕੇ ਸਿਰਫ ਬਹਿ ਜਾ ਨੇਤਰ ਬੰਦ ਕਰਕੇ ਉਹਦੀ ਰਜਾ 'ਚ। ਇਹ ਰੰਗਾਂ ਤੋਂ ਉਹ ਮਨਮੁਖ ਵਾਂਝਾ ਰਹਿ ਜਾਂਦਾ। ਰੰਗ ਨਾ ਰਾਤਾ ਰਸ ਨਹੀਂ ਵੇਧਿਆ, ਕਦੇ ਰਸ ਤਾਂ ਜ਼ਿੰਦਗੀ 'ਚ ਆਇਆ ਹੀ ਨਹੀਂ ਨਾ। ਜਿਹੜਾ ਆਤਮ ਰਸ ਆ ਨਾ ਗੁਰਮੁਖੋ, ਜਿੱਦੇ ਕਿਤੇ ਝਲਕਾਰਾ ਪੈ ਗਿਆ ਸਕਿੰਟ ਦੇ ਸੌਵੇਂ ਹਿੱਸੇ ਜਿੰਨਾ ਵੀ, ਫੇਰ ਨਹੀਂ ਬੰਦਾ ਖੜਾ ਛੱਡਦਾ, ਫੇਰ ਤਾਂ ਉਹ ਲੱਗਿਆ ਰਹਿੰਦਾ। ਉਹਨੂੰ ਪਤਾ ਲੱਗ ਜਾਂਦਾ ਕਿ ਰਸਤਾ ਇਹੀ ਆ। ਪੂਰੀ ਦੁਨੀਆ ਦੀ ਦੌਲਤ ਫਿੱਕੀ ਪੈ ਜਾਂਦੀ ਉਹਦੇ ਸਾਹਮਣੇ ਜੇ ਇੱਕ ਵਾਰੀ ਝਲਕਾਰਾ ਪੈ ਜੀ। ਜਿਹੜੇ ਸਾਨੂੰ ਮਿਲਦੇ ਆ ਨਾ ਜ਼ਿੰਦਗੀ 'ਚ, ਸਪਰਸ ਨਾਲ, ਰੂਪ ਰਸ ਨਾਲ, ਗੰਧ ਨਾਲ, ਇੱਧਰੇ ਚੱਕਰਾਂ ਦੇ ਵਿੱਚ ਜਿਹੜੇ ਸਾਨੂੰ ਆਨੰਦ ਮਿਲਦੇ ਆ, ਉਹ ਆਨੰਦ ਤਾਂ ਉਹਦੇ ਮੁਕਾਬਲੇ 'ਤੇ 0 ਤੋਂ ਵੀ ਥੱਲੇ ਆ। ਉਹ ਤਾਂ ਝਲਕਾਰਾ ਹੀ ਨਹੀਂ ਪੈਂਦਾ। ਉਹ ਝਲਕਾਂ ਤਾਂ ਜਿਹੜੀਆਂ ਬਾਹਰੀ ਪਿਆਰਾਂ 'ਚੋਂ ਮਿਲਦੀਆਂ, ਉਹ ਅੰਦਰੂਨੀ ਪਿਆਰ ਦੇ ਮੁਕਾਬਲੇ ਕੁਛ ਵੀ ਨਹੀਂ। ਮਹਾਰਾਜ ਕਹਿੰਦੇ ਰੰਗ ਨਾ ਰਾਤਾ ਰਸ ਨਹੀਂ ਵੇਧਿਆ, ਮਨਮੁਖ ਪਤ ਗਵਾਈ। ਕਹਿੰਦੇ ਜਦੋਂ ਰਸ ਵੀ ਨਹੀਂ ਮਿਲਿਆ, ਜੀਵਨ ਵੀ ਗਾਲਤਾ ਸਾਰਾ, ਰੰਗਾਂ 'ਚ ਵੀ ਨਾ ਰਤਿਆ ਗਿਆ, ਤੈਨੂੰ ਸਮਝ ਹੀ ਨਾ ਆਈ ਉਹ ਰੰਗਾਂ ਦੀ ਕਿ ਗੁਰੂ ਦੇ ਹੁਕਮ 'ਚ ਰਹਿਣ ਨਾਲ ਰੰਗ ਕਿਹੜੇ ਚੜ੍ਹਦੇ ਆ। ਗੁਰੂ ਦੇ ਚਰਨੀ ਲੱਗਿਆ ਮਿਲਦਾ ਕੀ ਆ। ਕਹਿੰਦੇ ਉਹ ਮਨਮੁਖ ਨੇ ਆਪਣੀ ਪੱਤ ਗਵਾ ਲਈ, ਉਹ ਪੱਤ ਗਵਾ ਕੇ, ਇੱਜ਼ਤ ਗਵਾ ਕੇ ਦੁਨੀਆ ਤੋਂ ਤੁਰਦਾ ਲੱਗਿਆ ਗਾਹਾਂ, ਜਮਾਂ ਦੇ ਵੱਸ ਪੈ ਗਿਆ। ਫਿਰ ਉੱਥੋਂ ਦੀਆਂ ਸਰਕਾਰਾਂ ਸਿਫਾਰਸ਼ ਵੀ ਨਹੀਂ ਮੰਨਦੀਆਂ, ਇਹ ਪੰਗੇ ਬੜੇ ਆ। ਇੱਥੇ ਤਾਂ ਚੱਲ ਜਾਂਦਾ ਚਲੋ ਮਾੜਾ ਮੋਟਾ ਕੋਈ ਨਾ ਕੋਈ ਚੀਜ਼, ਅੱਗੇ ਨਹੀਂ ਕੋਈ ਪੁੱਛਦਾ। ਅੱਗੇ ਸਤਿਗੁਰੂ ਕੀ ਕਹਿੰਦੇ ਆ, ਸਾਧ ਸਭਾ ਮਹਿ
ਸਹਿਜ ਨਾ ਚਾਖਿਆ ਜਿਹਬਾ ਰਸ ਨਹੀਂ ਰਾਈ। ਹੁਣ ਕਹਿੰਦੇ ਮਨਮੁਖ ਨੇ ਪੱਤ ਗਵਾ ਕੇ ਚਲਿਆ ਗਿਆ। ਕਿਉਂਕਿ ਕਹਿੰਦੇ ਜਿਹੜੀ ਸਾਧੂਆਂ ਦੀ ਸਭਾ ਹੁੰਦੀ ਹੈ, ਜਿੱਥੇ ਸਾਧਨਾ ਵਾਲੇ ਲੋਕ ਵਿਚਰਦੇ ਆ, ਸਾਧਨਾ ਵਾਲੇ ਲੋਕ ਰਹਿੰਦੇ ਆ, ਬਹਿੰਦੇ ਆ, ਸਾਧ ਸਭਾ ਮਹਿ ਸਹਿਜ ਨਾ ਚਾਖਿਆ। ਉਹ ਸਹਿਜ ਦਾ ਤਾਂ ਉਹਨੂੰ ਕਿਤੇ ਰੰਗ ਹੀ ਨਹੀਂ ਪਤਾ ਲੱਗਿਆ ਕਿ ਸਹਿਜ ਹੁੰਦਾ ਕੀ ਆ, ਆਤਮ ਰਸ ਹੁੰਦਾ ਕੀ ਆ, ਆਤਮਿਕ ਅਡੋਲਤਾ ਹੁੰਦੀ ਕੀ ਆ। ਇਹ ਤਾਂ ਉਹ ਮਨਮੁਖ ਨੂੰ ਪਤਾ ਹੀ ਕੀ ਲੱਗਣਾ। ਸਾਧ ਸਭਾ ਮਹਿ ਸਹਿਜ ਨਾ ਚਾਖਿਆ, ਉਹ ਚੱਖੇ ਹੀ ਨਹੀਂ ਕਦੇ। ਉਹ ਜਿਹਬਾ ਰਸ ਨਹੀਂ ਰਾਈ, ਉਹਦੀ ਜੀਭ ਨੂੰ ਤਾਂ ਪਤਾ ਹੀ ਨਹੀਂ ਅੰਮ੍ਰਿਤ ਰਸ ਵੀ ਝਰਦਾ ਹੁੰਦਾ, ਅੰਮ੍ਰਿਤ ਦੀਆਂ ਘੁੱਟਾਂ ਵੀ ਭਰੀ ਦੀਆਂ, ਖੁਮਾਰੀ ਵੀ ਚੜ੍ਹਦੀ ਹੁੰਦੀ ਹੈ, ਤਾਂ ਉਹਨੂੰ ਪਤਾ ਹੀ ਨਹੀਂ। ਨਾ ਪਤਾ ਹੋਣ ਕਰਕੇ, ਦੂਜਾ ਇਹ ਰਸਤੇ ਨਾ ਜਾਣ ਕਰਕੇ ਫਿਰ ਇੱਕ ਬੜਾ ਵਧੀਆ ਕੰਮ ਕਰਦਾ ਮਨਮੁਖ। ਜੇ ਉਹ ਬੋਲਣ ਬਾਲਣ ਜਾਣਦਾ ਹੋਵੇ ਨਾ, ਕਿਉਂਕਿ ਪ੍ਰਚਾਰਕ ਤਾਂ ਕੋਈ ਵੀ ਹੋ ਸਕਦਾ, ਤੇ ਸਾਡੇ 'ਚ ਵੀ ਇਹੀ ਹੋ ਗਿਆ ਕਿ ਅਸੀਂ ਪ੍ਰਚਾਰਕਾਂ ਨੂੰ ਸੰਤ ਮੰਨ ਬੈਠੇ ਤੇ ਸੰਤਾਂ ਨੂੰ ਤਾਂ ਅਸੀਂ ਸਿਆਣੇ ਹੀ ਨਹੀਂ। ਫਿਰ ਉਹ ਇੱਕ ਕਾਰਜ ਕਰਦਾ ਕਿ ਜੇ ਮੈਨੂੰ ਨਹੀਂ ਪਤਾ ਤੇ ਮੈਂ ਕਿਉਂ ਨਾ ਢੰਡੋਰਾ ਪਿੱਟਾ ਕਿ ਸੰਤ ਹੁੰਦੇ ਹੀ ਨਹੀਂ, ਨਾ ਸਾਧੂ ਹੁੰਦੇ ਆ ਨਾ ਸੰਤ ਹੁੰਦੇ ਆ। ਫਿਰ ਉਹ ਬੜੀ ਦਲੀਲ ਨਾਲ ਦੱਸਦਾ ਵੀ ਗੁਰੂ ਸਾਹਿਬਾਂ ਵੇਲੇ ਤਾਂ ਕੋਈ ਸੰਤ ਹੈ ਨਹੀਂ ਸੀ, ਤੇ ਸਾਰੀ ਬਾਣੀ ਸੰਤਾਂ ਦੇ ਸੰਗ ਨੇ ਭਰੀ ਪਈ ਆ। ਗੁਰੂ ਸਾਹਿਬ ਨੇ ਲਿਖਿਆ ਕਿ ਜਿਹੜਾ ਮਨਮੁਖਾ ਉਹ ਸਾਧ ਸਭਾ ਮਹਿ ਸਹਿਜ ਨਾ ਚਾਖਿਆ, ਉਹ ਸਾਧੂ ਦੀ ਸਭਾ 'ਚ ਜਾਂਦਾ ਹੀ ਨਹੀਂ। ਉਹ ਇਸ ਗੱਲ ਮੰਨ ਕੇ ਸੌਖਾ ਕਿ ਹੁੰਦੇ ਹੀ ਨਹੀਂ। ਇਹ ਸੰਸਾਰ ਕਰਤੇ ਪੁਰਖ ਦੀ ਫੁੱਲਵਾੜੀ ਹੈ। ਉਹ ਮਾਲਕ ਸਕਿੰਟਾਂ 'ਚ ਕੁਛ ਵੀ ਕਰ ਸਕਦਾ। ਉਹਦੀ ਇਸ ਰੰਗਲੀ ਦੁਨੀਆ 'ਚੋਂ ਉਹਦੇ ਪਿਆਰੇ ਪੁੱਤਰ ਸਾਧੂ, ਉਹਦੇ ਪਿਆਰੇ ਸੰਤ, ਉਹਦੇ ਪਿਆਰੇ ਸਤਿਗੁਰੂ, ਉਹਨੂੰ ਚਾਹੁਣ ਵਾਲੇ, ਉਹਨੂੰ ਧਿਆਉਣ ਵਾਲੇ ਨਾ ਕਦੇ ਖਤਮ ਹੋਏ ਆ ਨਾ ਹੋਣਗੇ। ਠੀਕ ਆ, ਸਮੇਂ ਦੇ ਹਿਸਾਬ ਨਾਲ ਛੁਪ ਕੇ ਰਹਿਣ ਵਾਲੇ ਵੀ ਹੁੰਦੇ ਆ, ਜਾਂ ਸਾਧੂਆਂ ਦਾ ਬਾਣਾ ਪਾ ਕੇ ਕੁਛ ਪਖੰਡੀ ਵੀ ਸਾਹਮਣੇ ਆ ਜਾਂਦੇ ਆ। ਉਹ ਸਾਰੇ ਖੇਤਰਾਂ 'ਚ ਹੀ ਹੁੰਦੇ ਆ। ਜੇ ਆਪਾਂ ਕਹੀਏ ਵੀ ਡਾਕਟਰ ਅਸਲੀ ਹੁੰਦੇ ਹੀ ਨਹੀਂ, ਸਿਰਫ ਉਹਨਾਂ ਕੰਨੀ ਦੇਖ ਕੇ ਜਿਹੜੇ ਨਕਲੀ ਡਾਕਟਰ ਫਿਰਦੇ ਹੁੰਦੇ ਆ, ਕੰਮ ਧੰਦਾ ਕਰਦੇ, ਚਲੋ ਚੱਲੀ ਤਾਂ ਉਹਨਾਂ ਦਾ ਵੀ ਜਾਂਦਾ, ਇਹ ਗੱਲ ਨਹੀਂ ਬਣਦੀ। ਜੇ ਨਕਲੀ ਸੰਤ ਹੁੰਦੇ ਆ ਤਾਂ ਸੰਤ ਅਸਲੀ ਵੀ ਹੁੰਦੇ ਆ। ਪਰ ਹੁਣ ਵਿਚਾਰਿਆਂ ਦਾ ਕੁਛ ਦਾ ਲੱਗਦਾ ਹੀ ਟਾਈਮ ਇਸ ਗੱਲ 'ਤੇ ਕਿ ਉਹਨਾਂ ਨੇ ਜ਼ਿੰਦਗੀ ਦਾ 20-30 ਸਾਲ ਇਸੇ ਗੱਲ 'ਤੇ ਲਾਤੇ ਕੁਛ ਬੰਦਿਆਂ ਨੇ ਕਿ ਭਾਈ ਲੋਕੋ ਸੰਤ ਨਹੀਂ ਹੁੰਦੇ। ਜੇ ਉਹਨਾਂ ਨੂੰ ਪੁੱਛੀਏ ਵੀ ਤੁਹਾਨੂੰ ਤਕਲੀਫ ਕਿਹੜੀ ਗੱਲ ਦੀ ਆ, ਉਹ ਕਹਿੰਦੇ ਤਕਲੀਫ ਇਹ ਗੱਲ ਦੀ ਆ ਵੀ ਇੱਕ ਬੰਦਾ ਵਿਹਲਾ ਬੈਠਾ ਬੂਬਣਾ, ਲੋਕ ਜਾ ਮੱਥੇ ਟੇਕਦੇ ਆ, ਲੋਕ ਜਾ ਗਿਫਟਾਂ ਦਿੰਦੇ ਆ, ਲੋਕ ਐਂ ਕਰਦੇ ਆ। ਫਿਰ ਜੇ ਕਹੇ ਵੀ ਗੁਰਬਾਣੀ ਕਹਿੰਦੀ ਹੈ ਤਾਂ ਭਾਈ ਤੂੰ ਨਾਨਕ ਨੂੰ ਧੰਨ ਕਹਿ ਲਾ, ਤੂੰ ਕਹਿ ਲਾ ਧੰਨ ਗੁਰੂ ਨਾਨਕ। ਜਿਹਨੂੰ ਨਾਨਕ ਸਤਿਗੁਰ ਪੂਜਿਆ ਸੇ ਫਿਰ ਪੂਜ ਕਰਾਵੇ। ਗੁਰੂ ਨਾਨਕ ਤਾਂ ਦਾਵਾ ਕਰਦੇ ਆ ਬਾਣੀ 'ਚ, ਕਹਿੰਦੇ ਤੂੰ ਆ ਚਰਨਾਂ 'ਚ ਪੂਜਾ ਕਰਕੇ ਤਾਂ ਵੇਖ, ਲਾ ਦੇ ਨਾਰਾ ਧੰਨ ਗੁਰੂ ਨਾਨਕ ਦਾ, ਕਹਿ ਕੇ ਦੇਖ ਦੁਨੀਆ ਦੇ ਸਾਹਮਣੇ ਜਾ ਕੇ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਨਿਰੰਕਾਰ। ਕਹਿੰਦੇ ਪੂਜਾ ਕਰਾ ਦਿਆਂਗੇ ਦੁਨੀਆ ਤੋਂ ਤੇਰੀ। ਤੇ ਹੋਈ ਆ ਬਈ, ਕਰਦੀ ਆ ਦੁਨੀਆ ਪੂਜਾ, ਡੰਕਾ ਵੱਜਦਾ ਬਰਾਬਰ ਸਾਧੂਆਂ ਦਾ। ਕਿੰਨੀ ਦੁਨੀਆ ਕੁਛ ਕਹੀ ਜਾਵੇ, ਕਿਉਂਕਿ ਗੁਰਬਾਣੀ ਇਸੇ ਕਰਕੇ ਰਚੀ ਹੈ ਕਿ ਇਹਦੇ ਵਿੱਚ ਅਟੱਲ ਸੱਚਾਈਆਂ। ਸਾਧ ਸਭਾ ਮਹਿ ਸਹਿਜ ਨਾ ਚਾਖਿਆ। ਐ ਮਨਮੁਖ ਬੰਦਿਆ, ਬੜੇ ਸਾਧੂ ਆ ਦੁਨੀਆ ਤੇ, ਬੜੇ ਅਸਥਾਨ ਹੈ, ਬੜੇ ਹੀ ਸੰਤ ਆ, ਬੜੀਆਂ ਹੀ ਰੱਬੀ ਰੂਹਾਂ, ਬੜੇ ਹੀ ਸੱਜਣ ਲੋਕ ਆ ਦੁਨੀਆ ਤੇ। ਨਿਕਲ ਕੇ ਦੇਖੋ ਘਰੋਂ ਕਿਤੇ। ਆ ਜਿਹੜੇ ਬੱਚੇ ਬਲੌਗ ਪਾਉਂਦੇ ਆ, ਜਾਂਦੇ ਆ ਦੇਸਾਂ ਵਿਦੇਸਾਂ 'ਚ ਘੁੰਮਦੇ ਆ, ਵੱਖ-ਵੱਖ ਸੂਬਿਆਂ 'ਚ ਘੁੰਮਦੇ ਆ, ਉਹਨਾਂ ਤੋਂ ਅਨੁਭਵ ਪੁੱਛੇ ਉਹਨਾਂ ਦੇ। 98% ਲੋਕ ਵਧੀਆ ਟੱਕਰਦੇ ਆ, 98%। ਸਿਰਫ 1-2% ਕਦੇ ਕੋਈ ਮਿਸਟੇਕ ਹੋ ਜਾਂਦੀ ਆ, ਉਹ ਹੁੰਦਾ ਹੀ ਆ। ਇੰਨਾ ਕੁ ਤਾਂ ਫਿਰ ਕਾਲਾ ਧਨ ਵੀ ਹੁੰਦਾ। ਇਹੋ ਜਿਹੇ ਲੋਕ ਹੁੰਦੇ ਆ ਸਮਾਜ 'ਚ, ਪਰ ਬਾਹ ਲੱਗਦੀ ਛੇਤੀ ਕਿਤੇ ਗਲਤ ਲੋਕ ਨਹੀਂ ਹੁੰਦੇ। ਇਹ ਰੱਬ ਦੀ ਰੰਗਲੀ ਦੁਨੀਆ ਬਹੁਤ ਖੂਬਸੂਰਤ ਆ, ਇਹਦੇ ਵਿੱਚ ਸਾਰੇ ਰੰਗ ਹੈ। ਅੱਗੇ ਸਤਿਗੁਰੂ ਕੀ ਕਹਿੰਦੇ ਆ, ਸਾਧ ਸਭਾ ਮਹਿ ਸਹਿਜ ਨਾ ਚਾਖਿਆ ਜਿਹਬਾ ਰਸ ਨਹੀਂ ਰਾਈ। ਰਾਈ ਜਿੰਨਾ ਰਸ ਵੀ ਜੇਬ ਨੂੰ ਆਇਆ ਨਹੀਂ। ਮਨ ਤਨ ਧਨ ਆਪਣਾ ਕਰ ਜਾਣਿਆ, ਦਰ ਕੀ ਖਬਰ ਨਾ ਪਾਈ।
ਕਹਿੰਦੇ ਆ ਮੂਰਖ ਬੰਦੇ, ਤੂੰ ਮਨ ਨੂੰ ਜਿਹੜਾ ਇੱਕ ਵਿਚਾਰਾਂ ਦਾ ਜੋੜ ਮੇਲ ਹੀ ਸੀ ਉਹਨੇ ਖਿੱਲਰ ਜਾਣਾ, ਤਣ ਨੂੰ ਜਿਹੜਾ ਮਿੱਟੀ ਦਾ ਬਣਿਆ ਸੀ ਆਹ ਤੱਤਾਂ ਦਾ ਧਨ ਨੂੰ ਆਪਣਾ ਕਰ ਜਾਣਿਆ ਤੇ ਬੜੇ ਜਿੰਦਰੇ ਮਾਰੇ, ਬੜੇ ਦਾਅਵੇ ਕਰੇ। ਦਰ ਕੀ ਖਬਰ ਨਾ ਪਾਈ। ਪਰ ਜਿਹੜੇ ਗੁਰੂ ਦਰ ਜਾਣਾ ਸੀ, ਜਿਹਨੂੰ ਗੁਰਦੁਆਰ ਕਿਹਾ, ਵੈਸੇ ਉਹ ਦਰ ਅੰਦਰ ਆ, ਗੁਰੂ ਦੱਸਦਾ ਉਹ ਦਰ ਕਿੱਥੇ ਆ। ਗੁਰੂ ਦੱਸਦਾ ਕਿੱਥੇ ਧਿਆਨ ਲਾ ਕੇ ਬੈਠੀ। ਗੁਰੂ ਦੱਸਦਾ ਊੜੇ ਆੜੇ ਤੋਂ ਸ਼ੁਰੂ ਕਰਾਉਂਦਾ ਕਿ ਪਹਿਲਾਂ ਨੇੜੇ ਆ ਸਰੀਰ ਦੇ, ਇਹਦੇ ਅੰਦਰ ਬੜਾ ਕੁਛ ਆ, ਇਹ ਵਿਲੱਖਣ ਚੀਜ਼ਾਂ ਇਹਦੇ 'ਚ, ਪੂਰੀ ਦੁਨੀਆ ਦਾ ਮੈਪ ਇਹਦੇ ਅੰਦਰ ਆ, ਪਹਿਲਾਂ ਆਪਦੇ ਨੇੜੇ ਆ ਜਾ, ਇਹਨੂੰ ਨਵਾ ਧਵਾ ਸਵਾਰ ਕੇ ਇਹ ਹਰਮੰਦਰ ਆ, ਇਹਦੇ ਕੋਲ ਰਹਿਣਾ ਸਿੱਖ। ਫਿਰ ਹੌਲੀ ਹੌਲੀ ਗਾਹਾਂ ਗੱਲ ਬਣਨੀ ਆ ਤੇ ਮਨਮੁਖ ਦੀਆਂ ਗੱਲਾਂ ਦੱਸੀਆਂ ਸਤਿਗੁਰੂ ਨੇ, ਜਿਹਨੇ ਮਨ ਮਗਰ ਲੱਗ ਕੇ ਚੱਲਣਾ ਤੇ ਉਹ ਫਿਰ ਇਹੋ ਜਿਹੀਆਂ ਗੱਲਾਂ ਹੀ ਹੁੰਦੀਆਂ ਉਹਦੀਆਂ। ਮਨ ਤਨ ਧਨ ਆਪਣਾ ਕਰ ਜਾਣਿਆ, ਦਰ ਕੀ ਖਬਰ ਨਾ ਪਾਈ। ਉਹਨੇ ਕਦੇ ਇਹ ਗੱਲ ਦੀ ਖਬਰ ਹੀ ਨਾ ਪਾਈ। ਆਇਆ ਦਰ ਪਤਾ ਕਰਨੀ ਸੀ। ਇਹ ਇੱਕ ਗੇਮ ਹੈ, ਕਰਤੇ ਦਾ ਇੱਕ ਨਿਯਮ ਹੈ, ਇਹ ਤਮਾਸ਼ਾ ਜਗਤ। ਇਹ ਲਿਖ ਕੇ ਦਿੱਤਾ 10ਵੇਂ ਪਾਤਸ਼ਾਹ ਨੇ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਵੇਖਣ ਆਇਓ ਜਗਤ ਤਮਾਸ਼ਾ। ਇਹ ਜਗਤ ਦੇ ਤਮਾਸ਼ੇ ਨੂੰ, ਉਹਦੇ ਨਿਯਮਾਂ ਨੂੰ ਦੇਖਣ ਆਏ ਆ, ਆਨੰਦ ਮਾਣਨ ਆਏ ਆ। ਬਥੇਰੀਆਂ ਭਗਤੀਆਂ ਕੀਤੀਆਂ ਪਿਛਲੇ ਜਨਮਾਂ 'ਚ। ਜਦੋਂ ਨਿਰੰਕਾਰ ਨੇ ਕਿਹਾ ਚੱਲ ਮੈਂ ਤੈਨੂੰ ਆਪਣਾ ਪੁੱਤ ਬਣਾਉਣਾ ਹੈ, ਚੱਲ ਦੁਨੀਆ ਨੂੰ ਰਾਹ ਪਾ ਸਿੱਧੇ, ਤਾਂ ਸਤਿਗੁਰੂ ਪਾਤਸ਼ਾਹ ਸੱਚੀ ਸਰਕਾਰ ਆਏ ਤੇ ਗਏ, ਅੱਜ ਵੀ ਕਿਤੇ ਨਹੀਂ। ਮਾੜੀ ਜੀ ਨੇੜਤਾ ਬਣਾ ਕੇ ਦੇਖੋ, ਇੰਨੇ ਪਿਆਰ ਵਾਲੇ ਸਤਿਗੁਰੂ, ਦੁਸ਼ਮਣਾਂ ਨੂੰ ਵੀ ਪਿਆਰਾ ਕਹਿਣ ਵਾਲੇ, ਹਰ ਇੱਕ ਰੂਪ ਨੂੰ ਨਮਸਕਾਰ ਕਰਨ ਵਾਲੇ, ਦੁਨੀਆ ਦੇ ਕਹਿ ਸਕਦੇ ਆ ਜਿਨ੍ਹਾਂ ਦੀ ਬਾਣੀ ਪੜ੍ਹ ਕੇ ਪਹਿਲੇ ਗੁਰੂ ਆ, ਜਿਨ੍ਹਾਂ ਨੇ ਰਾਖਸ਼ਾਂ ਨੂੰ ਵੀ ਨਮਸਕਾਰ ਕਹਿਤਾ। ਕਿਉਂ? ਕਹਿੰਦੇ ਮਾਲਕਾ ਤੂੰ ਹੀ ਹੈ, ਤੇਰੇ ਹੁਕਮ ਬਿਨਾਂ ਰਾਖਸ਼ ਵੀ ਕਿਵੇਂ ਬਣ ਜੂ ਕੋਈ। ਜੇ ਪ੍ਰਕਾਸ਼ ਤੂੰ ਆ ਤਾਂ ਹਨੇਰਾ ਵੀ ਤੂੰ ਹੀ ਹੈ, ਕਸਰੀ ਨਹੀਂ ਛੱਡੀ ਕੋਈ ਦੁਨੀਆ ਤੇ। ਕਦੇ ਪੜ੍ਹ ਕੇ ਦੇਖੋ ਅਕਾਲ ਉਸਤਤ ਪਾਤਸ਼ਾਹ ਦੀ, ਰੰਗ ਕੀ ਲਾਉਂਦੇ ਆ, ਜ਼ਿੰਦਗੀ ਨੂੰ ਰੰਗ ਦਿੰਦੇ ਆ। ਪੜ੍ਹੋ ਕਿਤੇ ਫਰੀ ਜੇ ਹੋ ਕੇ ਚੰਡੀ ਦੀ ਵਾਰ, ਮਾਂ ਦੀ ਬਾਣੀ, ਜੋ ਆਦ ਸ਼ਕਤੀ ਭਗਵਤੀ ਆ, ਸੰਸਾਰ ਦੀ ਮਾਲਕਣ ਆ, ਜੋ ਕਰਤੇ ਪੁਰਖ ਦਾ ਦੂਸਰਾ ਰੂਪ ਹੈ। ਡਾਰਕ એનર્ਜੀ, ਮੇਨ ਡਾਰਕ એનર્ਜੀ ਹੈ ਇਹ, ਉਹਦਾ ਦੂਸਰਾ ਰੂਪ ਹੈ ਨੈਗੇਟਿਵ ਡਾਰਕ એનર્ਜੀ ਹੈ। ਐਵੇਂ ਨਹੀਂ ਮਹਾਕਾਲ ਕਿਹਾ, ਐਵੇਂ ਨਹੀਂ ਮਹਾਕਾਲੀ ਕਿਹਾ, ਇਹ ਸਾਰੇ ਰੰਗ ਆ, ਇਹ ਸਾਰੇ ਸੰਸਾਰ ਦੇ ਰੰਗ ਆ। ਇਹਨਾਂ ਨੂੰ ਜਾਣੋ, ਪਹਿਲਾਂ ਜਪੋ ਧਿਆਓ। ਤਾਂ ਮਹਾਰਾਜ ਕਹਿੰਦੇ ਭਾਈ ਉਹ ਮਨਮੁਖ ਤਾਂ ਬੇਖਬਰ ਹੀ ਤੁਰ ਗਿਆ ਦੁਨੀਆ ਤੋਂ, ਜਿਹਨੇ ਇਕੱਲੇ ਮਨ ਨੂੰ ਤੇ ਤਨ ਨੂੰ ਤੇ ਧਨ ਨੂੰ ਤਾਂ ਆਪਣਾ ਕਰ ਜਾਣਿਆ, ਪਰ ਜਿਹੜਾ ਆਪਣਾ ਸੀ, ਆਪਣੇ ਕੋਲ ਸੀ, ਆਪਣੇ ਅੰਦਰ ਸੀ, ਉਹ ਦਰ ਦੀ ਉਹਨੇ ਖਬਰ ਹੀ ਨਹੀਂ ਪਾਈ, ਬੁੱਝੀ ਨਹੀਂ ਗੱਲ। ਹਰ ਚੀਜ਼ ਤਪ ਭਾਲਦੀ, ਉਹਨੇ ਤਪ ਕਰਿਆ ਨਹੀਂ। ਅੱਖੀ ਮੀਟ ਚੱਲਿਆ ਅੰਧਿਆਰਾ, ਘਰ ਦਰ ਦਿਸੈ ਨਾ ਭਾਈ। ਕਹਿੰਦੇ ਫਿਰ ਦੁਨੀਆ ਤੋਂ ਮਿਟ ਗਈਆਂ ਅੱਖਾਂ, ਬਈ ਟਾਈਮ ਆ ਗਿਆ, ਅੱਧਾ ਚੌਂਚਾ ਪਾਣੀ ਦਾ ਬਾਹਰ ਤੇ ਅੱਧਾ ਅੰਦਰ, ਹੁਕਮ ਹੀ ਨਹੀਂ ਹੁੰਦਾ ਉਦੋਂ ਬਾਅਦ। ਕਹਿੰਦੇ ਅੱਖਾਂ ਬੰਦ, ਮੀਟ ਚੱਲਿਆ ਅੰਧਿਆਰਾ, ਤੁਰਦਾ ਬਣਿਆ ਘਰ ਦਰ ਦਿਸੈ ਨਾ ਭਾਈ। ਨਾ ਤਾਂ ਫਿਰ ਅੱਖਾਂ ਮੀਟੇ ਤੋਂ ਘਰ ਦਿਖਦਾ ਹੈ, ਬਾਹਰੀ ਘਰ ਵੀ ਨਹੀਂ ਦਿਖਦਾ, ਅੰਦਰੂਨੀ ਦਰ ਤਾਂ ਦਿਸਣੇ ਕੀ ਸੀ। ਫਿਰ ਭਟਕਦਾ, ਕਿਉਂਕਿ ਜ਼ਿੰਦਗੀ 'ਚ ਕਦੇ ਇਹ ਗੱਲ ਦੀ ਚਿੰਤਨ ਹੀ ਨਹੀਂ ਕੀਤਾ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਸਤਿਗੁਰਾਂ ਨੇ ਬਥੇਰੇ ਯਤਨ ਕੀਤੇ ਦੱਸਣ ਦੇ, ਕਿਹਾ ਬੰਦਿਆ ਦੇਖ, ਬਥੇਰੇ ਸੰਤਾਂ ਨੇ ਕਿਹਾ ਕਿ ਤੂੰ ਸੁਣ ਤਾਂ ਲੈ ਗੱਲ, ਤੂੰ ਮਾੜਾ ਜਿਹਾ ਕਰਕੇ ਤਾਂ ਦੇਖ। ਹੁਣ ਅਸੀਂ ਵੀ ਐਂ ਕਹਿਣੇ ਆ, ਨਾ ਪੈ ਚੱਕਰ 'ਚ। ਬਥੇਰੀ ਜ਼ਿੰਦਗੀ ਗਾਲਤੀ, ਬਥੇਰਾ ਫੋਨ 'ਤੇ ਐਵੇਂ ਲੰਘ ਜਾਂਦੇ 5 ਮਿੰਟ, ਤਾਂ ਸਿਰਫ ਸਾਰਾ ਕੁਛ ਪਾਸੇ ਰੱਖ ਕੇ 5 ਮਿੰਟਾਂ ਲਈ ਬੇਨਤੀ ਕਰਦੇ ਕਰਤੇ ਪੁਰਖ ਨੂੰ, ਹੇ ਮੇਰੇ ਮਾਲਕ, ਹੇ ਮੇਰੇ ਪਿਤਾ, ਹੇ ਮੇਰੀ ਮਾਂ, ਮੈਂ ਤੇਰੀ ਗੋਦ 'ਚ ਸਿਰ ਰੱਖ ਕੇ ਬਹਿਣਾ ਚਾਹੁੰਦਾ 5 ਮਿੰਟ, ਕਰੀ ਕਿਰਪਾ ਮੈਨੂੰ ਲਈ ਆਪਣੇ ਕਲਾਵੇ 'ਚ। ਇਹ ਕਹਿ ਕੇ ਬਹਿ ਜਾਓ ਕਿਸੇ ਸੋਫੇ 'ਤੇ, ਅੱਖਾਂ ਕਰ ਲਓ ਬੰਦ, ਆਉਂਦੇ ਜਾਂਦੇ ਸਵਾਸਾਂ ਦੇ ਕਰੋ ਦਰਸ਼ਨ, ਮਹਿਸੂਸ ਕਰੋ ਆਉਂਦੇ ਜਾਂਦੇ ਸਵਾਸਾਂ ਨੂੰ 5 ਮਿੰਟ। ਕੋਈ ਪੜ੍ਹਿਆ ਕੋਈ ਅਣਪੜ੍ਹਿਆ ਕੋਈ ਚੱਕਰ ਨਹੀਂ, ਕੋਈ ਰੱਬ ਨੂੰ ਮੰਨਦਾ ਕੋਈ ਨਹੀਂ ਮੰਨਦਾ ਕੋਈ ਚੱਕਰ ਨਹੀਂ, ਕੋਈ ਆਸਤਕਾ ਨਾਸਤਕਾ ਕੋਈ ਚੱਕਰ ਨਹੀਂ। ਆਹ ਨਿਯਮ ਨੂੰ ਮੰਨ ਕੇ ਦੇਖੋ ਜੋ ਗੁਰੂ ਨਾਨਕ ਨੇ ਦਿੱਤਾ ਕਿ ਪਾਵਨ ਗੁਰੂ ਆ, ਇਹ ਗੁਰੂ ਦੀ ਨੇੜਤਾ ਦਾ ਆਨੰਦ ਮਾਣ ਕੇ ਦੇਖੋ, 5 ਮਿੰਟ ਜ਼ਿੰਦਗੀ ਬਦਲ ਦੇਣਗੇ। ਇੱਕ ਦਿਨ 5 ਮਿੰਟ ਆਈ ਆ ਕਿ ਤੁਸੀਂ ਕਿਆਰੀ ਤਿਆਰ ਕਰ ਲਈ, ਹਫ਼ਤੇ 'ਚ 5 ਮਿੰਟ ਆਈ ਆ ਕਿ ਤੁਸੀਂ ਬੀਜ ਪਾਤਾ, ਪਾਣੀ ਛਿੜਕਤਾ, 2-3 ਹਫ਼ਤਿਆਂ 'ਚ ਇਹ ਆ ਕਿ ਤੁਹਾਡੇ ਢੰਗੂਰ ਵੱਜਿਆ ਹੋਣਾ।
ਦੂਜੇ ਮਹੀਨੇ ਜਾ ਕੇ ਤਾਂ ਉਹਨੇ ਦੱਸ ਦੇਣਾ ਬੂਟਾ ਹੈ ਕਾਹਦਾ, ਗੁਠਲੀ ਚੋਂ ਅੰਬ ਦੀ ਚੋਂ ਬਾਹਰ ਆ ਜਾਣਾ ਬੂਟਾ, ਜਿਹੜੀ ਗੁਠਲੀ ਨੱਪੀ ਸੀ ਕਿ ਅੰਬ ਦਾ ਬੂਟਾ। ਤੇ ਤੀਜੇ ਮਹੀਨੇ ਜਾ ਕੇ ਤਾਂ ਉਹਦੀ ਮਹਿਕ ਵੀ ਆਉਣੀ ਸ਼ੁਰੂ ਹੋ ਜਾਣੀ ਹੈ ਜਦੋਂ ਪੱਤਾ ਮਲਾਂਗੇ। ਇੰਨਾ ਕੁ ਸਬਰ ਤਾਂ ਕਿਸਾਨ ਨੂੰ ਕਰਨਾ ਪੈਂਦਾ ਕਿ ਬੀਜ ਪਾ ਕੇ 6 ਮਹੀਨੇ ਡਿੱਕਣਾ ਪੈਂਦਾ। ਪਰ ਰੱਬ ਵਾਲੇ ਪਾਸੇ ਪਤਾ ਨਹੀਂ ਕੀ ਗੱਲ ਆ, ਹੋਰ ਸਾਰੇ ਪਾਸੇ ਬੰਦਾ 10 ਕਲਾਸਾਂ ਪੜ੍ਹਦਾ 10 ਸਾਲ ਲਾ ਦਿੰਦਾ, ਦੁਨਿਆਵੀ ਪੜ੍ਹਾਈ ਕਰਦਾ 25 ਸਾਲ ਲਾ ਦਿੰਦਾ। ਜਦੋਂ ਅਧਿਆਤਮ ਵਾਲੇ ਪਾਸੇ ਆਉਂਦਾ ਚੁਟਕੀ ਮੰਗਦਾ, ਕਹਿੰਦਾ ਵੀ ਐਂ ਕਰਿਓ ਕੁਛ, ਸ਼ਕਤੀਪਾਤ ਕੀ ਹੁੰਦਾ ਦੱਸਿਓ। ਇਹ ਦੱਸਣ ਦਸਾਉਣ ਵਾਲੀਆਂ ਗੱਲਾਂ ਨਹੀਂ ਹੈ। ਬੈਠਣਾ ਸ਼ੁਰੂ ਕਰੋ, ਤੁਹਾਡੇ ਨਾਲ ਘਟਨਾਵਾਂ ਘਟਣਗੀਆਂ। ਜਦੋਂ ਘਟਣਗੀਆਂ ਉਦੋਂ ਜਿਹਦੇ ਨਾਲ ਘਟ ਚੁੱਕੀਆਂ ਉਸ ਨੂੰ ਆਪੇ ਦੱਸ ਦੂਗਾ ਕਿ ਐਂ ਹੁੰਦਾ। ਇਹ ਚੀਜ਼ਾਂ ਨੂੰ ਭਾਈ ਜ਼ਿੰਦਗੀ 'ਚ ਲਿਆਓ, ਜ਼ਿੰਦਗੀ ਨੂੰ ਖੁਸ਼ਹਾਲ ਬਣਾਓ। ਇੱਥੋਂ ਚਲੇ ਜਾਣਾ ਸਭ ਨੇ, ਪਹਿਲਾਂ ਵਾਲੇ ਆਪਣੇ ਚਲੇ ਗਏ ਵੱਡੇ ਵਡੇਰੇ, ਆਪਾਂ ਜਾਣ ਦੀ ਤਿਆਰੀ 'ਚ ਹੈ। 50 ਕਰ ਲਏ ਪੂਰੇ, ਉਹਦੇ ਹੁਕਮ ਅਨੁਸਾਰ ਜਿਹੜਾ ਸਿਸਟਮ ਉਹਨੇ ਸਮਝਾ ਕੇ ਤੋਰਿਆ ਸੀ 32 ਕੁ ਰਹਿ ਗਏ। ਜੇ ਕੋਈ ਘਾਟ ਬਾਅਦ ਕਿਸੇ ਗੁਰਮੁਖ ਦੀਆਂ ਸੀਸਾਂ ਨਾਲ ਇੱਧਰ ਉੱਧਰ ਹੋ ਗਈ ਤਾਂ ਕਹਿਣਾ ਕੀ ਆ। ਇਹ ਚੀਜ਼ਾਂ ਦਾ ਅਸੀਂ ਆਨੰਦ ਲਈਏ ਜਿੰਨਾ ਕੁ ਸਮਾਂ ਰਹਿੰਦਾ। ਇਹਨੂੰ ਅਸੀਂ ਗੁਰੂ ਨਾਨਕ ਦੀ ਬਾਣੀ ਪੜ੍ਹ ਕੇ ਸੁਣ ਕੇ ਜਨਮ ਸਫਲਾ ਕਰ ਲਈਏ। ਅੱਖੀਂ ਮੀਟ ਚੱਲਿਆ ਅੰਧਿਆਰਾ, ਘਰ ਦਾ ਦਿਸਣਾ ਭਾਈ। ਜਦੋਂ ਜ਼ਿੰਦਗੀ 'ਚ ਕਦੇ ਵੀ ਸੁਰਤ ਨਾਲ ਪ੍ਰਕਾਸ਼ ਨਾ ਵੇਖਿਆ ਹੋਵੇ, ਉੱਥੇ ਆ ਅੱਖਾਂ ਤਾਂ ਰਹਿੰਦੀਆਂ ਨਹੀਂ, ਸੁਰਤੀ ਨੂੰ ਦਿਸਣਾ ਪ੍ਰਕਾਸ਼। ਸੁਰਤੀ ਤੁਸੀਂ ਕਿਤੇ ਪ੍ਰਕਾਸ਼ ਚਲਾਈ ਨਹੀਂ। ਇਹੀ ਕਾਰਨ ਸੀ ਗੁਰੂ ਨਾਨਕ ਦੇ ਘਰ ਨੇ ਤਸਵੀਰਾਂ ਦੀ ਮੂਰਤਾਂ ਦੀ ਪੂਜਾ ਬੰਦ ਕਰਾਈ ਕਿ ਬੰਦ ਕਰੋ, ਇਹ ਤਸਵੀਰਾਂ ਨੇ ਉੱਥੇ ਕੰਮ ਨਹੀਂ ਆਉਣਾ। ਉੱਥੇ ਸਿਰਫ ਕੰਮ ਪ੍ਰਕਾਸ਼ ਨੇ ਆਉਣਾ। ਜੇ ਜਿਉਂਦੇ ਜੀ ਪ੍ਰਕਾਸ਼ ਲਾਈਟ ਜਿਹੜੀ ਪਰਮ ਪਿਤਾ ਪ੍ਰਮਾਤਮਾ ਦੀ, ਉਹਨੂੰ ਇੱਥੋਂ ਦੇਖਣ ਦੀ ਕੋਸ਼ਿਸ਼ ਕਰੋਗੇ, ਸਵਾਸਾਂ 'ਤੇ ਧਿਆਨ ਦਿਓਗੇ, ਇੱਥੇ ਆਪੇ ਦਿਸਣ ਲੱਗ ਜਾਣੀ ਆ, ਕੰਨਾਂ ਤੋਂ ਆਪੇ ਹੀ ਨਾਦ ਸੁਣਨ ਲੱਗ ਜਾਣਾ। ਇੱਕ ਨਿਯਮ ਪੂਰਾ ਕਰੋ, 20 ਪਾਓ ਪਹਿਲਾਂ ਤਾਂ ਜਿਉਂਦੇ ਜੀ ਨੇ ਉਹ ਪ੍ਰਕਾਸ਼ ਦਾ ਆਨੰਦ ਮਾਣਿਆ ਵਾ। ਤੇ ਕਿਸੇ ਦਿਨ ਇਹ ਵੀ ਦੇਖਿਆ ਵਾ ਕਿ ਸਰੀਰ ਉਹ ਪਿਆ ਤੇ ਆਪ ਸ਼ਕਤੀਮਾਨ ਨੂੰ ਉਹ ਜਾਂਦਾ ਪ੍ਰਕਾਸ਼ ਦੇ ਨਾਲ ਹੀ ਸੈਰ ਕਰਦਾ ਫਿਰਦਾ ਖੰਡ ਬ੍ਰਹਮੰਡ ਦੀ। ਫਿਰ ਉਹਨੂੰ ਪਤਾ ਲੱਗਦਾ ਵੀ ਬਾਣੀ ਜੋ ਕਹਿੰਦੀ ਆ ਸੱਚ ਹੈ। ਉਹ ਇੱਕ ਓਂਕਾਰ ਦੀ ਸੱਤਾ ਦੇਖਦਾ ਪੂਰੇ ਖੰਡਾਂ ਬ੍ਰਹਮੰਡਾਂ 'ਚ, ਦੇਖਦਾ ਕਿ ਉਹ ਨਿਰਭੈ, ਉਹਦੀ ਊਰਜਾ ਨਿਰਭੈ ਰੂਪ ਆ, ਉਹ ਐਨਰਜੀ, ਉਹ ਨਿਰਵੈਰ ਰੂਪ ਆ, ਬਿਨਾਂ ਗੱਲ ਤੋਂ ਸਭ ਨੂੰ ਇੱਕੋ ਜਿਹਾ ਵਰਤਦੀ ਆ ਸਾਰਾ ਕੁਛ। ਇਹ ਬੜਾ ਕੁਛ ਆ, ਇਹਨੂੰ ਜਾਣ ਲਈਏ। ਟਾਈਮ ਬਹੁਤ ਆਪਣੇ ਕੋਲੇ ਜੇ ਦੇਖਿਆ ਜਾਵੇ। ਅੱਜ ਦਾ ਯੁੱਗ ਤਾਂ ਬਹੁਤ ਸੋਹਣਾ ਯੁੱਗ ਆ ਭਾਈ। ਆ ਜਾਓ ਫਿਰ। ਜਮਦਰ ਵਾਧਾ ਠੌਰ ਨਾ ਪਾਵਾ, ਆਪਣਾ ਕੀ ਆ ਕਮਾਈ। ਹੁਣ ਕਹਿੰਦੇ ਫਿਰ ਬੰਨ੍ਹ ਲਿਆ ਅਗਲਿਆਂ ਨੇ, ਜਿਹੜੇ ਮੂਹਰੇ ਫਿਰਦੇ ਆ, ਜਿਨ੍ਹਾਂ ਨੂੰ ਦੀਂਦਾ ਹੁੰਦਾ ਉਹ ਬੰਨ੍ਹ ਲੈਂਦੇ ਆ। ਆ ਜਾ ਮਿੱਤਰਾ, ਜਮਦਰ ਵਾਧਾ ਠੌਰ ਨਾ ਪਾਵਾ। ਫੇਰ ਨਹੀਂ ਪਤਾ ਲੱਗਦਾ ਕਿੱਧਰ ਜਾਣਾ ਕਿੱਧਰ ਨਹੀਂ। ਜਿਵੇਂ ਪੁਲਿਸ ਵਾਲੇ ਨਹੀਂ ਕਾਲੀ ਪੱਟੀ ਨਾਲ ਅੱਖਾਂ ਬੰਨ੍ਹ ਦਿੰਦੇ ਆ ਤੇ ਬੰਨ੍ਹ ਕੇ ਪਿੱਛੋਂ ਬਾਹਾਂ ਬੰਨ੍ਹ ਕੇ ਸਿੱਟ ਲੈਂਦੇ ਆ ਜੀਬ 'ਚ, ਪਤਾ ਹੀ ਨਹੀਂ ਕਿੱਥੇ ਲੈ ਕੇ ਜਾਣਗੇ। ਉਹ ਚੀਜ਼ ਬਣਦੀ ਆ ਬਈ। ਸਭ ਕੁਛ ਹੈ, ਇਹ ਨਾ ਕਿਹੋ ਵੀ ਹੁੰਦਾ ਨਹੀਂ। 84 ਲੱਖ ਜੂਨੀ ਵੀ ਹੈ, ਧਰਮਰਾਜ ਵੀ ਆ, ਉਹਦੇ ਨਿਯਮ ਵੀ ਹੈ ਤੇ ਉਹਦੇ ਜੰਮ ਵੀ ਹੈ। ਜਮਦਰ ਬੱਧਾ ਠੌਰ ਨਾ ਪਾਵੈ, ਆਪਣਾ ਕੀ ਆ ਕਮਾਈ। ਫਿਰ ਉਹਨੇ ਕੀਤਾ ਕੀ ਹੈ ਜ਼ਿੰਦਗੀ 'ਚ? ਤਪਾਇਆ ਦੂਜਿਆਂ ਨੂੰ ਬਹੁਤ ਜ਼ਿਆਦਾ। ਕੋਈ ਉੱਥੇ ਫਿਰ ਰਾਹ ਦੱਸਣ ਵਾਲਾ ਨਹੀਂ ਆਉਂਦਾ। ਜੇ ਜ਼ਿੰਦਗੀ 'ਚ ਕਦੇ ਕਿਸੇ ਨੂੰ ਮਾੜਾ ਮੋਟਾ ਮੱਥਾ ਟੇਕ ਕੇ ਹੀ ਹੁੰਦਾ, ਫਿਰ ਵੀ ਕੋਈ ਰਸਤਾ ਦੱਸਣ ਵਾਲਾ ਆ ਜਾਂਦਾ, ਮੂਹਰੇ ਬੈਟਰੀ ਵਾਲਾ ਲੱਗ ਲੈਂਦਾ ਵੀ ਮੇਰਾ ਹੱਥ ਫੜਾ ਜਾ। ਉਹ ਤਾਂ ਕਹਿੰਦਾ ਹੁੰਦਾ ਹੀ ਨਹੀਂ, ਉਹ ਤਾਂ ਪਹਿਲਾਂ ਹੀ ਨਿਬੜ ਗਈ ਗੱਲ। ਜਮਦਰ ਵਾਧਾ ਠੌਰ ਨਾ ਪਾਵਾ, ਆਪਣਾ ਕੀ ਆ ਕਮਾਈ। ਉਹਨੇ ਫਿਰ ਆਪਣਾ ਕੀਤਾ ਕੀ? ਲੋਕਾਂ ਦੀ ਨਿੰਦਿਆ ਕੀਤੀ, ਲੜਾਈਆਂ ਕੀਤੀਆਂ, ਹਰ ਇੱਕ ਨਾਲ ਕਲੇਸ਼ ਪਾਇਆ ਤੇ ਉਹ ਕਲੇਸ਼ ਨਰਕ ਬਣ ਕੇ ਉਹਦੇ ਮੂਹਰੇ ਆ ਗਿਆ ਤੇ ਉਹ ਨਰਕ 'ਚ ਉਹਨੇ ਸੜਨਾ ਹੈ। ਨਰਕ ਉਵੇਂ ਨਹੀਂ ਹੈ ਜਿਵੇਂ ਕਹਿੰਦੇ ਵੀ ਕੜਾਹੇ ਬਾਲ ਤੇ ਇਹ ਬਾਲ, ਤਾਂ ਕੁਛ ਨਹੀਂ। ਤੁਹਾਡੀ ਸੁਰਤ ਆ, ਤੁਹਾਡੀ ਰੂਹ ਆ, ਤੁਹਾਡੇ ਕੋਲ ਇੱਕ ਊਰਜਾ। ਜਦੋਂ ਹੀ ਤੁਹਾਨੂੰ ਅੱਗ ਦਾ ਖਿਆਲ ਆਊਗਾ ਤਾਂ ਤੁਹਾਡੇ ਭਾਂਬੜ ਮੱਚ ਪੈਣੇ ਆ। ਉਹ ਖਿਆਲਾਂ 'ਤੇ ਚੱਲਦਾ ਸਿਸਟਮ ਹੈ ਇੱਕ। ਜਿਹੇ ਜਿਹਾ ਖਿਆਲ ਕਰੋਗੇ ਉਵੇਂ ਤਪਣ ਲੱਗ ਜਾਣਾ ਸਰੀਰ ਨੇ। ਤੇ ਜਿਉਂਦੇ ਜੀ ਜੇ ਸ਼ਾਂਤੀ ਦਾ ਅਨੁਭਵ ਨਹੀਂ ਕੀਤਾ, ਉਹ ਖਿਆਲ ਵੀ ਨਹੀਂ ਆ ਸਕਦਾ ਉੱਥੇ। ਜਿਉਂਦੇ ਜੀ ਜੇ ਸਹਿਜ ਦਾ ਅਨੁਭਵ ਨਹੀਂ ਕੀਤਾ, ਉਹ ਖਿਆਲ ਉੱਥੇ ਨਹੀਂ ਆਊਗਾ। ਤਾਂ ਹੀ ਮਹਾਰਾਜ ਵਾਰੀ ਵਾਰੀ ਕਹਿੰਦੇ, ਜਿਉਂਦੇ ਜੀ ਭਾਈ ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤੱਤ ਮਿੱਠਤ ਰੱਖ, ਮਿੱਠਤ ਰੱਖ, ਮਾੜਾ ਮੋਟਾ ਸੋਚ ਸਿਆਣਾ ਬਣ। ਪਰ ਨਹੀਂ ਬਣਦਾ। ਚਲੋ ਕੋਈ ਨਹੀਂ। ਜਮਦਰ ਵਾਧਾ ਠੌਰ ਨਾ ਪਾਵਾ, ਆਪਣਾ ਕੀ ਆ ਕਮਾਈ। ਨਦਰ ਕਰੇ ਤਾਂ ਅੱਖੀ ਵੇਖਾਂ, ਕਹਿਣਾ ਕਥਨ ਨਾ ਜਾਈ। ਜੇ ਉਹ ਨਦਰ ਕਰਦੇ ਕਰਤਾ ਪੁਰਖ, ਉਹ ਮਾਲਕ ਗੁਰੂ ਸਤਿਗੁਰੂ ਨਦਰ ਕਰਦੇ, ਫਿਰ ਅੱਖਾਂ ਨਾਲ ਵੇਖ ਸਕਦੇ ਹਾਂ। ਜੇ ਪ੍ਰਭੂ ਆਪ ਮੇਲ ਦੀ ਨਜ਼ਰ ਕਰੇ ਤਾਂ ਮੈਂ ਉਸ ਨੂੰ ਅੱਖਾਂ ਨਾਲ ਵੇਖ ਸਕਦਾ। ਉਸਦੇ ਗੁਣਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ, ਉਹਨੂੰ ਮਹਿਸੂਸ ਕਰ ਸਕਦੇ ਹਾਂ। ਉਹ ਨਿਰਾਕਾਰ ਊਰਜਾ, ਜਿਹੜਾ ਰੂਪ ਨਾ ਰੇਖ ਨਾ ਰੰਗ ਤੇ ਤ੍ਰੈ ਗੁਣ ਤੇ ਪ੍ਰਭ ਭਿੰਨ। ਜਿਵੇਂ ਹਵਾ ਸਾਨੂੰ ਦਿਸਦੀ ਨਹੀਂ, ਦਿਸਦੀ ਤਾਂ ਸੁਗੰਧੀ ਵੀ ਨਹੀਂ, ਪਰ ਆਉਂਦੀ ਤਾਂ ਹੈ ਨਾ। ਇਸ ਤਰ੍ਹਾਂ ਫਿਰ ਉਹ ਆਪਦੀ ਪ੍ਰੈਜੈਂਸ ਦਿਖਾਉਂਦਾ ਤੇ ਫਿਰ ਭਗਤ ਦੀ ਇੱਜ਼ਤ ਇੰਨੀ ਕੁ ਰੱਖਦਾ। ਭਗਤ ਨੇ ਜਿਹੜੇ ਰੂਪ 'ਚ ਉਹਨੂੰ ਧਿਆਇਆ ਹੁੰਦਾ,
ਉਸੇ ਰੂਪ ਦੀ ਊਰਜਾ ਦਾ ਫੋਮ ਜੀ ਬਣ ਜਾਂਦੀ ਹੈ, ਤਾਂ ਮਿਲਦਾ ਵੀ ਆ ਕੇ ਨਿੱਘੀ ਨਿੱਘੀ ਰੂਹ ਜਿਵੇਂ ਹੁੰਦੀ ਹੈ, ਇਸ ਤਰ੍ਹਾਂ ਫਿਰ ਸਾਰਾ ਕੁਝ ਹੀ ਮਿਲਦਾ। ਫਿਰ ਮਹਾਰਾਜ ਕਹਿੰਦੇ ਭਾਈ ਨਦਰ ਕਰੇ ਤਾਂ ਅੱਖੀਂ ਵੇਖਾਂ, ਕਹਿਣਾ ਕਥਨ ਨਾ ਜਾਈ, ਕੰਨੀ ਸੁਣ ਸੁਣ ਸ਼ਬਦ ਸਲਾਹੀ, ਅੰਮ੍ਰਿਤ ਹਿਰਦੈ ਵਸਾਈ। ਕਹਿੰਦੇ ਆਪਣੇ ਕੰਨਾਂ ਨਾਲ ਉਹਦੀ ਸਿਫਤ ਸੁਣਨੀ। ਉਹਦੀ ਸਿਫਤ ਕੀ ਆ? ਉਹਦਾ ਸ਼ਬਦ ਹੋ ਰਿਹਾ ਹਰ ਵੇਲੇ, ਅਣਹਦ ਨਾਦ ਹੋ ਰਿਹਾ। ਫਿਰ ਕੰਨਾਂ ਨਾਲ ਉਹਨੂੰ ਸੁਣਨਾ, ਹੋਸ਼ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਸੁਣਨ ਦੀ ਕੋਸ਼ਿਸ਼ ਕਰਨੀ ਹੈ। ਆਹਾ, ਕੰਨੀ ਸੁਣ ਸੁਣ ਸ਼ਬਦ ਸਲਾਹੀ, ਫਿਰ ਉਹਦੀ ਸਲਾਹਤਾ ਕਰਨੀ ਹੈ। ਸੁਣਿਆ ਦੁੱਖ ਪਾਪ ਕਾ ਨਾਸ, ਕੇ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ। ਸੁਣਿਆ ਸਿੱਧ ਪੀਰ ਸੁਰਨਾਥ, ਸਿੱਧੀਆਂ ਆ ਜਾਂਦੀਆਂ, ਉਹਦੇ ਨਾਲ ਇੱਕ ਸੁਰਤਾ ਹੋ ਜਾਂਦੀ ਆ, ਨਾਥ ਬਣ ਜਾਂਦਾ, ਆਪਣੇ ਆਪੇ ਦਾ ਮਾਲਕ ਬਣ ਜਾਂਦਾ ਆਦਮੀ, ਆਜ਼ਾਦੀ ਦਾ ਅਨੁਭਵ ਕਰਦਾ। ਸਭ ਤੋਂ ਵੱਡੀ ਚੀਜ਼ ਹੈ ਜ਼ਿੰਦਗੀ 'ਚ ਆਜ਼ਾਦੀ। ਉਹ ਦੇਸ਼ ਦੀ ਹੋਵੇ, ਉਹ ਕੌਮ ਦੀ ਹੋਵੇ, ਉਹ ਆਪਣੇ ਆਪੇ ਦੀ ਹੋਵੇ। ਅਤੇ ਅਸੀਂ ਗੁਲਾਮ ਕਿਹਦੇ ਹਾਂ? ਨਕਲੀ ਖਿਆਲਾਂ ਦੇ। ਇਹਨਾਂ ਤੋਂ ਸਾਨੂੰ ਗੁਰੂ ਮੁਕਤੀ ਦਿਵਾ ਦਿੰਦਾ, ਸਾਰੇ ਸੰਗਲ ਤੋੜ ਦਿੰਦਾ ਫਾਲਤੂ ਦੇ, ਸਾਨੂੰ ਇੱਕ ਆਜ਼ਾਦੀ ਦਾ ਅਨੁਭਵ ਕਰਾਉਂਦਾ। ਕੰਨੀ ਸੁਣ ਸੁਣ ਸ਼ਬਦ ਸਲਾਹੀ, ਅੰਮ੍ਰਿਤ ਹਿਰਦੈ ਵਸਾਈ। ਅਤੇ ਜਿਹੜੀ ਮਿਰਤੂ ਤੋਂ ਰਹਿਤ ਅਵਸਥਾ, ਅੰਮ੍ਰਿਤ, ਉਹ ਰਸ ਆ ਜਿਹੜਾ, ਉਹ ਹਿਰਦੇ ਦੇ ਵਿੱਚ ਆ ਕੇ ਵਸ ਜਾਂਦਾ। ਇੱਕ ਮਿਕਤਾ ਦਾ ਅਹਿਸਾਸ ਹੋ ਜਾਂਦਾ। ਜਿਹੜੀ ਊਰਜਾ 'ਚੋਂ ਅਸੀਂ ਬਣੇ ਸੀ ਉਹਦੇ ਨਾਲ ਇੱਕ ਮਿਕਤਾ ਹੋ ਜਾਂਦੀ ਹੈ। ਮੌਤ ਵਾਲਾ ਕਨਸੈਪਟ ਹੀ ਮਿਟ ਜਾਂਦਾ ਕਿ ਹੁੰਦੀ ਵੀ ਹੈ ਕੋਈ ਚੀਜ਼। ਬਸ ਆਹ ਪਾਰਟ ਪਤਾ ਲੱਗਦਾ ਕਿ ਕੁਛ ਸਾਲਾਂ ਲਈ ਆ ਸਰੀਰ ਲਿਆ ਸੀ ਅਤੇ ਇੱਥੇ ਇਹਨੂੰ ਛੱਡ ਚੱਲੇ, ਆ ਚੱਲਿਆ ਵੀ ਚੱਲੇ ਕਿਤੇ ਆਪਦੇ ਘਰੋਂ ਹੀ ਆਏ ਸੀ, ਮਾਲਕ ਦੇ ਘਰੇ ਹੀ ਜਾਵਾਂਗੇ। ਇੱਕ ਮਿਕਤਾ ਕਰ ਲਈ, ਮੈਪ ਲੈ ਲਿਆ, ਉਹਨੂੰ ਕਹਿਤਾ ਵੀ ਇੱਧਰੋਂ ਵਟਸਐਪ 'ਤੇ ਭੇਜੀ ਮੈਨੂੰ, ਅਤੇ ਉਵੇਂ ਜਾਵਾਂਗੇ ਮਗਰੇ ਮਗਰ, ਜਿੱਥੋਂ ਦੀ ਉਹ ਲਾਈਟ 'ਚ ਜਾਣੀ ਆ। ਇਹ ਚੀਜ਼ ਘਟਨਾ ਘਟਦੀ ਹੈ, ਇਹ ਗੱਲ ਐਵੇਂ ਨਹੀਂ ਹੈ। ਅਤੇ ਮਹਾਰਾਜ ਅੱਗੇ ਕੀ ਕਹਿੰਦੇ ਆ? ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ। ਉਹ ਜਿਹੜੀ ਸੱਤਾ ਨਿਰਭੈਤਾ ਦੀ, ਉਹ ਤਾਂ ਹੈ ਹੀ ਨਿਰਭਉ, ਉਹਨੂੰ ਅਸੀਂ ਕਹਿ ਨਹੀਂ ਸਕਦੇ ਕਿ ਉਹ ਡਰਦਾ। ਉਹ ਇੱਕ ਸੱਤਾ, ਉਹਦੇ ਇੱਕ ਰੰਗ ਆ ਆਪਣੇ। ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ। ਕਹਿੰਦੇ ਉਹ ਨਿਰਭਉ ਹੈ, ਨਿਰਆਕਾਰ ਹੈ, ਉਹਦਾ ਕੋਈ ਆਕਾਰ ਨਹੀਂ, ਪੂਰੀ ਦੁਨੀਆ ਉਹਦੀ ਆ, ਕਿਸੇ ਆਕਾਰ 'ਚ ਨਹੀਂ ਤੁਸੀਂ ਉਹਨੂੰ ਬੰਨ੍ਹ ਸਕਦੇ। ਉਹ ਨਿਰਆਕਾਰ ਹੈ, ਉਹ ਨਿਰਵੈਰ ਹੈ। ਵੈਰ ਹੋਊ ਕਿਵੇਂ? ਉਹ ਆਪ ਹੀ ਆ, ਸਾਰੇ ਰੰਗਾਂ 'ਚ ਆਪ ਆ, ਰੂਪਾਂ 'ਚ ਆਪ ਆ, ਗੁਰਮੁਖ ਆਪ ਆ, ਮਨਮੁਖ ਆਪ ਆ। ਉਹ ਤਾਂ ਲਾਹਨਤਾਂ ਤਾਂ ਪਾਈਆਂ ਜਾਂਦੀਆਂ ਕਿ ਬੰਦਿਆ, ਜੇ ਤੈਨੂੰ ਮਾੜੀ ਮੋਟੀ ਸ਼ਰਮ ਆ ਜੇ, ਤੂੰ ਮਨਮੁਖ ਤੋਂ ਗੁਰਮੁਖ ਬਣ ਜਾ, ਗੁਰਸਿੱਖ ਹੋ ਜਾ, ਤੂੰ ਸਿੱਖ ਲੈ ਕੁਛ, ਤੂੰ ਇਹ ਬਾਜੀ ਹਾਰ ਨਾ ਜਾਵੇਂ। ਤੈਨੂੰ ਤਾਂ ਥੋੜ੍ਹੀਆਂ ਗੱਲਾਂ ਚੋਟਾਂ ਮਾਰੀਆਂ ਜਾਂਦੀਆਂ, ਹੈ ਉਹ ਉਹੀ ਮਾਲਕ ਦਾ ਰੂਪ ਹੀ ਆ ਸਾਰੇ। ਨਿਰਵੈਰ ਪੂਰਨ ਜੋਤ ਸਮਾਈ। ਗੁਰੂ ਨਾਨਕ ਸਾਹਿਬ ਕਹਿੰਦੇ ਉਹ ਪੂਰਨ, ਕੋਈ ਐਸੀ ਜਗ੍ਹਾ ਕੋਈ ਚੀਜ਼ ਨਹੀਂ ਜਿੱਥੇ ਉਹ ਨਹੀਂ ਹੈਗਾ, ਸਮਾਈ ਹੋਈ ਹੈ। ਅਟਲ ਆਤਮਿਕ ਜੀਵਨ ਦੇਣ ਵਾਲਾ ਉਹ ਸਾਰੇ ਖੰਡਾਂ ਬ੍ਰਹਮੰਡਾਂ 'ਚ ਸਮਾਇਆ ਹੋਇਆ। ਉਸੇ ਨੂੰ ਕਿਹਾ ਬਾਬੇ ਨੇ ਕਿ ਆਦਿ ਤੋਂ ਸੱਚ ਹੈ, ਜੁਗਾਦ ਤੋਂ ਸੱਚ ਹੈ, ਹੈਪੀ ਸੱਚ ਨਾਨਕ ਹੋਸੀ ਵੀ ਸੱਚ। ਹੈਗਾ ਵੀ ਸੀ, ਹੈ ਵੀ ਅਤੇ ਰਹੂਗਾ ਵੀ, ਰਿਟਨ 'ਚ ਦਿੱਤਾ ਲਿਖ ਕੇ। ਜਦੋਂ ਗੁਰੂ ਸਾਹਿਬ ਦੀਆਂ ਗੱਲਾਂ ਸੁਣਦੇ ਆ ਪੁਰਾਣੇ ਵਿੱਚ ਪ੍ਰਚਾਰਕਾਂ ਤੋਂ, ਉਹ ਜਦੋਂ ਐਂ ਕੰਡਮ ਕਰਦੇ ਆ ਕਿ ਖਿਆਲ ਲੱਗਦਾ ਗੁਰੂ ਨਾਨਕ ਦਾ ਇਹ ਖਿਆਲ ਹੈ ਇੱਕ, ਕਿ ਏਕਾ ਮਾਈ ਸੀ ਕੋਈ, ਉਹ ਖਿਆਲ ਚੱਲਦਾ ਦੁਨੀਆ 'ਚ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ। ਇਹ ਭਾਈ ਖਿਆਲ ਜਰ ਹੱਦ ਹੋ ਗਈ। ਇਹ ਸੱਚ ਹੈ? ਖਿਆਲ ਕਿਉਂ ਆ? ਉਹ ਇੱਕ ਮੇਨ ਤਾਕਤ ਹੈਗੀ ਆ, ਉਹਦੇ ਦੋ ਰੂਪ ਆ, ਨੈਗੇਟਿਵ ਪੋਜ਼ੀਟਿਵ ਊਰਜਾ ਦੇ, ਉਹਦੇ ਤੋਂ ਤਿੰਨ ਤਾਕਤਾਂ ਹੋਰ ਨਿਕਲਦੀਆਂ। ਵਿਗਿਆਨ ਹਾਜ਼ਰ ਨਾਜ਼ਰ ਖੜਾ ਬੋਲੀ ਜਾਂਦਾ। ਅਸੀਂ ਕਹਿੰਦੇ ਵੀ ਪਹਿਲਾਂ ਖਿਆਲ ਚੱਲਦਾ ਸੀ ਸਮਾਜ 'ਚ, ਕੋਈ ਸਨਾਤਨ ਮੱਤ ਦਾ, ਉਹਨੂੰ ਗੁਰੂ ਨਾਨਕ ਨੇ ਵੀ ਲਿਖਤਾ। ਐਂ ਥੋੜ੍ਹਾ ਹੀ ਹੁੰਦਾ, ਕਿਸੇ ਦੀਆਂ ਗੱਲਾਂ ਥੋੜ੍ਹੀ ਲਿਖੀਆਂ ਜਾਂਦੀਆਂ। ਸਤਿਗੁਰੂ ਨਿਰੰਕਾਰ ਦੇ ਦਰ ਤੋਂ ਉਹਦਾ ਰੂਪ, ਉਹਦਾ ਸਰੂਪ ਲੈ ਕੇ ਆਏ ਆ, ਉਹਦੇ ਨਿਯਮ ਦੱਸਣ ਆਏ ਆ। ਉਹ ਸੱਚੀ ਦੱਸ ਰਹੇ ਆ ਕਿ ਇੱਕ ਮਾਈ ਆ, ਇੱਕ ਆ ਜੋ ਡਾਰਕ ਊਰਜਾ, ਜਿਹਨੂੰ ਸੰਸਾਰ ਨੇ ਕਾਲੀ ਕਿਹਾ, ਉਹਨੂੰ ਮਹਾਕਾਲ ਕਿਹਾ। ਉਹਦੇ ਗਾਂ ਤਿੰਨ ਰੂਪ ਹੈ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ।
ਜਿਹਨੂੰ ਸਨਾਤਨ ਮਤ ਨੇ ਬ੍ਰਹਮਾ ਵਿਸ਼ਨ ਮਹੇਸ਼ ਕਿਹਾ, ਜਿਹਨੂੰ ਅੱਜ ਸਾਡਾ ਵਿਗਿਆਨ ਕਹਿੰਦਾ ਇਲੈਕਟ੍ਰੋਨ, ਨਿਊਟਰੋਨ, ਪੋਜ਼ਿਟਰੋਨ, 3 ਪਾਵਰਾਂ, 3 ਤਾਕਤਾਂ, ਉਹਨਾਂ 'ਚੋਂ ਫਿਰ ਹਜ਼ਾਰਾਂ ਪਾਵਰਾਂ ਨਿਕਲਦੀਆਂ, ਜਿਹਨੂੰ ਸਨਾਤਨ ਮਤ ਨੇ 33 ਕਰੋੜ ਦੇਵੀ ਦੇਵਤੇ ਕਿਹਾ, ਜਿਹੜੇ ਊਰਜਾਵਾਂ, ਜਿਹੜੇ ਸਾਡੇ ਸੈੱਲ ਹੈ, ਜਿਹੜੇ ਸਾਡੇ ਤੱਤ ਹੈ, ਸਾਡੇ ਰਜੋ ਤਮੋ ਸਤੋ ਗੁਣ ਹੈ, ਉਹਨਾਂ 'ਚੋਂ ਫਿਰ ਹਜ਼ਾਰਾਂ ਗਾਹਾਂ ਕਣ ਹੈ, ਜਿਹੜੇ ਸਾਨੂੰ ਵਿਟਾਮਿਨ ਦਿੰਦੇ ਆ, ਮਿਨਰਲ ਦਿੰਦੇ ਆ, ਸਾਨੂੰ ਚੀਜ਼ਾਂ ਦਿੰਦੇ ਆ, ਬਖਸ਼ਿਸ਼ ਕਰਦੇ ਆ, ਇੱਕ ਤੋਂ ਦੂਜਾ ਉਹਨੂੰ ਹਜਮ ਕਰਕੇ ਗਾਹਾਂ ਭੇਜਦਾ, ਆਮ ਜੀਆਂ ਚੀਜ਼ਾਂ ਤੋਂ ਖੂਨ ਬਣਾ ਦਿੰਦੇ ਆ, ਉਹ ਦੇਵਤੇ ਆ ਸਾਡੇ ਅੰਦਰ, ਮਾਸ ਬਣਾ ਦਿੰਦੇ ਆ, ਮਿੱਝ ਬਣਾ ਦਿੰਦੇ ਆ, ਬੀਜੇ ਬਣਾ ਦਿੰਦੇ ਆ। ਕੀ ਨਹੀਂ ਕਰਦੇ ਉਹ? 33 ਕਰੋੜ ਅੰਦਰ ਲੱਗਿਆ ਵਾ ਇਹ ਸੈੱਲ ਸਰੀਰ 'ਚ ਹਰ ਇੱਕ ਦੇ ਆ। ਇਹ ਸਾਰਾ ਕੁਛ ਆ, ਉਹਦੀ ਜਾਣਕਾਰੀ, ਉਹਦਾ ਗਿਆਨ ਗੁਰੂ ਨੇ ਸਾਨੂੰ ਦਿੱਤਾ। ਅਸੀਂ ਗੱਲਾਂ ਹੀ ਬਾਹਰ ਕਰਦੇ, ਅੰਦਰ ਉਤਰਦੇ ਹੀ ਨਹੀਂ। ਤੁਸੀਂ ਅੰਦਰ ਆਓ ਜਰਾ, ਆਪੋ ਆਪਣੇ ਅੰਦਰ ਜਾਓ, ਅੰਦਰ ਪਿਆ ਸਾਰਾ ਕੁਛ, ਭੰਡਾਰਾ ਕੋਲ ਹੀ ਆ, ਕਿਸੇ ਨੂੰ ਪੁੱਛਣ ਦੱਸਣ ਦੀ ਲੋੜ ਨਹੀਂ, ਕਿਸੇ ਦੀਆਂ ਗੱਲਾਂ 'ਚ ਆਉਣ ਦੀ ਲੋੜ ਨਹੀਂ, ਸਿਰਫ ਆਪਣੇ ਆਪੇ ਦੇ ਨੇੜੇ ਆਓ, ਸਾਰਾ ਕੁਝ ਸਮਝ ਆ ਜਾਣਾ। ਕਹਿੰਦੇ ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ, ਨਾਨਕ ਗੁਰ ਬਿਨ ਭਰਮ ਨਾ ਭਾਗੈ, ਸੱਚ ਨਾਮ ਵਡਿਆਈ। ਗੁਰੂ ਨਾਨਕ ਨੇ ਮੋਹਰ ਲਾ ਕੇ ਲਿਖਤਾ, ਦਸਖਤ ਕਰਤੇ ਕਿ ਨਾਨਕ ਗੁਰ ਬਿਨ ਭਰਮ ਨਾ ਭਾਗੈ। ਕਹਿੰਦੇ ਗੁਰੂ ਧਾਰੇ ਬਿਨਾ, ਗੁਰੂ ਦੀ ਸ਼ਰਨ ਆਏ ਬਿਨਾ, ਗੁਰਸਿੱਖ ਬਣੇ ਬਿਨਾ, ਗੁਰੂ ਦੀ ਗੱਲ ਮੰਨੇ ਬਿਨਾ, ਜਿਹੜੇ ਤੁਹਾਡੇ ਭਰਮ ਹੈ ਹਿਰਦੇ ਦੇ, ਜਿਹੜੇ ਤੁਹਾਡੇ ਭੁਲੇਖੇ ਆ, ਜਿਹੜਾ ਤੁਹਾਡਾ ਅਗਿਆਨ ਹੈ, ਜਿਹਦਾ ਕਰਕੇ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਰੀਏ ਕੀ, ਉਹ ਸਾਰਾ ਕੁਛ ਗੁਰੂ ਦੱਸੂਗਾ। ਇਹ ਗੁਰੂ ਨੂੰ ਪਤਾ ਕਿ ਤੁਹਾਨੂੰ ਦੇਣਾ ਕੀ ਹੈ। ਤੁਸੀਂ ਵਿਦਿਆਰਥੀ ਕਿਹੜੀ ਕੈਟਾਗਰੀ ਦੇ ਹੋ, ਕਿੰਨਾ ਕੁ ਕਰੀ ਬੈਠੋ, ਕੀ ਕਰੋਗੇ? ਤੁਸੀਂ ਬਿਲਕੁਲ ਕੋਰੇ ਹੋ, ਤੁਹਾਨੂੰ ਕਿੱਥੋਂ ਸ਼ੁਰੂਆਤ ਕਰਾਉਣੀ ਆ? ਜਾਂ ਪਹਿਲਾਂ ਜਿਹੜਾ ਕੂੜ ਕਵਾੜ ਚੱਕੀ ਫਿਰਦੇ ਹੋ, ਉਹਨੂੰ ਪਹਿਲਾਂ ਸਾਫ਼ ਕਿਵੇਂ ਕਰਨਾ, ਫਿਰ ਤੈਨੂੰ ਗੁਰੂ ਦੀ ਸਲੇਟ ਸਾਫ਼ ਕਰਕੇ ਕੁਝ ਦੇਣਾ। ਇਹ ਗੁਰੂ ਦੇ ਕਾਰਜ ਹੈ। ਹੁਣ ਅਸੀਂ ਤਾਂ ਮੰਨ ਕੇ ਰਾਜੀ ਨਹੀਂ ਗੱਲ ਨੂੰ ਕਿ ਅਸੀਂ ਕਿਸੇ ਨੂੰ ਆਪਣਾ ਗੁਰੂ ਕਹਿ ਦਈਏ, ਅਸੀਂ ਗੁਰੂ ਧਾਰਨ ਕਰਕੇ ਉਹ ਤੋਂ ਸਿੱਖ ਲਈਏ, ਅਸੀਂ ਗੁਰੂ ਘਰ ਆਉਣਾ ਹੀ ਸਿੱਖ ਲਈਏ, ਗੁਰੂ ਦੀ ਬਾਣੀ ਪੜ੍ਹਨੀ ਸਿੱਖ ਲਈਏ, ਅਤੇ ਬਾਣੀ 'ਚੋਂ ਸੂਤਰ ਪੜ੍ਹਨੇ ਸਿੱਖ ਲਈਏ, ਪਤਾ ਲੱਗ ਜੇ ਸਾਨੂੰ ਕਿ ਕੀ ਸਿਸਟਮ ਹੈ ਇਹ। ਸਾਨੂੰ ਤਾਂ ਕੋਈ ਪੱਕਾ ਹੀ ਕਿੱਲਾ ਧੌਣ ਚਲਾਤਾ ਸਾਡੇ ਕਿਸੇ ਨੇ ਕਿ ਗੁਰੂ ਹੁੰਦੇ ਹੀ ਨਹੀਂ। ਸਾਰੀ ਬਾਣੀ ਕਹੀ ਜਾਂਦੀ ਹੈ ਕਿ ਗੁਰੂ ਧਾਰਨ ਕਰਨਾ ਪੈਣਾ, ਗੁਰੂ ਬਿਨਾਂ ਗੱਲ ਨਹੀਂ ਬਣਨੀ। ਜਦੋਂ ਅਸੀਂ ਕਹਿੰਦੇ ਆ ਕਿ ਬਾਣੀ ਗੁਰੂ ਆ, ਤੇ ਬਾਣੀ ਸਾਨੂੰ ਕਹਿ ਰਹੀ ਹੈ ਭਾਈ ਗੁਰੂ ਧਾਰਨ ਕਰ, ਤੇ ਗੁਰੂ ਧਾਰਨ ਮਿੱਤਰੋ ਕਰਨਾ ਪੈਣਾ। ਗੁਰੂ ਬਿਨਾਂ ਗਤ ਨਹੀਂ, ਸਾਹ ਬਿਨਾਂ ਪਤ ਨਹੀਂ। ਹਰ ਖੇਤਰ ਦੇ ਵਿੱਚ ਗੁਰੂ ਚਾਹੀਦਾ, ਹਰ ਖੇਤਰ। ਤੁਸੀਂ ਸਾਈਕਲ ਦੇ ਪੈਂਚਰ ਲਾਉਣ ਵੀ ਲੱਗਣਾ ਤਾਂ ਤੁਹਾਨੂੰ ਕਿਸੇ ਕੋਲ ਰਹਿਣਾ ਪੈਣਾ ਕੁਛ ਟਾਈਮ, ਉਹ ਤੋਂ ਸੂਤਰ ਸਿੱਖਣੇ ਪੈਣੇ ਆ। ਤੁਸੀਂ ਟਰੱਕ ਡਰਾਈਵਰੀ ਬਣਨਾ, ਤੁਹਾਨੂੰ 2-3 ਸਾਲ ਕਨੈਕਟਰ ਰਹਿਣਾ ਪੈਣਾ। ਵੈਸੇ ਸੈਲਫ ਮਾਰ ਕੇ ਤਾਂ ਕੋਈ ਵੀ ਤੋਰ ਦਿਓ, ਡਰਾਈਵਰ ਨਹੀਂ ਹੁੰਦਾ। ਜਿਹੜੇ ਗੁਣ, ਜਿਹੜੇ ਆਵਾਜ਼ ਤੋਂ ਪਤਾ ਕਰ ਲੈਂਦੇ ਆ ਕਿ ਕੀ ਨੁਕਸ ਪੈ ਚੱਲਿਆ, ਕਿਤੇ ਰੋੜੀ ਫਸ ਗਈ, ਇੰਜਨ 'ਚ ਪਾਣੀ ਘੱਟ ਹੈ, ਮੁਗਲੈਲ ਘੱਟਦਾ, ਕੀ ਗੱਲ ਦਾ ਧੂੰਆਂ ਕਿਹੋ ਜਿਹਾ, ਇਹ ਸਾਰੀਆਂ ਚੀਜ਼ਾਂ 2-4 ਸਾਲ ਕਿਸੇ ਦੇ ਅਧੀਨ ਰਹਿ ਕੇ ਸਿੱਖੀਆਂ ਜਾਂਦੀਆਂ। ਉਸਤਾਦ ਬਣਾਉਣਾ ਪੈਂਦਾ, ਬਿਨ ਉਸਤਾਦ ਤੋਂ ਕਿਤੇ ਕੁਛ ਨਹੀਂ ਮਿਲਦਾ। ਅਸੀਂ ਇਸੇ ਕਰਕੇ ਬਹੁਤੇ ਖਾਲੀ ਭਟਕਦੇ ਫਿਰਦੇ ਹਾਂ। ਸਾਡੇ 'ਚ ਨਿਮਰਤਾ ਨਹੀਂ ਰਹੀ, ਸਾਨੂੰ ਬਹਾਨਾ ਥਿਆ ਗਿਆ ਕਿ ਕਿੱਲਾ ਧੌਣ ਚਲਾਤਾ ਕਿ ਅਸੀਂ ਨਹੀਂ ਝੁਕਦੇ। ਉਹ ਝੁਕਣ ਝੁਕਾਉਣ ਵਾਲੀਆਂ ਗੱਲਾਂ ਗੁਰਬਾਣੀ ਦੇ ਹਿਸਾਬ ਨਾਲ ਨਹੀਂ ਚੱਲਦੀਆਂ, ਉਹ ਇੱਕ ਅਲੱਗ ਵਿਸ਼ੇ ਹੈ। ਹੰਕਾਰੀ ਬੰਦੇ ਨੂੰ ਇਹ ਗੱਲਾਂ ਬੜੀਆਂ ਫਿੱਟ ਆ ਜਾਂਦੀਆਂ, ਪਰ ਗੁਰਬਾਣੀ ਮਨੁੱਖ ਨੂੰ ਕਹਿੰਦੀ ਹੈ ਕਿ ਇਹ ਮਨੁੱਖ, ਤੈਨੂੰ ਗੁਰੂ ਧਾਰਨ ਕਰਨਾ ਪੈਣਾ, ਤੈਨੂੰ ਸਾਧੂ ਦੀ ਸ਼ਰਨ 'ਚ ਜਾਣਾ ਪੈਣਾ, ਸਾਧੂ ਦੀ ਸੰਗਤ ਕਰਨੀ ਪੈਣੀ ਹੈ, ਸੰਤਾਂ ਦਾ ਸੰਗ ਕਰਨਾ ਪੈਣਾ, ਤੈਨੂੰ ਜਾਣਨਾ ਪੈਣਾ ਉਹਨਾਂ ਤੋਂ ਕਿ ਉਹਨਾਂ ਨੇ ਕਿਵੇਂ ਜਾਣਿਆ। ਉਹਨਾਂ ਨੂੰ ਮਹਾਰਾਜ ਨੇ ਸਖੀ ਵੀ ਲਿਖਿਆ, ਸਹੇਲੀਆਂ ਵੀ ਲਿਖਿਆ, ਜਨ ਵੀ ਲਿਖਿਆ, ਸਾਧੂ ਵੀ ਲਿਖਿਆ, ਸੰਤ ਵੀ ਲਿਖਿਆ। ਐਸੇ ਸਮਾਜ 'ਚ ਹੀ ਰਹਿੰਦੇ ਆ ਸਾਰੇ। ਇਹ ਸਿੱਖਣਾ ਪੈਣਾ। ਗੁਰੂ ਨਾਨਕ ਕੀ ਕਹਿੰਦੇ ਨੇ, ਨਾਨਕ ਗੁਰ ਬਿਨ ਭਰਮ ਨਾ ਭਾਗੈ। ਗੁਰੂ ਤੋਂ ਬਿਨਾਂ ਕਦੇ ਵੀ ਭਰਮ ਦੂਰ ਨਹੀਂ ਹੋ ਸਕਦਾ, ਗੁਰੂ ਤੋਂ ਬਿਨਾਂ ਤੁਸੀਂ ਜਾਣ ਨਹੀਂ ਸਕਦੇ। ਸੱਚ ਨਾਮ ਵਡਿਆਈ, ਅਤੇ ਨਾ ਹੀ ਉਹ ਸੱਚੇ ਨਾਮ ਦੀ ਤੁਹਾਨੂੰ ਵਡਿਆਈ ਪਤਾ ਲੱਗਣੀ ਹੈ ਕੀ। ਅਸਲੀ ਹੀਰਾ ਨਾ ਜਿਹੜਾ ਕਹਿੰਦੇ ਕੋਹੇ ਨੂਰ ਹੀਰਾ ਹੁਣ ਹੈਗਾ ਇੰਗਲੈਂਡ 'ਚ ਪਿਆ, ਉਹ ਸ਼ੁਰੂਆਤ ਦੇ ਵਿੱਚ ਕਿਸੇ ਕਿਸਾਨ ਨੂੰ ਥਿਆਇਆ ਸੀ, ਉਹ 7-8 ਕਿਲੋ ਦਾ ਸੀ ਉਦੋਂ ਕਹਿੰਦੇ। ਉਹਦੇ ਕਈ ਸਾਲ ਪਸ਼ੂਆਂ ਵਾਲੇ ਤਬੇਲੇ 'ਚ ਹੀ ਪਿਆ ਰਿਹਾ, ਜਵਾਕ ਹੀ ਖੇਡੀ ਜਾਂਦੇ ਸੀ ਉਹਦੇ ਨਾਲ। ਉਹਦੇ ਕੋਲੇ ਸੀ ਤਾਂ ਦੁਨੀਆ ਦਾ ਸਭ ਤੋਂ ਵੱਡਾ ਅਤੇ ਮਹਿੰਗਾ ਹੀਰਾ, ਪਰ ਉਹਨੂੰ ਗੁਰੂ ਨਹੀਂ ਸੀ ਟੱਕਰਿਆ ਇਹ ਦੱਸਣ ਵਾਲਾ ਕਿ ਇਹ ਚੀਜ਼ ਕੀ ਆ।
ਫਿਰ ਜਿੱਦੇ ਕੋਈ ਆਇਆ ਜਾਣਕਾਰ ਜੌਹਰੀ ਗੁਰੂ ਮਿਲਿਆ, ਜਿਹਨੇ ਦੱਸਿਆ ਕਿ ਇਹ ਤਾਂ ਉਮਰ ਭਰ ਦੀ ਰੋਟੀ ਆ ਮਿੱਤਰਾ, ਕਰੀ ਕੀ ਜਾਣਾ। ਫਿਰ ਉਹ ਸਰਕਾਰਾਂ ਨੂੰ ਪਤਾ ਲੱਗਿਆ, ਸਰਕਾਰਾਂ ਨੇ ਲਿਆ। ਜਾਣੀ ਇਹ ਘਟਨਾਵਾਂ ਸਾਡੇ ਸਾਰਿਆਂ ਨਾਲ ਘਟਦੀਆਂ। ਕਈ ਵਾਰੀ ਸਾਡੇ ਕੋਲ, ਸਾਡੇ ਨੇੜੇ ਜਾਂ ਸਾਡੇ ਘਰ 'ਚ ਵੀ ਕਈ ਵਾਰੀ ਇਸ ਤਰ੍ਹਾਂ ਦੇ ਲੋਕ ਹੁੰਦੇ ਆ, ਇਸ ਤਰ੍ਹਾਂ ਦੇ ਜਾਣਕਾਰ ਰਹੱਸਦਰਸ਼ੀ ਬੈਠੇ ਹੁੰਦੇ ਆ, ਜਿਨ੍ਹਾਂ ਤੋਂ ਅਸੀਂ ਬਹੁਤ ਕੁਝ ਲੈ ਸਕਦੇ ਹਾਂ। ਸਿਰਫ ਇਸੇ ਚੱਕਰ 'ਚ ਹੀ ਰਹਿ ਜਾਂਦੇ ਆ ਕਿ ਅਸੀਂ ਨਹੀਂ ਝੁਕਦੇ। ਇਸੇ ਕਾਰਨ ਦੇ ਵਿੱਚ ਅਸੀਂ ਖਾਲੀ ਤੁਰੇ ਫਿਰਦੇ ਹਾਂ। ਝੁਕਣਾ ਤਾਂ ਪੈਣਾ ਹੀ ਆ, ਦਰਿਆ ਵਹਿ ਰਹੇ ਆ, ਜੇ ਪਾਣੀ ਪੀਣਾ ਤਾਂ ਘੁੱਟ ਭਰਨ ਲਈ ਝੁਕਣਾ ਹੀ ਪੈਣਾ। ਇਹ ਮਿਲਦਾ ਹੀ ਝੁਕੇ ਹੋਇਆਂ ਨੂੰ ਹੈ। ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਨਿਮਰਤਾ ਨਹੀਂ ਆਉਣਾ ਪੈਂਦਾ, ਸ਼ਰਨ ਆਉਣਾ ਪੈਂਦਾ, ਸਿਖਿਆਰਥੀ ਬਣਨਾ ਪੈਂਦਾ, ਵਿਦਿਆਰਥੀ ਬਣਨਾ ਪੈਂਦਾ, ਫੇਰ ਹੀ ਉਪਾਧੀਆਂ ਮਿਲਦੀਆਂ। ਇਕੱਲੀਆਂ ਗੱਲਾਂ ਬਾਤੀ ਇੱਥੇ ਕੁਛ ਨਹੀਂ ਬਣਦਾ। ਫਿਰ ਖਾਲੀ ਆਉਂਦਾ, ਖਾਲੀ ਜਾਂਦਾ, ਨਰਕਾਂ ਦੇ ਚੱਕਰ 'ਚ ਪੈ ਗਿਆ, ਜਨਮਾਂ ਦੇ ਚੱਕਰ 'ਚ ਪੈ ਗਿਆ। 84 ਲੱਖ ਜੂਨੀ ਇਹ ਸਾਰਾ ਕੁਛ ਹੈ। ਮਹਾਰਾਜ ਕਿਰਪਾ ਕਰਨ। ਬੜੀ ਖੁੱਲ੍ਹੀ ਗੱਲਬਾਤ ਆਪਾਂ ਸੋਹਣੇ ਢੰਗ ਨਾਲ ਅੱਜ ਇਹ ਵਿਚਾਰਿਆ ਸਾਰਾ ਕੁਛ। ਆਓ ਪੜ੍ਹ ਕੇ ਸਮਾਪਤੀ ਕਰੀਏ। ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ, ਨਾਨਕ ਗੁਰ ਬਿਨ ਭਰਮ ਨ ਭਾਗੈ, ਸੱਚ ਨਾਮ ਵਡਿਆਈ। ਇਹ ਸੱਚੇ ਨਾਮ ਦੀ ਵਡਿਆਈ ਸਾਡੇ ਹਿਰਦਿਆਂ ਦੇ ਕਪਾਟ ਖੁੱਲ੍ਹ ਜਾਣ, ਸਾਨੂੰ ਸਮਝ ਆ ਜਾਵੇ ਸਾਡੇ ਕੋਲੇ ਕਿੱਡੇ ਕਿੱਡੇ ਵੱਡੇ ਹੀਰੇ ਮੋਤੀ ਜਵਾਹਰ ਰਤਨ ਹੈ ਜੋ ਗੁਰੂ ਸਾਹਿਬ ਸਾਨੂੰ ਦੇ ਕੇ ਗਏ ਆ। ਅਸੀਂ ਬਾਹਰਲਿਆਂ ਦੀਆਂ ਗੱਲਾਂ ਬੰਦ ਕਰਕੇ ਆਪਣੇ ਫੋਨ ਦੇ ਵਿੱਚ ਗੁਰੂ ਸਾਹਿਬ ਦੀ ਬਾਣੀ ਦੇ ਦਰਸ਼ਨ ਕਰਿਆ ਕਰਕੇ ਕਿ ਗੁਰੂ ਸਾਹਿਬ ਕੀ ਕਹਿੰਦੇ ਆ। ਸਾਡਾ ਵਾਹ ਪੈਂਦਾ, ਅਸੀਂ ਤਾਂ ਹੀ ਖੁੱਲ੍ਹ ਕੇ ਗੱਲ ਕਹਿ ਰਹੇ ਹਾਂ। ਜਿਨ੍ਹਾਂ ਨੂੰ ਅੰਮ੍ਰਿਤ ਛਕਿਆਂ ਨੂੰ ਵੀ 40-40 ਸਾਲ ਹੋ ਗਏ, ਉਹ ਉਹੀ ਗੱਲਾਂ ਕਰਦੇ ਆ ਜਿਹੜੀਆਂ ਉਸ ਜਥੇ ਦੇ ਬੰਦਿਆਂ ਨੇ ਉਹਨਾਂ ਨੂੰ ਦੱਸਤੀਆਂ। ਨਾ ਮਾਂ ਦੇ ਪੁੱਤਾਂ ਨੇ ਮੁੜ ਕੇ ਉਹਨਾਂ ਨੇ ਗਾਹਾਂ ਕੁਛ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ, ਨਾ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਜਥੇ ਵਾਲੇ ਜਿਹੜੀਆਂ ਗੱਲਾਂ ਕਹਿੰਦੇ ਸੀ ਸਹੀ ਹੈ ਕਿ ਗਲਤ ਹੈ। ਜਾਂ ਸਾਡੇ ਜਿਹੜੇ 10 ਗੁਰੂ ਹੋਏ ਆ ਉਹ ਲਿਖ ਕੇ ਦੇ ਗਏ ਗੁਰੂ ਗ੍ਰੰਥ ਸਾਹਿਬ। ਆਪਾਂ ਪੜ੍ਹੇ ਲਿਖੇ ਲੋਕ ਆ, ਆਪਾਂ ਪੜ੍ਹ ਹੀ ਲੱਗੇ ਜਰਨਾ, ਮਤਲਬ ਹੀ ਨਹੀਂ। ਤੇ ਜੇ ਉਹਦੇ ਨਾਲ ਉਹ ਕੋਈ ਗੱਲ ਉਹਨਾਂ ਨੂੰ ਕਹਿ ਵੀ ਦੇਗੇ ਨਾ, ਫਿਰ ਉਹਨੂੰ ਉਹ ਤੋੜਨ ਦੀ ਕੋਸ਼ਿਸ਼ ਕਰਦੇ ਵੀ ਨਹੀਂ ਜੀ ਮਹਾਰਾਜ ਇਹ ਭਾਵ ਹੁੰਦਾ, ਇਹ ਭਾਵ ਹੈ, ਇਹ ਕੋਲੋਂ ਫਿਰ ਅਰਥ ਬਣਾ ਕੇ ਇੱਧਰੋਂ ਇੱਧਰ। ਜਿਵੇਂ ਮੌਤ ਲਿਖਿਆ ਤਾਂ ਉਹਨੂੰ ਆਤਮਕ ਮੌਤ, ਜਿਵੇਂ ਸਤਿਗੁਰ ਕਹਿੰਦੇ ਵੀ ਸਦਾ ਹੀ ਜੀਵਨ ਰਹੂਗਾ। ਹੁਣ ਜਿਹਨੂੰ ਇਹ ਅਣਭਾਵਣੀ ਹੈ ਉਹ ਲਿਖਦੇ ਆ ਕਿ ਉਹ ਬੰਦਾ ਆਤਮਕ ਮੌਤ ਨਹੀਂ ਮਰਦਾ। ਉਹ ਭਲਿਓ ਮਾਨਸੋ, ਆਤਮਕ ਮੌਤ ਤਾਂ ਕੋਈ ਵੀ ਨਹੀਂ ਮਰਦਾ, ਕੋਈ ਜਪੋ ਨਾ ਜਪੋ। ਜਿੰਨਾ ਚਿਰ ਤੁਸੀਂ ਜਾਣਦੇ ਨਹੀਂ ਇਹ ਗੱਲ ਦਾ ਪਤਾ ਨਹੀਂ ਲੱਗਦਾ ਕਿ ਆ ਸਰੀਰ ਮਰੇ ਤੋਂ ਬੰਦਾ ਨਹੀਂ ਮਰਦਾ। ਗੁਰਬਾਣੀ ਇਹ ਗੱਲ ਕਹਿੰਦੀ ਹੈ ਕਿ ਤੂੰ ਜਿਉਂਦੇ ਜੀ ਜਿਹੜਾ ਬੋਲੀ ਜਾਂਦਾ, ਇਹ ਗੱਲ ਜਾਣ ਲਾ ਕਿ ਸਰੀਰ ਤੋਂ ਪਹਿਲਾਂ ਵੀ ਮੈਂ ਸੀ। ਉਹ ਨਿਰੰਕਾਰ ਦੇ ਮੈਂ ਦਰਤ ਉਹਦੇ ਹੁਕਮ 'ਚ ਫਿਰਦਾ ਸੀ, ਏਕ ਓਂਕਾਰ ਦੀ ਸੱਤਾ 'ਚ। ਫਿਰ ਮੈਂ ਮਾਂ ਬਾਪ ਰਾਹੀਂ ਇਹ ਸੰਸਾਰ 'ਚ ਆ ਗਿਆ। ਜਦੋਂ ਮੈਂ ਆਇਆ ਮੇਰੇ ਆਉਣ ਤੋਂ 2-3 ਮਹੀਨੇ ਪਹਿਲਾਂ ਹੀ ਤਿਆਰੀ ਹੋ ਗਈ ਸੀ ਆ ਸਰੀਰ ਦੀ। ਮੈਂ ਤਾਂ 2-2.5 ਮਹੀਨਿਆਂ ਬਾਅਦ ਆ ਕੇ ਐਂਟਰੀ ਕੀਤੀ ਆ ਉੱਥੇ, ਜੋ ਚੇਤਨ ਸੱਤਾ ਉਤਰੀ ਹੈ ਇਹਦੇ 'ਚ। ਇਹ ਘਰ ਸਾਂਭਿਆ ਆਪਦਾ ਆ ਕੇ, ਤੇ ਜਿੱਦੇ ਮੈਂ ਜਾਣਾ ਇਹਨੂੰ ਸਰੀਰ ਨੂੰ ਛੱਡ ਕੇ ਚਲੇ ਜਾਣਾ। ਇਹ ਗੱਲ ਗੁਰਬਾਣੀ ਦੇ ਵਿੱਚੋਂ ਪੜ੍ਹ ਕੇ, ਸੁਣ ਕੇ, ਅਧਿਐਨ ਕਰਕੇ, ਸਾਧਨਾ ਕਰਕੇ ਜਾਣਨਾ ਹੈ। ਤੇ ਜਦੋਂ ਜਿਉਂਦੇ ਜੀ ਜਾਣ ਲਿਆ ਤੁਹਾਨੂੰ ਪਤਾ ਲੱਗਣਾ ਕਿ ਉਹ ਇੱਕੋ ਦੀ ਸੱਤਾ ਸਾਰੇ ਸੰਸਾਰ 'ਚ। ਉਹ ਨਿਰਭਉ ਆ ਤੇ ਅਸੀਂ ਵੀ ਉਹਦਾ ਰੂਪ ਆ, ਉਹਦੇ ਬੱਚੇ ਆ। ਨਿਰਵੈਰ ਆ, ਉਹਦਾ ਕਿਸੇ ਨਾਲ ਵੈਰ ਨਹੀਂ, ਸਾਡਾ ਵੀ ਕਿਸੇ ਨਾਲ ਵੈਰ ਨਹੀਂ, ਕਿਉਂਕਿ ਸਾਰੇ ਉਹੀ ਆ। ਉਹ ਵੱਡੇ ਪੱਧਰ 'ਤੇ ਉਹ ਸਾਰਾ ਸਿਸਟਮ ਸਾਡੇ ਸਮਝ ਆ ਜਾਂਦਾ। ਅਜੂਨੀ ਸਹਿਭੰਗ ਵਾਲਾ ਸਿਸਟਮ ਸਮਝ ਆਉਂਦਾ, ਗੁਰਪ੍ਰਸਾਦ ਵਾਲਾ ਸਮਝ ਆਉਂਦਾ। ਇਹ ਸਾਰੀਆਂ ਗੱਲਾਂ ਸਤਿਗੁਰਾਂ ਨੇ ਸਾਨੂੰ ਦਿੱਤੀਆਂ, ਸਾਡੀ ਖਾਤਰ ਹੈ। ਇਹ ਗੱਲਾਂ ਆਪਾਂ ਖੁੱਲ੍ਹ ਕੇ ਕਰਿਆ ਕਰੀਏ ਸਾਰੇ, ਤਾਂ ਕਿ ਗੱਲਾਂ ਫੈਲਣ, ਇਹਨਾਂ ਦਾ ਪਤਾ ਲੱਗੇ ਬੱਚਿਆਂ ਨੂੰ। ਹੁਣ ਇੱਕ ਸਾਜ਼ਿਸ਼ ਦੇ ਤਹਿਤ ਹੀ ਇੱਕ ਐਡਾ ਸਿਸਟਮ ਖਤਰਨਾਕ ਚੱਲੀ ਜਾਂਦਾ ਕਿ ਗੁਰੂ ਸਾਹਿਬ ਦੇ ਕੋਈ ਨੇੜੇ ਹੀ ਨਹੀਂ ਜਾ ਸਕਦਾ, ਕੋਈ ਹੱਥ ਨਹੀਂ ਲਾ ਸਕਦਾ, ਕੋਈ ਮੱਥਾ ਨਹੀਂ ਟੇਕ ਸਕਦਾ। ਆਹ ਹਾਲਾਤ ਤਾਂ ਹੁਣ ਪੰਜਾਬ 'ਚ ਹੋ ਗਏ ਹੈ ਕਿ ਦਿਨ ਸਮੇਂ ਕੋਈ ਡਰਦਾ ਗੁਰੂ ਘਰ ਨਹੀਂ ਵੜਦਾ ਕਿ ਉੱਥੇ ਮਾੜੀ ਮੋਟੀ ਕੋਈ ਗੱਲਬਾਤ ਹੋ ਗਈ ਤਾਂ ਮੈਂ ਕੀ ਕਰੂੰਗਾ ਤੇ ਮੇਰਾ ਪਤਾ ਨਹੀਂ ਕਾਹਦੇ 'ਚ ਨਾ ਆ ਜਾਊਗਾ। ਇਹ ਕਿੱਡੇ ਡਰ ਜਾਣ ਬੁੱਝ ਕੇ ਪੈਦਾ ਕੀਤੇ ਜਾ ਰਹੇ ਆ। ਮਹਾਰਾਜ ਕਿਰਪਾ ਕਰੇ ਅਸੀਂ ਸਾਰੇ ਸਮਝ ਗਏ ਇਸ ਗੱਲ ਨੂੰ ਕਿ ਸਤਿਗੁਰਾਂ ਦੀ ਬਾਣੀ ਜੁਗੋ ਜੁਗ ਅਟੱਲ ਹੈ, ਉਹਨੂੰ ਕੋਈ ਨਹੀਂ ਰੋਕ ਸਕਦਾ। ਜੋ ਉਪਦੇਸ਼ ਗੁਰੂਆਂ ਨੇ ਦੇਤੇ ਉਹ ਫੈਲੇ ਹੈ ਬ੍ਰਹਮੰਡ ਦੇ ਵਿੱਚ, ਆਕਾਸ਼ੀ ਰਿਕਾਰਡ ਦੇ ਵਿੱਚ ਸਭ ਕੁਝ ਦਰਜ ਹੈ। ਸਤਿਗੁਰੂ ਕਿਰਪਾ ਕਰਨ। ਅਸੀਂ ਖੁਦ ਮਾਣ ਮਰਜ਼ਾਦਾ ਦੀ ਜ਼ਰੂਰ ਅਸੀਂ ਧਿਆਨ ਰੱਖੀਏ, ਪਰ ਮਾਣ ਮਰਜ਼ਾਦਾ ਦੇ ਨਾਂ 'ਤੇ ਲੋਕਾਂ ਨੂੰ ਦੂਰ ਨਾ ਕਰ ਬੈਠੀਏ। ਕਿਤੇ ਤਾਂ ਪਹਿਲਾਂ ਹੀ ਨਹੀਂ ਨੇੜੇ ਕੋਈ ਹੈਗਾ, ਬਹੁਤ ਦੂਰ ਆ ਦੁਨੀਆ।
ਪਰ ਅਸੀਂ ਉਹਨੂੰ ਨੇੜੇ ਲਿਆਈਏ। ਤਾਂ ਹੀ ਵਾਰੀ-ਵਾਰੀ ਬੇਨਤੀ ਕਰਦੇ ਹਾਂ ਕਿ ਤੁਸੀਂ ਫੋਨ ਦੇ ਵਿੱਚ ਤੁਹਾਡੇ ਕੋਲੇ ਸਭ ਕੁਝ ਹੈ, ਤੁਸੀਂ ਉਹ ਬਾਣੀ ਨੂੰ ਪੜ੍ਹਨ ਦੀ, ਸੁਣਨ ਦੀ, ਜਾਣਨ ਦੀ ਕੋਸ਼ਿਸ਼ ਕਰੋ, ਤਾਂ ਕਿ ਬਾਣੀ 'ਚ ਦਿੱਤੇ ਹੋਏ ਸੂਤਰ ਤੁਹਾਡੇ ਕੰਮ ਆਉਣ ਅਤੇ ਤੁਸੀਂ ਜਿਉਂਦੇ ਜੀ ਜਾਣ ਜਾਓ ਕਿ ਅਸੀਂ ਇਹ ਸੰਸਾਰ ਤੋਂ ਜਿੱਦੇ ਜਾਣਾ, ਚੜ੍ਹਦੀ ਕਲਾ ਨਾਲ ਜੋਤ ਸਰੂਪ 'ਚ ਜਾ ਕੇ ਮਿਲ ਜਾਣਾ। ਮੌਤ ਨਹੀਂ ਹੁੰਦੀ, ਇਹ ਜਾਣ ਜਾਈਏ। ਅਸੀਂ ਅੰਮ੍ਰਿਤ ਪੁੱਤਰ ਹਾਂ ਕਰਤੇ ਦੇ, ਖਾਲਸਾ ਕਾਲ ਪੁਰਖ ਕੀ ਫੌਜ ਹੈ ਅਤੇ ਕਾਲ ਪੁਰਖ ਦੀ ਸਾਰੇ ਨਿਯਮ ਹੈ। ਕਲਗੀਧਰ ਨੇ ਉਹਦੇ ਪੁੱਤਰ ਬਣਾਇਆ ਅਤੇ ਉਹਦੀ ਸੱਤਾ ਦੇ ਵਿੱਚ ਅਸੀਂ ਉਹਦੇ ਪੁੱਤਰ ਬਣ ਕੇ ਰਹੀਏ, ਆਜ਼ਾਦ ਰਹੀਏ, ਖੁਸ਼ ਰਹੀਏ, ਚੜ੍ਹਦੀ ਕਲਾ 'ਚ ਰਹੀਏ। ਮਹਾਰਾਜ ਕਿਰਪਾ ਕਰਨ। ਤੁਹਾਡਾ ਸਾਰਿਆਂ ਦਾ ਕਟਾਣ ਕੋਟ ਧੰਨਵਾਦ। ਤੁਸੀਂ ਸੁਣਦੇ ਹੋ, ਜਿੰਨੇ ਕੁ ਤੁਸੀਂ ਆਪਾਂ ਗੁਰਮੁਖ ਹੈਗੇ ਹੋ, ਗੱਲ ਸੁਣ ਲੈਂਦੇ ਹੋ, ਇਹਨੂੰ ਗਾਹਾਂ ਆਪਣੇ ਭੈਣ ਭਾਈਆਂ ਕੋਲ, ਦੋਸਤਾਂ ਸੰਬੰਧੀਆਂ ਕੋਲ ਪਹੁੰਚਾਇਆ ਕਰੋ। ਉਹਨਾਂ ਨੂੰ ਵੀ ਕਹੋ ਕਿ ਚੈਨਲ ਸਬਸਕ੍ਰਾਈਬ ਕਰ ਲਓ, ਤਾਂ ਕਿ ਆ ਜੋ ਖੁੱਲ੍ਹੀ ਗੱਲਬਾਤ ਆ ਆਪਾਂ ਕਰਦੇ ਰਹੀਏ। ਜੋ ਦਰਬਾਰ ਸਾਹਿਬ 'ਚੋਂ ਸਾਨੂੰ ਹੁਕਮ ਆਉਂਦਾ ਇਹਦੇ 'ਤੇ ਚਾਨਣਾ ਪਾਉਂਦੇ ਰਹਾਂਗੇ। ਆਪਾਂ ਜੋ ਗਿਆਨ ਧਿਆਨ 10ਵੇਂ ਪਾਤਸ਼ਾਹ ਇੱਥੇ ਬਖਸ਼ਿਸ਼ ਕਰਕੇ ਗਏ ਮਾਈ ਦੇਸਾਂ ਨੂੰ, ਜੋ ਉਹਨਾਂ ਨੇ ਹੁਣ ਸਾਡੀ ਝੋਲੀ ਪਾਇਆ, ਉਹ ਖੁੱਲ੍ਹ ਕੇ ਅਸੀਂ ਦੱਸਣਾ ਸ਼ੁਰੂ ਕੀਤਾ, ਤਾਂ ਕਿ ਤੁਹਾਡੇ ਤੱਕ ਪਹੁੰਚ ਸਕੇ। ਮਹਾਰਾਜ ਕਿਰਪਾ ਕਰਨ। ਤੁਹਾਡਾ ਕਟਾਣ ਕੋਟ ਧੰਨਵਾਦ। ਚੈਨਲ ਨੂੰ ਸਬਸਕ੍ਰਾਈਬ ਕਰੋ, ਹੋਰਾਂ ਤੋਂ ਕਰਵਾਓ, ਤਾਂ ਕਿ ਸਭ ਕੋਲ ਗੱਲ ਪਹੁੰਚੇ। ਮਾਈ ਦੇਸਾਂ ਦੇ ਦਰ 'ਤੇ ਜੋ ਸੇਵਾਵਾਂ ਸ਼ੁਰੂ ਹੋਈਆਂ ਵੀਆਂ, ਉਹਨਾਂ ਦੀ ਸੇਵਾ ਹੋ ਰਹੀ ਆ। ਆਪ ਸਾਰੇ ਆਓ, ਦਰਸ਼ਨ ਦਿਦਾਰੇ ਵੀ ਕਰਕੇ ਜਾਓ, ਸੇਵਾ 'ਚ ਵੀ ਯੋਗਦਾਨ ਪਾਓ ਜਿੰਨਾ ਪਾ ਸਕਦੇ ਹੋ। ਹੱਥੀਂ ਸੇਵਾ ਕਰੋ, ਤਾਂ ਕਿ ਦੁਨੀਆ ਦੇ ਵਿੱਚ ਬਚੀ ਹੈ ਇੱਕੋ ਇੱਕ ਨਿਸ਼ਾਨੀ ਆ ਆਖਰੀ, ਜਿਹਦੀ ਅਸੀਂ ਸਾਂਭ ਸੰਭਾਲ ਕਰ ਸਕੀਏ, ਅਤੇ ਤੁਸੀਂ ਜਦੋਂ ਵੀ ਇੱਥੇ ਆਓ ਤਾਂ ਆਨੰਦ ਨਾਲ ਰਹਿ ਸਕੋ। ਉਹਦੇ ਲਈ ਸਰਾਂ ਆਪਾਂ ਬਣਾਉਣੀ ਆ। ਤੁਸੀਂ ਸਾਰਿਆਂ ਨੇ ਸਹਿਯੋਗ ਕਰਨਾ। ਬਹੁਤ ਬਹੁਤ ਧੰਨਵਾਦ। ਕਟਾਣ ਕੋਟ ਧੰਨਵਾਦ। ਦਾਸ ਤੁਹਾਡਾ ਆਪਣਾ ਮਾਂ ਦੇਸਾਂ ਨੰਦਨ ਜਸਵੀਰ ਸਿੰਘ, ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਾਹਿਬ, ਮਾਈ ਦੇਸਾਂ ਪਾਤਸ਼ਾਹੀ 10ਵੀਂ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।